सब तो पहला मैं गल करदा जिहड़ा हुसनमीत कौर दी प्रॉब्लम है जिहड़ी मैं तुहानूं कह रहा सारिਆਂ ਨੂੰ एक बार जरूर उत्ते ध्यान देना चाहिए। हुसन दा जिहड़ा हुसनमीत दा क्वेश्चन है वो क्वेश्चन मैं तुहानूं पहला दस देना क्वेश्चन की पूछ रही है। वो क्वेश्चन है पूछ रही है कि जे वो कह रही मान लो कि जे तुसीं एक वैक्टर नूं आ एक वैक्टर है तुहाडा मान लो ਆਪਾਂ ਗੱਲ ਕਰਦੇ ਹਾਂ ਕਿ ਆਪਾਂ ਦੂਜੇ ਵੈਕਟਰ ਨੂੰ ਐਡ ਕਰਨਾ ਹੈ। ਮੰਨ ਲਓ ਕੋਈ ਵੀ ਵੈਕਟਰ ਕਿਸੇ ਵੀ ਡਾਇਰੈਕਸ਼ਨ 'ਚ ਲੈ ਸਕਦੇ ਆਪਾਂ, ਚਲੋ ਐਂ ਹੀ ਲੈ ਲੈਣੇ ਆ, ਇਸ ਡਾਇਰੈਕਸ਼ਨ 'ਚ ਲੈ ਲੈਣੇ ਆ। ਇੱਕ ਆ ਉੱਪਰ ਨੂੰ ਵਰਟੀਕਲ ਵੈਕਟਰ ਲੈਣੇ ਆ, ਦੋ ਵੈਕਟਰ ਨੇ, ਠੀਕ ਆ। ਆ ਜਿਹੜਾ ਵੈਕਟਰ ਹੈ ਆਪਣਾ, ਆ ਵੈਕਟਰ ਦਾ ਨਾਮ ਰੱਖ ਦਿੰਦੇ ਆਪਾਂ a ਵੈਕਟਰ, ਆ ਵੈਕਟਰ ਦਾ ਨਾਮ ਰੱਖ ਦਿੰਦੇ ਆਪਾਂ b ਵੈਕਟਰ। ਇਹਦੀ ਲੈਂਥ a ਹੈ, ਇਹਦੀ ਲੈਂਥ b ਹੈ। ਇਹਨਾਂ ਨੂੰ ਐਡ ਕਰਨ ਨੂੰ ਕਿਹਾ ਗਿਆ ਵਾ, ਐਡ ਕਰਨ ਨੂੰ ਕਿਹਾ ਗਿਆ ਵਾ। ਹੁਣ ਜਿਹੜੀ ਆਪਣੀ ਟ੍ਰਾਇੰਗਲ ਲਾਅ ਕਹਿੰਦੀ ਆ, ਜਿਹੜੀ ਆ ਪੈਰਲਲੋਗ੍ਰਾਮ ਲਾਅ ਕਹਿੰਦੀ, ਤੁਸੀਂ ਜਿਵੇਂ ਮਰਜ਼ੀ ਕਰ ਲਓ, ਆਨਸਰ ਆਪਣਾ ਸੇਮ ਹੀ ਆਂਦਾ। ਤੇ ਆਪਾਂ ਨੂੰ ਦੋਨੋਂ ਹੀ ਕੇਸਿਸ ਵਿੱਚ ਕਿਵੇਂ ਆਪਾਂ ਅਪਲਾਈ ਕਰਦੇ ਹਾਂ, ਮੈਂ ਪਹਿਲਾਂ ਉਹ ਦਿਖਾਣਾ, ਫਿਰ ਮੈਂ ਦੱਸਦਾ ਕਿ ਹੁਸਨਮੀਤ ਕੌਰ ਕੀ ਕਹਿ ਰਹੀ ਹੈ ਵੀ ਉਹਨੂੰ ਲੱਗਦਾ ਕਿ ਇਦਾਂ ਨਹੀਂ, ਇਦਾਂ ਵੀ ਹੋ ਸਕਦਾ। ਉਹ ਜਿਵੇਂ ਟ੍ਰਾਇੰਗਲ ਲਾਅ ਇਹ ਕਹਿੰਦਾ ਕਿ ਤੁਸੀਂ ਐਂ ਕਰੋ ਕਿ ਪਹਿਲਾਂ ਤਾਂ ਤੁਸੀਂ ਐ ਇੱਕ a ਵੈਕਟਰ ਰੱਖ ਲਓ, ਇਹ ਟ੍ਰਾਇੰਗਲ ਲਾਅ ਕਹਿ ਰਿਹਾ, ਡਰਾ ਕਰ ਲਓ ਪਹਿਲਾਂ a ਵੈਕਟਰ। ਫਿਰ ਉਸ ਤੋਂ ਬਾਅਦ ਤੁਸੀਂ ਜਿੱਥੇ ਇਹ ਖਤਮ ਹੁੰਦਾ ਆ ਬਿਲਕੁਲ ਉੱਥੋਂ ਹੀ ਡਰਾ ਕਰਨਾ ਸ਼ੁਰੂ ਕਰਨਾ ਹੈ ਆਪਣਾ ਦੂਸਰਾ b ਵੈਕਟਰ। ਤੇ b ਵੈਕਟਰ ਇਸ ਤਰ੍ਹਾਂ ਡਰਾ ਕਰਾਂਗੇ ਆਪਾਂ ਇੱਥੋਂ, ਇਹ ਟ੍ਰਾਇੰਗਲ ਲਾਅ ਦੇ ਹਿਸਾਬ ਨਾਲ। ਤੇ ਆਪਣਾ ਆ ਬਣ ਗਿਆ b ਵੈਕਟਰ। ਤੇ ਇਸ ਦੇ ਹਿਸਾਬ ਨਾਲ ਜਿਹੜਾ ਆਪਣਾ ਆਨਸਰ ਆਂਦਾ ਆ, ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਰਿਜ਼ਲਟੈਂਟ ਆਂਦਾ ਆ, ਤਾਂ ਰਿਜ਼ਲਟੈਂਟ ਆਪਣਾ ਆਂਦੀ ਹੈ ਤੀਸਰੀ ਸਾਈਡ, ਜਿਹੜੀ ਕਲੋਜ਼ਿੰਗ ਸਾਈਡ ਦੇ ਓਪੋਜ਼ਿਟ ਆਰਡਰ 'ਚ ਹੁੰਦੀ। ਦੇਖੋ ਆ ਇੱਕ ਸੇਮ ਆਰਡਰ 'ਚ ਆਏ, ਇੱਧਰੋਂ ਇੱਧਰ ਆਇਆ, ਉਧਰ ਉੱਪਰ ਗਿਆ। ਹੁਣ ਇੱਥੋਂ ਸਟਾਰਟ ਹੋਏਗੀ ਤੇ ਇੱਥੇ ਆਏਗੀ ਇੱਥੇ ਤੱਕ, ਆ ਆਪਣਾ ਆਏਗਾ ਰਿਜ਼ਲਟੈਂਟ। ਚਲੋ ਮੈਂ ਇਹਨੂੰ ਉਦਾਂ ਬਣਾ ਦੇਣਾ ਚਾਹੇ, ਇੱਥੋਂ ਆਏਗਾ ਇੱਥੇ ਤੱਕ, ਆ ਆਪਣਾ ਰਿਜ਼ਲਟੈਂਟ ਆਏਗਾ, ਠੀਕ ਹੈ ਜੀ। ਇਸ ਰਿਜ਼ਲਟੈਂਟ ਨੂੰ ਆਪਾਂ ਕਹਿੰਦੇ ਆ ਆਰ ਵੈਕਟਰ ਜਾਂ ਕਹਿ ਦਿੰਦੇ ਆ a ਵੈਕਟਰ ਪਲੱਸ b ਵੈਕਟਰ। ਬਹੁਤ ਸਿੰਪਲ ਜਿਹੀ ਹੀ ਗੱਲਾਂ ਨੇ ਭਾਵੇਂ, ਪਰ ਮਤਲਬ ਇਹਨਾਂ ਦੇ ਦੇਖੋ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਕਿ ਜਦੋਂ ਤੁਸੀਂ ਪੜ੍ਹਦੇ ਹੋ ਫਿਜ਼ਿਕਸ ਤਾਂ ਕਾਮਨ ਸੈਂਸ ਨੂੰ ਆਪਾਂ ਪਿੱਛੇ ਨਹੀਂ ਛੱਡ ਦੇਣਾ। ਕਾਮਨ ਸੈਂਸ ਆਪਣੀ ਜ਼ਿੰਦਾ ਰੱਖਣੀ ਹੈ, ਆਪਣੇ ਨਾਲ ਰੱਖਣੀ ਹੈ ਤੇ ਉਹਦੇ ਨਾਲ ਹੀ ਕੰਮ ਕਰਨਾ ਹੈ। ਇਹ ਹੈਗਾ ਟ੍ਰਾਇੰਗਲ ਲਾ ਦੇ ਹਿਸਾਬ ਨਾਲ ਜਵਾਬ ਹੋ ਗਿਆ ਹੈ। ਤੇ ਇਹੀ ਦੋਨੋਂ ਵੈਕਟਰਸ ਨੂੰ ਜੇ ਜੋੜਨਾ ਹੈ ਤੁਸੀਂ, ਤੇ ਜੇ ਪੈਰਲਲੋਗ੍ਰਾਮ ਲਾਅ ਦੇ ਹਿਸਾਬ ਨਾਲ ਜਵਾਬ ਦੇਣਾ ਆ ਤਾਂ ਤੁਸੀਂ ਪੈਰਲਲੋਗ੍ਰਾਮ ਲਾਅ ਦੇ ਹਿਸਾਬ ਨਾਲ ਐ ਚੱਲੋਗੇ। ਫਿਰ ਤੁਸੀਂ ਕੀ ਕਰੋਗੇ, ਪਹਿਲਾਂ a ਵੈਕਟਰ ਡਰਾ ਕਰੋਗੇ, ਪਹਿਲਾਂ a ਵੈਕਟਰ ਡਰਾ ਕਰੋਗੇ ਇਸ ਤਰ੍ਹਾਂ ਹੀ ਪਹਿਲਾਂ ਵਾਂਗੂ ਹੀ। ਪਰ ਇੱਥੇ ਕੀ ਕਰਦੇ ਆ ਆਪਾਂ, ਪੈਰਲਲੋਗ੍ਰਾਮ ਲਾਅ ਜਦੋਂ ਲਗਾਉਣਾ ਹੁੰਦਾ ਆ ਤਾਂ ਤੁਸੀਂ ਇੱਕ ਹੀ ਜਗ੍ਹਾ ਤੇ ਦੂਸਰਾ ਵੈਕਟਰ ਡਰਾ ਕਰਦੇ ਹੋ, ਇਸੇ ਸੇਮ ਇਨੀਸ਼ੀਅਲ ਪੁਆਇੰਟ ਤੋਂ। ਹੁਣ ਉੱਥੋਂ ਨਹੀਂ ਕਰਦੇ, ਇੱਥੋਂ ਸੇਮ ਇਨੀਸ਼ੀਅਲ ਪੁਆਇੰਟ ਤੋਂ b ਵੈਕਟਰ ਡਰਾ ਕਰੋਗੇ। ਤੇ ਜਦੋਂ b ਵੈਕਟਰ ਇੱਥੇ ਡਰਾ ਕਰ ਲਿਆ, ਫਿਰ ਤੁਸੀਂ ਕੀ ਕਰਦੇ ਹੋ, ਫਿਰ ਤੁਸੀਂ ਇਹਦਾ ਜਿਹੜਾ ਪੈਰਲਲੋਗ੍ਰਾਮ ਕੰਪਲੀਟ ਕਰਦੇ ਹੋ। ਸੋ ਪੈਰਲਲੋਗ੍ਰਾਮ ਕੰਪਲੀਟ ਕਿਵੇਂ ਕਰੋਗੇ, ਇਹਦੇ ਪੈਰਲਲ ਇੱਥੋਂ ਆਪਾਂ ਲਾਈਨ ਡਰਾ ਕਰਾਂਗੇ ਤੇ ਇਹਦੇ ਪੈਰਲਲ ਆਪਾਂ ਇੱਥੋਂ ਲਾਈਨ ਡਰਾ ਕਰਾਂਗੇ। ਸੋ ਬੇਸਿਕਲੀ ਆ ਪੈਰਲਲੋਗ੍ਰਾਮ ਹੋ ਗਿਆ। ਤਾਂ ਉਸ ਤੋਂ ਬਾਅਦ ਜਿਹੜਾ ਆਨਸਰ ਹੁੰਦਾ ਹੈ ਇੱਥੇ ਰਿਜ਼ਲਟੈਂਟ ਆਂਦਾ ਹੈ ਪੈਰਲਲੋਗ੍ਰਾਮ ਲਾਅ 'ਚ ਉਸੇ ਪੁਆਇੰਟ ਤੋਂ, ਜਿਸ ਪੁਆਇੰਟ ਤੋਂ a ਡਰਾ ਕੀਤਾ ਤੇ b ਡਰਾ ਕੀਤਾ, ਉਸੇ ਪੁਆਇੰਟ ਤੋਂ ਡਰਾ ਹੋ ਕੇ ਆਪਣਾ ਰਿਜ਼ਲਟੈਂਟ ਆਏਗਾ ਇਸ ਡਾਇਰੈਕਸ਼ਨ 'ਚ। ਇੱਥੇ आएगा अपना रिजल्टेंट a वैक्टर प्लस b वैक्टर। ਤੇ ਇਹਦੇ ਵਿੱਚ ਵੀ ਫਿਰ ਉਹੀ ਗੱਲ ਹੈ, ਆਪਣਾ ਜਿਹੜਾ ਆਏਗਾ a ਵੈਕਟਰ ਹੈ ਤੇ ਆ ਆਪਣਾ b ਵੈਕਟਰ ਹੈ। ਤੇ ਦੋਨੋਂ ਰਿਜ਼ਲਟੈਂਟ ਦੇਖੋ ਬਿਲਕੁਲ ਸੇਮ ਆਏ ਨੇ ਤੇ ਸੇਮ ਡਾਇਰੈਕਸ਼ਨ 'ਚ ਆਏ ਨੇ। ਤੁਸੀਂ ਬਲੂ ਵਾਲਾ ਵੈਕਟਰ ਦੇਖੋ ਉੱਪਰ, ਬਲੂ ਵਾਲਾ ਵੈਕਟਰ ਦੇਖੋ ਨੀਚੇ, ਇਹ ਦੋਨੋਂ ਸੇਮ ਆਏ ਨੇ। ਇਹਦਾ ਮਤਲਬ ਚਾਹੇ ਤੁਸੀਂ ਟ੍ਰਾਇੰਗਲ ਲਾਅ ਲਗਾਓ, ਟ੍ਰਾਇੰਗਲ ਲਾਅ ਲਾਓ, ਤੇ ਚਾਹੇ ਤੁਸੀਂ ਪੈਰਲਲੋਗ੍ਰਾਮ ਲਾਅ ਲਗਾਓ, ਤੁਹਾਨੂੰ ਬਿਲਕੁਲ ਸੇਮ ਆਨਸਰ ਮਿਲੇਗਾ। ਜਿਓਮੈਟ੍ਰੀਕਲੀ ਤੁਹਾਨੂੰ ਅਲੱਗ ਤਰ੍ਹਾਂ ਟ੍ਰੀਟ ਕਰਨਾ ਪੈਂਦਾ ਇਸ a ਤੇ b ਨੂੰ। ਬਸ ਇੱਥੇ ਟ੍ਰਾਇੰਗਲ ਦੇ ਹਿਸਾਬ ਨਾਲ ਚੱਲ ਪੈਣੇ, ਤੁਸੀਂ ਸੋਚ ਲੈਂਦੇ ਹੋ, ਇੱਥੇ ਪੈਰਲਲੋਗ੍ਰਾਮ ਦੇ ਹਿਸਾਬ ਨਾਲ। ਹੁਣ ਜਵਾਬ ਸੇਮ ਆਣਾ ਹੀ ਸੀ, ਕਿਉਂਕਿ ਜੇ ਇਸੇ b ਨੂੰ ਮੈਂ ਚੱਕ ਕੇ ਇੱਥੇ ਜੋੜ ਦਿੰਦਾ, ਇੱਥੇ b ਨੂੰ ਰੱਖ ਦਿੰਦਾ, ਤੁਸੀਂ ਦੇਖੋ ਤਾਂ ਇਹ ਟ੍ਰਾਇੰਗਲ ਬਣ ਜਾਣਾ ਸੀ। ਤੇ ਜੇ ਇਸੇ b ਨੂੰ ਚੱਕ ਕੇ ਮੈਂ ਇੱਥੇ ਰੱਖ ਦਿੰਦਾ ਤੇ ਫਿਰ ਪੈਰਲਲੋਗ੍ਰਾਮ ਬਣਾਉਂਦਾ ਤਾਂ ਆਟੋਮੈਟਿਕਲੀ ਇਹ ਪੈਰਲਲੋਗ੍ਰਾਮ ਬਣ ਜਾਣਾ ਸੀ। ਇਸ ਲਈ ਦੋਨੋਂ ਜਿਹੜੇ ਨੇ ਸੇਮ ਹੀ ਲਾਅ ਨੇ, ਸੇਮ ਹੀ ਤਰ੍ਹਾਂ ਕੰਮ ਕਰਦੇ ਨੇ। ਹੁਣ ਹੁਸਨਮੀਤ ਨੂੰ ਇੱਕ ਕਨਫਿਊਜ਼ਨ ਹੋਈ ਆ, ਉਹਦੀ ਕਨਫਿਊਜ਼ਨ ਇਹ ਆ ਕਿ ਉਹਨੂੰ ਇਹ ਲੱਗ ਰਿਹਾ ਕਿ ਜੇ ਆਪਾਂ ਜਿਹੜਾ ਆ ਲਗਾਉਂਦੇ ਆ, ਜੇ ਆਪਾਂ ਪੈਰਲਲੋਗ੍ਰਾਮ ਲਾਅ ਲਗਾਈਏ ਇਸ ਤਰ੍ਹਾਂ ਵੀ ਆ a ਵੈਕਟਰ ਡਰਾ ਕਰ ਦਈਏ ਤੇ
फिर बी वैक्टर ड्रॉ कर दिए इत्थों ही, इस तरह। तो फिर जो आप पैरेललोग्राम बनाने आप वो बना लिए आप, इधरों इधर पैरेलल कर दो, इधर पैरेलल कर दो। लेंथ तो मैं परवाह नहीं कर रहा क्योंकि वो पता ही आप सैट कर लेनी बस। सो इतने तक ही है, समझ लो ये पैरेलल। ਹੁਣ जो पैरेललोग्राम बन गया ਤਾਂ ਜਿਹੜਾ ਆਪਣਾ ਰਿਜ਼ਲਟੈਂਟ ਆਏਗਾ, ਹੁਣ ਉਹ ਕਹਿ ਰਹੀ ਹੈ ਕਿ ਇਹਨੂੰ ਕੀ ਆਪਾਂ ਇਸ ਤਰ੍ਹਾਂ ਕਿਉਂ ਨਹੀਂ ਕਰ ਸਕਦੇ ਕਿ ਆਪਾਂ ਇੱਥੋਂ ਇਧਰੋਂ ਆ ਇਸ ਤਰ੍ਹਾਂ ਕਰ ਦਈਏ। ਇਹਦਾ ਜਿਹੜਾ ਕੁਐਸਚਨ ਆ ਵੀ ਇਸ ਤਰ੍ਹਾਂ ਕਿਉਂ ਨਹੀਂ ਕੀਤਾ, ਵੀ ਆਪਾਂ ਇੱਥੋਂ ਇਧਰ ਨੂੰ ਕਿਉਂ ਕੀਤਾ। ਹੁਸਨਮੀਤ ਦੱਸ, ਇਹੀ ਕੁਐਸਚਨ ਸੀ ਨਾ ਤੇਰਾ? ਯੈਸ ਸਰ। ਹੁਣ ਇਹ ਕਰਦੇ ਆ, ਹੁਣ ਤੂੰ ਮੈਨੂੰ ਆਪ ਹੀ ਜਵਾਬ ਦੇਈ। ਹੁਣ ਮੈਨੂੰ ਇਸ ਗੱਲ ਦਾ ਆਨਸਰ ਦੇਈ ਕਿ ਜੇ ਮੰਨ ਲਾ A ਵੈਕਟਰ ਤੇ B ਵੈਕਟਰ ਜਿਹੜੇ ਹੈਗੇ ਨੇ ਦੋਨੋਂ ਇਹ ਅਸਲ ਵਿੱਚ ਫੋਰਸ ਹੋਣ, ਮੰਨ ਲਓ ਫੋਰਸ ਨੇ ਤੇ ਕਿਸੇ ਆਬਜੈਕਟ ਤੇ ਫੋਰਸ ਲੱਗ ਰਹੀ ਹੁਣ। ਮੰਨ ਲਾ ਹੁਣ ਆਬਜੈਕਟ ਜਿਹੜਾ ਹੈਗਾ, ਮੰਨ ਲਾ ਇੱਥੇ ਆਬਜੈਕਟ ਪਿਆ, ਇੱਥੇ ਇੱਕ ਆਬਜੈਕਟ ਪਿਆ ਇਸ ਜਗ੍ਹਾ ਤੇ ਜਾਂ ਇਸ ਜਗ੍ਹਾ ਤੇ ਸਮਝ। ਹੁਣ ਉਸ ਆਬਜੈਕਟ ਤੇ ਮੰਨ ਲਾ A ਫੋਰਸ ਲੱਗ ਰਿਹਾ, A ਦੀ ਡਾਇਰੈਕਸ਼ਨ 'ਚ ਫੋਰਸ ਲੱਗ ਰਿਹਾ, ਤਾਂ ਇਹ ਜਿਹੜਾ ਫੋਰਸ ਲੱਗ ਰਿਹਾ A ਦੀ ਡਾਇਰੈਕਸ਼ਨ 'ਚ, ਉਹ ਇਸ ਦੇ ਇਸ ਇਧਰ ਨੂੰ ਫੋਰਸ ਲੱਗ ਰਿਹਾ। ਮਤਲਬ ਆਬਜੈਕਟ ਇੱਥੇ ਹੈਗਾ ਤੇ ਇਹਨੂੰ ਆ ਫੋਰਸ ਲੱਗ ਰਿਹਾ A ਦੀ ਡਾਇਰੈਕਸ਼ਨ 'ਚ। ਇਹਦੇ ਜਿੰਨਾ ਬਣਾ ਦਿੰਦਾ ਮੈਂ, ਮਤਲਬ ਆਬਜੈਕਟ ਇੱਥੇ ਪਿਆ, ਸਮਝ ਲਓ ਇੱਥੇ ਪਿਆ ਆਬਜੈਕਟ, ਇਹਨੂੰ ਫੋਰਸ ਲੱਗ ਰਿਹਾ ਇਧਰ। B ਦੀ ਡਾਇਰੈਕਸ਼ਨ 'ਚ ਵੀ ਫੋਰਸ ਲੱਗ ਰਿਹਾ। ਹੁਣ ਆ B ਆ ਨਾ ਨੀਚੋਂ ਉੱਪਰ ਨੂੰ ਆ, ਤਾਂ B ਦੀ ਡਾਇਰੈਕਸ਼ਨ 'ਚ ਵੀ ਫੋਰਸ ਲੱਗ ਰਿਹਾ ਤੇ B ਦੀ ਡਾਇਰੈਕਸ਼ਨ 'ਚ ਇੱਥੋਂ ਐ ਫੋਰਸ ਲੱਗ ਰਿਹਾ। ਹੁਣ ਤੂੰ ਮੈਨੂੰ ਆਪ ਸੋਚ ਕੇ ਦੱਸ ਕਿ ਕੀ ਆ ਆਬਜੈਕਟ ਜਿਹੜਾ ਜਿਹੜਾ ਆਬਜੈਕਟ ਹੁਣ ਆਪਾਂ ਬਣਾ ਲਿਆ ਇੱਥੇ, ਇਹ ਆਬਜੈਕਟ ਕਿੱਧਰ ਨੂੰ ਮੂਵ ਕਰੂਗਾ, ਉਹਨੂੰ ਨੈਟ ਫੋਰਸ ਕਿਹੜੀ ਡਾਇਰੈਕਸ਼ਨ 'ਚ ਆਊਗਾ? ਕੀ ਇਹ ਆਬਜੈਕਟ ਤੈਨੂੰ ਲੱਗਦਾ ਇੱਧਰ ਨੂੰ ਜਾਣਾ ਚਾਹੀਦਾ? ਯੈਸ ਸਰ। ਔਰ ਇਹ ਆਬਜੈਕਟ ਇੱਧਰ ਨੂੰ ਆਣਾ ਚਾਹੀਦਾ, ਇੱਧਰ ਨੂੰ। ਮੈਨੂੰ ਦੱਸ ਆਬਜੈਕਟ ਕਿੱਧਰ ਨੂੰ ਮੂਵ ਕਰੂਗਾ? ਸਰ ਅਪਵਰਡ ਵਾਲੀ ਸਾਈਡ। ਕਿੱਧਰ ਸਾਈਡ? ਸਰ ਜੋ ਅਸੀਂ ਅਪਵਰਡ ਬਣਾਈ ਹੋਈ ਹੈ ਸਾਈਡ ਤੇ, ਇੱਧਰ ਨੂੰ ਮੂਵ ਕਰੂਗਾ ਨਾ। ਤਾਂ ਆਪਾਂ ਕਾਮਨ ਸੈਂਸ ਨਾਲ ਇਹ ਸੋਚ ਸਕਦੇ ਹਾਂ, ਇਸੇ ਲਈ ਆਪਾਂ ਇੱਧਰ ਆਹੀ ਵਾਲਾ ਲਵਾਂਗੇ ਰਿਜ਼ਲਟੈਂਟ, ਇੱਧਰੋਂ ਇੱਧਰ ਨੂੰ ਹੋਵਾਂਗੇ ਹਮੇਸ਼ਾ, ਕਦੀ ਵੀ ਉਹ ਵਾਪਸ ਇੱਧਰ ਨੂੰ ਨਹੀਂ ਬਣਾ, ਆ ਗਲਤ ਹੋਏਗਾ ਰਿਜ਼ਲਟੈਂਟ। ਓਕੇ ਸਰ। ਕਿਉਂਕਿ ਕਾਮਨ ਸੈਂਸ ਨਾਲ ਸੋਚ ਕੇ ਦੇਖੋ, ਕਾਮਨ ਸੈਂਸ ਦੇ ਵਿੱਚ ਫਿੱਟ ਬੈਠਦੀ ਹੈ ਚੀਜ਼ ਕਿ ਦੋ ਫੋਰਸ ਮਿਲ ਕੇ ਉਸ ਆਬਜੈਕਟ ਨੂੰ ਉੱਧਰ ਲੈ ਕੇ ਜਾਣਗੇ। ਇਹ ਗੱਲਾਂ ਆਪਣੇ ਸਾਹਮਣੇ ਬਾਰ-ਬਾਰ ਆਣਗੀਆਂ। ਬਹੁਤ ਸਿੰਪਲੀ ਇਹ ਚੀਜ਼ਾਂ ਆਪਾਂ ਬਾਰ-ਬਾਰ ਇਹ ਲਾਜ਼ ਨੂੰ ਯੂਜ਼ ਕਰਾਂਗੇ। ਆ ਇੱਕ ਤਾਂ ਤੇਰਾ ਸਵਾਲ ਸੀਗਾ ਜਿਹੜਾ ਮੈਂ ਆ ਦੱਸਣਾ ਸੀ। ਦੂਜਾ ਤੂੰ ਪੁੱਛ ਰਹੀ ਸੀ ਐਲਫਾ ਤੇ ਥੀਟਾ ਤੇ ਅਲਫਾ ਨਹੀਂ ਪਤਾ। ਥੀਟਾ ਆਪਾਂ ਮੋਸਟਲੀ ਦੇਖੋ ਤਾਂ ਨਾਮ ਥੀਟਾ ਰੱਖਿਆ ਉਹਦਾ, ਜੋ ਮਰਜ਼ੀ ਕਹਿ ਲੈ ਤੂੰ ਉਹਨੂੰ, ਬਸ ਥੀਟਾ ਇਹ ਖਿਆਲ ਰੱਖਣਾ ਕਿ ਥੀਟਾ ਜਿਹੜਾ ਆਪਾਂ ਯੂਜ਼ ਕਰਦੇ ਫਾਰਮੂਲੇ 'ਚ ਉਹ ਹਮੇਸ਼ਾ A ਤੇ B ਵਿਚਲਾ ਐਂਗਲ ਹੁੰਦਾ। ਜਿਵੇਂ ਇੱਥੇ A ਤੇ B ਵਿਚਲਾ ਐਂਗਲ ਹੈ, ਇਹਨੂੰ ਥੀਟਾ ਕਹਿੰਦੇ ਆ। ਇੱਥੇ ਤਾਂ ਰਹਿ ਨਹੀਂ ਰਹੀ, ਤਾਂ ਗਲਤੀ ਆ। ਇੱਧਰ A ਤੇ B ਵਿਚਕਾਰਲਾ ਐਂਗਲ ਜਿਹੜਾ ਹੁਣ A ਦੀ ਡਾਇਰੈਕਸ਼ਨ, ਇਹਨੂੰ ਜੇ ਪਹਿਲੇ ਲੈਕਚਰ 'ਚ ਤੁਸੀਂ ਮੈਂ ਟ੍ਰਿਗਨੋਮੈਟਰੀ ਵੀ ਸਮਝਾਇਆ ਸੀ, ਆਹ ਮੰਨ ਲਾ A ਦੀ ਡਾਇਰੈਕਸ਼ਨ ਤਾਂ ਆ ਹੈ ਨਾ ਅਸਲ ਵਿੱਚ। A ਤੇ B ਜਿਵੇਂ ਜਿਸ ਪੁਆਇੰਟ ਤੋਂ ਦੋਨੋਂ ਬਾਹਰ ਨੂੰ ਜਾ ਰਹੇ, ਹੁਣ ਆਹ ਐਂਗਲ ਬਣਦਾ ਹੈ 90 ਡਿਗਰੀ, ਆਹ ਥੀਟਾ ਹੈ ਆਪਣਾ। ਤੇ ਇੱਥੇ ਤੁਸੀਂ ਆਹੀ ਥੀਟਾ ਕਹਿ ਦਿੰਦੇ ਹੋ ਕਿਉਂਕਿ ਇੱਥੇ A ਤੇ B ਦੋਨੋਂ ਇੱਕ ਪੁਆਇੰਟ ਤੋਂ ਦਿਖ ਹੀ ਰਹੇ ਨੇ, ਦੋਨੋਂ ਬਾਹਰ ਨੂੰ ਜਾਂਦੇ ਹੋਏ। ਇੱਥੇ ਆਪਾਂ ਨੂੰ ਬਾਹਰ ਦੇ ਸਾਈਡ ਬਣਾਉਣਾ ਪੈਂਦਾ ਹੈ। ਤੇ ਐਲਫਾ ਜਿਹੜਾ ਹੁੰਦਾ ਹੈ, ਐਲਫਾ ਰਿਜ਼ਲਟੈਂਟ ਦਾ A ਵੈਕਟਰ ਨਾਲ ਐਂਗਲ ਹੈ। ਐਲਫਾ ਐਂਗਲ ਆਇਆ ਜਿਹੜਾ ਰਿਜ਼ਲਟੈਂਟ ਦਾ A ਨਾਲ, ਕਿਉਂਕਿ ਰਿਜ਼ਲਟੈਂਟ ਦੀ ਡਾਇਰੈਕਸ਼ਨ ਦੱਸੀ ਜਾ ਰਹੀ ਉਹਦੇ ਨਾਲ। ਜਿਵੇਂ ਰਿਜ਼ਲਟੈਂਟ ਤੁਹਾਨੂੰ ਪਤਾ, ਜੇ ਮੈਂ ਰਿਜ਼ਲਟੈਂਟ ਦੀ ਗੱਲ ਕਰਾਂ ਤਾਂ ਰਿਜ਼ਲਟੈਂਟ ਹੈ ਕੀ ਹੈ ਭਲਾ? ਰਿਜ਼ਲਟੈਂਟ ਜਿਹੜਾ ਹੈ ਇੱਕ ਵੈਕਟਰ ਹੈ ਜਿਸ ਦਾ ਕਿ ਜਿਹੜਾ ਦੋ ਵੈਕਟਰਸ ਨੂੰ ਜੋੜ ਕੇ ਮਿਲਿਆ ਹੈ। ਤੇ ਕਿਸੇ ਵੀ ਵੈਕਟਰ ਦੇ ਵਿੱਚ ਕੀ ਹੁੰਦਾ ਹੈ? ਕਿਸੇ ਵੀ ਵੈਕਟਰ ਦਾ ਇੱਕ ਤਾਂ ਹੁੰਦਾ ਮੈਗਨੀਟਿਊਡ ਤੇ ਇੱਕ ਹੁੰਦੀ ਹੈ ਡਾਇਰੈਕਸ਼ਨ। ਹੁਣ ਇਸ ਵੈਕਟਰ ਦਾ ਜਿਹੜਾ ਮੈਗਨੀਟਿਊਡ ਕਿੱਥੋਂ ਪਤਾ ਲੱਗਦਾ ਤੁਹਾਨੂੰ? ਉਹਦੀ ਲੈਂਥ ਤੋਂ ਪਤਾ ਲੱਗਦਾ ਹੈ। ਮੈਗਨੀਟਿਊਡ ਮਤਲਬ ਲੈਂਥ ਹੁੰਦੀ ਹੈ, ਤੇ ਲੈਂਥ ਦਾ ਫਾਰਮੂਲਾ ਆਪਾਂ ਦੇਖਿਆ ਰਿਜ਼ਲਟੈਂਟ, ਉਹਦੇ ਲਈ ਉੱਪਰ ਵੈਕਟਰ ਸਾਈਨ ਨਹੀਂ ਪਾਵਾਂਗੇ ਆਪਾਂ ਹੁਣ ਕਿਉਂਕਿ ਆਪਾਂ ਸਿਰਫ ਮੈਗਨੀਟਿਊਡ ਲਿਖ ਰਹੇ ਹਾਂ। ਉਹ ਆਪਣਾ ਇਹ ਆਇਆ ਵਾ a² + b² + 2ab cos θ। ਇਹ ਉਹਦੇ ਬਾਰੇ ਗੱਲ ਹੋ ਗਈ। ਡਾਇਰੈਕਸ਼ਨ ਜਿਹੜੀ ਦੱਸੀ ਜਾਂਦੀ ਆ ਉਹ ਐਂਗਲ ਤੋਂ ਦੱਸੀ ਜਾਂਦੀ ਕਿ ਰਿਜ਼ਲਟੈਂਟ A ਵੈਕਟਰ ਤੋਂ ਇੰਨੇ ਐਂਗਲ ਤੇ ਕੰਮ ਕਰ ਰਿਹਾ। ਉਹਦੇ ਲਈ ਆਪਾਂ ਜਿਹੜੀ ਡਾਇਰੈਕਸ਼ਨ ਦੱਸਦੇ ਆ, ਡਾਇਰੈਕਸ਼ਨ ਉਹ ਆਪਾਂ ਐਂ ਦੱਸਦੇ ਆ ਵੀ tan alpha ਜਿਹੜਾ ਆ ਉਹ ਕਿੰਨਾ ਆ, ਉਹ ਹੈਗਾ। ਤੇ ਜਿਹੜੇ ਵੈਕਟਰ ਨਾਲ ਐਂਗਲ ਦੱਸਣਾ ਹੈ, A ਵੈਕਟਰ ਦੱਸਣਾ, ਤਾਂ A ਨੀਚੇ ਆਉਂਦਾ ਇੱਥੇ। ਸੋ b sin θ / a + b cos θ।
ਹੁਣ ਗੱਲ ਪਤਾ ਲੱਗ ਗਈ? Yes, sir. ਹੁਣ ਤੂੰ ਇੱਕ ਕੰਮ ਕਰੀ, ਜਿਹੜੇ ਜੇ ਤੂੰ ਮੈਨੂੰ ਦੱਸ ਪਹਿਲਾਂ ਜਦੋਂ ਮੈਂ ਸ਼ੁਰੂ ਚ ਪੜਾਇਆ ਸੀ ਤੁਹਾਨੂੰ ਇੱਕ ਹਫਤਾ ਟ੍ਰਿਗਨੋਮੈਟਰੀ ਵਗੈਰਾ ਦੱਸੀ ਸੀ, ਉਦੋਂ ਤੂੰ ਲਾਈ ਸੀ ਕਲਾਸ? Yes, sir. ਉਹ ਜਿਹੜੀ 3 ਕਲਾਸਾਂ ਲਾਈਆਂ ਸੀ, ਪਹਿਲੀਆਂ 3 ਕਲਾਸਾਂ, ਉਹਨਾਂ ਦਾ ਤੇਰੇ ਕੋਲ ਵੀਡੀਓ ਵੀ ਹੋਣਾ ਸ਼ਾਇਦ, ਲੱਭ ਲਈ, ਉਹ ਇੱਕ ਵਾਰ ਦੁਬਾਰਾ ਦੇਖ ਲਈ। Okay, sir. ਠੀਕ ਹੈ ਜੀ। ਹੁਣ ਮੈਂ ਕੁਝ ਹੋਰ ਗੱਲਾਂ ਕਰਦਾ, ਮੈਨੂੰ ਕੁਐਸਚਨ ਭੇਜੇ ਨੇ, ਗੁਰਾਂਸ਼ ਨੇ ਵੀ ਭੇਜੇ ਨੇ, ਸ਼ਾਇਦ ਉਹਨੇ ਭੇਜੇ ਨੇ, ਕੁਝ ਹੋਰ ਕੁਐਸਚਨ ਤੁਸੀਂ ਬੱਚਿਆਂ ਨੇ ਭੇਜੇ ਨੇ ਮੈਨੂੰ, ਤੇ ਉਹ Sir, sir, ਮੈਨੂੰ ਇੱਕ ਹੋਰ ਡਾਊਟ ਹੈ। ਹਾਂਜੀ ਪੁੱਛੋ। ਸਰ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਰਿਜ਼ਲਟੈਂਟ a plus b ਹੈ, ਫਿਰ ਆਪਾਂ ਇਹਦਾ ਦੂਸਰਾ ਫਾਰਮੂਲਾ ਕਿਉਂ ਲਗਾਉਣੀ ਹੈ, a square plus b square ਵਾਲਾ ਸਰ? ਹਾਂ, ਰਿਜ਼ਲਟੈਂਟ a ਵੈਕਟਰ ਪਲੱਸ b ਵੈਕਟਰ ਹੈ ਨਾ, ਇਹ ਚ ਆ ਐਡੀਸ਼ਨ ਤੇ ਆ ਐਡੀਸ਼ਨ ਚ ਫਰਕ ਆ। ਮੈਂ ਇਹ ਵੀ ਦੱਸਣਾ, ਦੇਖੋ ਇੱਕ ਬੜੀ ਇੰਪੋਰਟੈਂਟ ਗੱਲ ਆ ਵੀ, ਸਾਰਿਆਂ ਨੇ ਧਿਆਨ ਦਿਓ। ਜਦੋਂ ਮੈਂ ਆ ਲਿਖਦਾ ਹਾਂ a ਵੈਕਟਰ ਤੇ ਵਿੱਚ ਲਿਖਦਾ ਹਾਂ ਇੱਥੇ b ਵੈਕਟਰ, ਪਰ ਵਿੱਚ ਪਲੱਸ ਦਾ ਸਾਈਨ ਜਿਹੜਾ ਪਾਣਾ ਨਾ, a ਪਲੱਸ ਹੋਰ ਆ, ਇਹਨੂੰ ਮੈਂ ਐ ਮੈਂਸ਼ਨ ਕਰ ਦਿੰਦਾ ਤੁਹਾਡੇ ਸਾਹਮਣੇ। ਇਹ ਐਡੀਸ਼ਨ ਉਹ ਐਡੀਸ਼ਨ ਨਹੀਂ ਕਿ ਜਿਹੜੀ ਤੁਸੀਂ ਆ 3 ਜਮਾ 4 ਕਰਦੇ ਹੋ ਤੇ 7 ਆ ਜਾਂਦਾ ਵਾ, ਆਹ ਵਾਲਾ ਐਡੀਸ਼ਨ ਨਹੀਂਗਾ, ਇਹ ਵਾਲਾ ਐਡੀਸ਼ਨ, ਕਿਉਂਕਿ ਇਹ ਵੈਕਟਰਸ ਦੇ ਵਿੱਚ ਐਡੀਸ਼ਨ ਹੋ ਰਹੀ ਆ। ਹਾਲਾਂਕਿ ਕਿਤਾਬਾਂ ਦੇ ਵਿੱਚ ਉਹ ਸਿੱਧੇ ਲਿਖ ਦਿੰਦੇ ਨੇ ਤਾਂ ਇਹ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ, ਪਰ ਦੇਖੋ ਦੋ ਵੈਕਟਰ ਨੂੰ ਜਦੋਂ ਐਡ ਕਰਨਾ, ਆ ਐਡੀਸ਼ਨ ਕਿਹੜੀ ਆ? ਆ ਐਡੀਸ਼ਨ ਜਿਹੜੀ ਆ ਇਹ ਜਾਂ ਤਾਂ ਪੈਰਲੈਲੋਗ੍ਰਾਮ ਲਾ ਨਾਲ ਹੋਊਗੀ ਜਾਂ ਟ੍ਰਾਇੰਗਲ ਲਾ ਦੇ ਨਾਲ ਹੋਊਗੀ। ਆ ਕੋਈ ਆਮ ਐਡੀਸ਼ਨ ਨਹੀਂ ਹੈ, ਨੰਬਰਾਂ ਦੀ ਐਡੀਸ਼ਨ ਨਹੀਂ ਕੀ। ਪਰ ਜਦੋਂ ਤੁਸੀਂ ਲਿਖਦੇ ਹੋ ਸਿਰਫ a ਤੇ ਸਿਰਫ b ਦੇ ਵਿੱਚ ਐਡੀਸ਼ਨ, ਤਾਂ ਆ ਆਮ ਐਡੀਸ਼ਨ ਆ, ਉਹੀ 3 ਜਮਾ 4 ਵਾਲੀ ਹੈ। ਸੋ ਕਿਉਂਕਿ ਇੱਥੇ ਦੋ ਵੈਕਟਰ ਦਾ ਮੈਗਨੀਚਿਊਡ ਐਡ ਹੋ ਰਿਹਾ ਸਿਰਫ, ਤੇ ਜਦੋਂ ਤੁਸੀਂ ਇਹਦਾ ਲਿਖਦੇ ਹੋ a plus b ਵੈਕਟਰ ਕਰਕੇ ਜਿਹੜਾ ਰਿਜ਼ਲਟੈਂਟ ਆਊਗਾ, ਉਸ ਰਿਜ਼ਲਟੈਂਟ ਦਾ ਮੈਗਨੀਚਿਊਡ ਲਿਖਦੇ ਹੋ, ਤਾਂ ਤੁਸੀਂ ਰਿਜ਼ਲਟੈਂਟ ਦਾ ਮੈਗਨੀਚਿਊਡ ਲਿਖਦੇ ਹੋ, ਜਿਸ ਨੂੰ ਕਿ r ਵੀ ਲਿਖਿਆ ਜਾ ਸਕਦਾ ਆ, ਜਾਂ ਫਿਰ ਜਿਸ ਨੂੰ ਕਿ a ਵੈਕਟਰ ਪਲੱਸ b ਵੈਕਟਰ ਦਾ ਮੈਗਨੀਚਿਊਡ ਵੀ ਲਿਖਿਆ ਜਾ ਸਕਦਾ ਆ। ਤਾਂ ਆ ਤਿੰਨੋਂ ਗੱਲਾਂ ਬਰਾਬਰ ਹੁੰਦੀਆਂ ਨੇ, ਸੇਮ ਹੀ ਹੁੰਦੀਆਂ ਨੇ, ਕਿਉਂਕਿ ਇੱਥੇ a ਤੇ ਪਲੱਸ, ਜਦੋਂ ਆ ਵਾਲਾ ਪਲੱਸ ਹੈ ਨਾ, ਜਿਹੜਾ ਮੈਂ ਗੋਲ ਪਾਤਾ ਨਾਲ ਦੇ ਵਿੱਚ, ਜਸ ਮੈਂ ਤੁਹਾਨੂੰ ਸਮਝਾਉਣ ਲਈ ਪਾ ਰਿਹਾ ਹਾਂ, ਇਹਦਾ ਮਤਲਬ ਹੈ ਵੈਕਟਰ ਐਡ ਹੋ ਰਹੇ ਨੇ, ਆ ਵੈਕਟਰ ਤੇ ਵੈਕਟਰ ਆ, ਦੋ ਵੈਕਟਰ ਐਡ ਹੋ ਰਹੇ ਨੇ। ਤੇ ਇੱਥੇ ਜਦੋਂ ਆਪਾਂ ਪਾ ਰਹੇ ਆ, ਇਹਦਾ ਲੈਂਥ ਪਤਾ ਕਰ ਰਹੇ ਤਾਂ ਉਹਦਾ ਪਾਈਥਾਗੋਰਸ ਥਿਊਰਮ ਹੀ ਲਾਈ ਸੀ ਤੁਸੀਂ, ਉਹ ਨਾਰਮਲ ਐਡੀਸ਼ਨ ਹੈਗੀ ਆ, ਇਸ ਲਈ ਉਹ ਚ ਆਪਾਂ 9 25 9 15 ਸਾਰਾ ਕੁਝ ਐਡ ਕਰਦੇ ਆ, ਇਹ ਨਾਰਮਲ ਪ੍ਰੋਡਕਟ ਆ, cos of angle between them। ਸੋ ਆਹ ਫਾਰਮੂਲਾ ਇਹਦਾ ਵੀ ਹੈ, ਆਹੀ ਫਾਰਮੂਲਾ ਇਹਦਾ ਵੀ ਹੈ, ਆ ਤਿੰਨੋਂ ਗੱਲਾਂ ਸੇਮ ਨੇ। ਤੇ ਇੱਥੇ ਮੈਂ r ਵੈਕਟਰ ਨੂੰ ਐਸ ਸੱਚ ਪੂਰਾ ਵੈਕਟਰ ਇੱਕੋ ਹੀ ਬਾਈਸ ਨਹੀਂ ਲਿਖ ਸਕਦਾ, ਕਿਉਂਕਿ ਮੈਨੂੰ ਇੱਥੇ ਅਲੋਂਗ ਲਿਖਣਾ, ਮੈਂ ਡਾਇਰੈਕਸ਼ਨ ਦੱਸਣੀ ਪੈਣੀ ਹੈ, ਤੇ ਡਾਇਰੈਕਸ਼ਨ ਦੱਸਣ ਦਾ ਤਰੀਕਾ ਤਾਂ ਮੇਰੇ ਕੋਲ ਵੱਖਰਾ ਹੈ, ਉਹ ਤਾਂ tan ਥੀਟਾ ਨਾਲ tan ਅਲਫਾ ਨਾਲ ਪਤਾ ਲੱਗਦੀ ਹੈ। ਇਸ ਲਈ ਆਪਾਂ ਇਹਦੇ ਉੱਪਰ ਆ ਸਾਈਨ ਦੇ ਉੱਪਰਲਾ ਜਾਂ ਕੱਲਾ r ਲਿਖਦੇ ਆ, ਤੇ ਜੇ ਸਾਈਨ ਪਾਤਾ ਤਾਂ ਨਾਲ ਆਪਾਂ ਐ ਵੀ ਪਾ ਦਿੰਦੇ ਆ, ਤਾਂ ਕਿ ਪਤਾ ਲੱਗੇ ਕਿ ਕੱਲੇ ਮੈਗਨੀਚਿਊਡ ਦੀ ਗੱਲ ਹੋ ਰਹੀ ਹੈ। ਠੀਕ ਹੈ ਗੱਲ? ਓਕੇ ਸਰ। ਜਿਵੇਂ ਜੇ ਤੂੰ ਮਾਸਿਸ ਨੂੰ ਐਡ ਕਰਨਾ, ਤਾਂ ਮੰਨ ਲਾ ਇੱਕ ਮਾਸ m1 ਹੈ, ਇੱਕ ਮਾਸ m2 ਹੈ, ਤਾਂ ਤੂੰ ਆਹੀ ਅਸਾਈਨ ਯੂਜ਼ ਕਰੇਂਗੀ। ਆ ਐਡੀਸ਼ਨ ਤੇਰਾ ਉਹੀ ਐਡੀਸ਼ਨ ਹੈ ਜਿਹੜਾ ਤੂੰ ਜਾਣਦੀ ਹੈ ਕੀ ਹੁੰਦਾ ਹੈ। ਪਰ ਜੇ ਤੂੰ ਫੋਰਸ ਲਿਖ ਰਹੀ ਆ f1 ਵੈਕਟਰ ਪਲੱਸ f2 ਵੈਕਟਰ, ਤਾਂ ਮਤਲਬ ਇਹ ਐਡੀਸ਼ਨ ਆਮ ਐਡੀਸ਼ਨ ਨਹੀਂ ਆ, ਇਹ ਐਡੀਸ਼ਨ ਦੋ ਵੈਕਟਰ ਨੂੰ ਐਡ ਕਰਨ ਵਾਲੀ ਐਡੀਸ਼ਨ, ਤੇ ਦੋ ਵੈਕਟਰ ਨੂੰ ਐਡ ਕਰਨ ਵਾਲੀ ਐਡੀਸ਼ਨ ਜਿਹੜੀ ਹੁੰਦੀ ਹੈ ਉਹ ਵੈਕਟਰ ਐਲਜੈਬਰਾ 'ਚ ਚਲ ਜਾਂਦੀ ਹੈ। ਤੇ ਵੈਕਟਰ ਐਲਜੈਬਰਾ ਵਿੱਚ ਐਡ ਕਰਨ ਦਾ ਮਤਲਬ ਹੁੰਦਾ ਜਾਂ ਤਾਂ ਪੈਰਲੈਲੋਗ੍ਰਾਮ ਲਾਅ ਦੇ ਨਾਲ ਐਡ ਹੋਊਗਾ ਤੇ ਜਾਂ ਟ੍ਰਾਇੰਗਲ ਲਾਅ ਨਾਲ ਐਡ ਹੋਊਗਾ, ਤੇ ਦੋਨੋਂ ਫੋਰਸਿਸ ਨੂੰ ਐਡ ਕਰਨ ਲਈ ਤੁਹਾਨੂੰ ਜਿਓਮੈਟ੍ਰਿਕਲੀ ਉਹਨੂੰ ਡਰਾ ਕਰਕੇ ਕਰਨਾ ਪਏਗਾ, ਤੇ ਜਾਂ ਫਿਰ ਫਾਰਮੂਲਾ ਲਾਉਣਾ ਪਏਗਾ। ਫਾਰਮੂਲਾ ਤੁਹਾਡੇ ਸਾਹਮਣੇ ਉਹੀ ਆ। ਹੁਣ ਇਹਦਾ ਫਾਰਮੂਲਾ ਕੀ ਹੋਏਗਾ? ਤੁਹਾਡੇ ਇਹ ਚ f1 ਦਾ ਮੈਗਨੀਚਿਊਡ ਗਿਵਨ ਹੋਏਗਾ, f2 ਦਾ ਮੈਗਨੀਚਿਊਡ ਗਿਵਨ ਹੋਏਗਾ, ਦੋਨਾਂ ਚ ਐਂਗਲ ਥੀਟਾ ਗਿਵਨ ਹੋਏਗਾ, ਜਿਵੇਂ a b ਚ ਹੁੰਦਾ ਹੈ। ਫਿਰ ਤੁਹਾਡਾ ਜਿਹੜਾ f1 ਵੈਕਟਰ ਪਲੱਸ f2 ਵੈਕਟਰ ਹੋਏਗਾ, ਜਿਹੜਾ ਕਿ ਇਸ ਤਰ੍ਹਾਂ ਐਡ ਹੋ ਰਿਹਾ, ਵੈਕਟਰ ਐਡੀਸ਼ਨ ਹੈ, ਇਹਦਾ ਮੈਗਨੀਚਿਊਡ ਕੀ ਆਏਗਾ? ਉਵੇਂ ਹੀ f1 ਦੇ ਮੈਗਨੀਚਿਊਡ ਦਾ ਸਕੁਅਰ f2 ਦੇ ਮੈਗਨੀਚਿਊਡ ਦਾ ਸਕੁਅਰ 2 times f1 f2 cos angle between them। देखो वही फॉर्मूला लग गया एकदम। और किधर चला गया? दोनों व्हाइट बोर्ड दिख रहे? हाँ ठीक है, क्लियर होगी गल? यस सर। सो आ गल हुंदी है बस अपनी। हुण आपां थोड़ी जी होर अगे गल्लां करांगे, तुहानूं होर आवलियां गल्लां होर समझ आ जाणगीਆਂ चंगी तरह की हुंदा है। एक बेसिक गल हमेशा याद रखनी, सारिਆਂ ने याद रखनी कि जे मैं ऐ लिख रहा हाँ f दे उपर वैक्टर दा साइन, तां इहदा मतलब डायरैक्शन दसनी लाजमी है। मतलब मैं इहनूं 10 न्यूटन लिख के छड्ड नहीं सकदा, क्योंकि 10 न्यूटन का मतलब क्या है? इकल्ला मैगनीट्यूड, ते नाल मैनूं दसना पेगा है ना कि किहड़ी डायरैक्शन च। तां मैं लिखूंगा ड्यू नॉर्थ, तो इहदा मतलब पता लग जाएगा कि ये नाल डायरैक्शन दस दी गई है।
क्योंकि आ वैक्टर आ वैक्टर आ ਇਹਦਾ मैग्नीट्यूड आ ਦੀ डायरेक्शन ठीक है। तो जे मैं ऐ लिख दवा कला एफ ਇਹਦਾ मतलब मैं कला 10 न्यूटन लिखूंगा मतलब कले मैग्नीट्यूड की गल हो रही है। ਤੇ ਜੇ ਮੈਂ f ਵੈਕਟਰ ਦੇ ਉੱਪਰ ਵੈਕਟਰ ਦਾ ਸਾਈਨ ਪਾ ਕੇ ਵਿੱਚ ਮੋਡ ਪਾ ਦਵਾਂਗਾ ਤਾਂ ਇਹਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਕੱਲੇ ਮੈਗਨੀਟਿਊਡ ਦੀ ਗੱਲ ਹੋ ਰਹੀ ਹੈ। ਸਮਝ ਲੱਗੀ ਗੱਲ। ਸੋ ਜੇ ਕੋਈ ਬੱਚਾ ਇਹ ਸਮਝਣਾ ਚਾਹੇ ਕਿ ਆ ਇਹਦਾ ਇਹ ਜਿਹੜਾ ਪਲੱਸ मैं प्लस साइन में बदल नहीं लिया ਹੁਣ ਤੁਹਾਨੂੰ ਪਤਾ ਲੱਗ ਗਿਆ ਆ ਪਲੱਸ ਵੱਖਰਾ ਪਲੱਸ ਹੈ ਇਹ ਵਾਲਾ ਇਹ ਨਾਰਮਲ ਪਲੱਸ ਨਹੀਂ ਹੈ ਕਿਉਂਕਿ ਇਹ ਦੋ ਅਲੱਗ-ਅਲੱਗ ਵੈਕਟਰ ਦੇ ਵਿੱਚ ਪਲੱਸ ਪਾਇਆ ਹੈ। ਤੇ ਜੇ ਇਹ ਦੋ ਵੈਕਟਰ ਦਾ ਬੇਸਿਕਲੀ ਮੋਡ ਕਰਨਾ ਤੁਸੀਂ ਤੇ ਮੋਡ ਦੀ ਫਾਰਮ ਚ ਲਿਖਣਾ ਹੋਵੇ ਪਤਾ ਇਹਨੂੰ ਫਾਰਮੂਲੇ ਨੂੰ ਐਵੇਂ ਲਿਖਿਆ ਜਾ ਸਕਦਾ ਵੀ a ਦੇ ਮੈਗਨੀਟਿਊਡ ਦਾ ਸਕੁਅਰ b ਦੇ ਮੈਗਨੀਟਿਊਡ ਦਾ ਸਕੁਅਰ 2 ਗੁਣਾ a ਦਾ ਮੈਗਨੀਟਿਊਡ b ਦਾ ਮੈਗਨੀਟਿਊਡ cos ਆਫ ਐਂਗਲ ਬਿਟਵੀਨ them ਆ ਫਾਰਮੂਲਾ ਬਣ ਗਿਆ। ਆ ਵੀ ਬਿਲਕੁਲ ਠੀਕ ਹੈ। ਉਹ ਮੈਗਨੀਟਿਊਡ ਪਾਉਣ ਦੀ ਬਜਾਏ ਉਹਦਾ ਕੱਲਾ a ਲਿਖ ਦਿੰਦੇ ਨੇ ਉਹ ਸਰ ਜਾਂਦਾ ਪਰ ਇਹਨੂੰ ਨਹੀਂ ਲਿਖ ਸਕਦੇ ਤੁਸੀਂ a + b ਸਿੱਧਾ ਹੀ ਕਿਉਂਕਿ ਇਹ ਇੱਕ ਵੈਕਟਰ ਨਹੀਂਗਾ ਇਹ ਦੋ ਵੈਕਟਰਾਂ ਦਾ ਜੋੜ ਆ। ਸੋ ਦੋਨਾਂ ਦਾ ਮੈਗਨੀਟਿਊਡ ਉਹਨਾਂ ਨੂੰ ਐਡ ਕਰਨ ਤੋਂ ਬਾਅਦ ਵੱਖਰਾ ਆ ਸਕਦਾ ਹੋ ਸਕਦਾ ਇਹ 10 ਨਿਊਟਨ ਹੋਵੇ ਤੇ ਇਹ 5 ਨਿਊਟਨ ਹੋਵੇ ਤੇ ਮੈਗਨੀਟਿਊਡ ਦੋਨਾਂ ਦਾ 15 ਹੀ ਥੋੜੀ ਆਊਗਾ ਕੀ ਪਤਾ ਕੀ ਆਵੇ ਜੇ 10 ਇੱਧਰ ਨੂੰ ਹੋਇਆ 5 ਇੱਧਰ ਨੂੰ ਹੋਇਆ ਤਾਂ ਮੈਗਨੀਟਿਊਡ 15 ਥੋੜੀ ਆਊਗਾ ਇਹ 10 ਅਤੇ 5 15 ਥੋੜੀ ਆਊਗਾ ਸੋ ਆ ਇੱਕ ਬੇਸਿਕ ਗੱਲਾਂ ਨੇ ਜਿਹਨਾਂ ਦਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ a ਵੈਕਟਰ ਹੈ ਤੇ ਜਿਹੜਾ b ਵੈਕਟਰ ਹੈ ਉਹਨਾਂ ਦਾ ਜਿਹੜਾ ਐਡੀਸ਼ਨ ਹੈ ਇਹਦਾ ਮੋਡ a + b ਹੋ ਵੀ ਸਕਦਾ ਆ ਪਰ ਕਦੋਂ ਹੋ ਸਕਦਾ ਜਦੋਂ ਥੀਟਾ ਕਿੰਨਾ ਆਏਗਾ 0 ਡਿਗਰੀ ਕਿਉਂਕਿ ਫਿਰ ਇਹ ਹੋ ਜਾਏਗਾ a² + b² + 2ab cos 0 डिग्री cos 0 डिग्री 1 हो जाएगा ਇਹ ਬਣ ਜਾਏਗਾ a + b ਦਾ ਹੋਲ ਸਕੁਅਰ ਅੰਡਰ ਦਾ ਰੂਟ। ਹੁਣ a + b ਆਇਆ ਪਰ ਜੇ ਥੀਟਾ 0 ਡਿਗਰੀ ਨਾ ਹੁੰਦਾ 90 ਡਿਗਰੀ ਹੁੰਦਾ ਫਿਰ ਤਾਂ ਨਹੀਂ ਆਣਾ ਸੀ ਫਿਰ ਤਾਂ ਇਹਦਾ ਮੈਗਨੀਟਿਊਡ ਆਣਾ ਸੀ ਠੀਕ ਹੈ ਗੱਲ। ਸੋ ਇਦਾਂ ਦੀ ਕਨਫਿਊਜ਼ਨ ਤੁਹਾਨੂੰ ਸਾਰਿਆਂ ਵਿੱਚੋਂ ਕਈਆਂ ਨੂੰ ਵੀ ਹੋਣਗੀਆਂ ਤਾਂ ਇਹ ਕਨਫਿਊਜ਼ਨ ਨਹੀਂ ਰੱਖਣੀ ਹੈ ਦਿਮਾਗ 'ਚ। ਹੁਣ ਮੈਂ ਅੱਗੇ ਦੀ ਗੱਲ ਕਰਦਾ ਤੁਹਾਡੇ ਨਾਲ ਕਿ ਅੱਗੇ ਮੈਂ ਕੀ ਕਰਵਾਉਣ ਜਾ ਰਿਹਾ। ਚਲੋ ਇੱਕ ਤਾਂ ਗੱਲ ਮੈਂ ਇੱਥੇ ਹੀ ਕਰ ਲੈਣਾ ਇਸੇ ਬੋਰਡ ਤੇ ਹੀ ਕਰ ਲੈਂਦੇ ਆ ਪਹਿਲਾਂ ਤਾਂ ਕਿਉਂਕਿ ਆਪਾਂ ਕਰਨ ਜਾ ਰਹੇ ਹਾਂ ਉਹ ਪੋਲੀਗਨ ਲਾਅ ਆਫ ਵੈਕਟਰ ਐਡੀਸ਼ਨ। ਸੋ ਹੁਣ ਆਪਣੇ ਕੋਲ ਹੈਗਾ ਦੇਖੋ ਪੋਲੀਗਨ ਲਾਅ ਆਫ ਵੈਕਟਰ ਐਡੀਸ਼ਨ। ਸਰ ਹਾਂਜੀ ਸਰ ਆਪਾਂ ਦੋ ਵੈਕਟਰਸ ਨੂੰ ਐਡ ਕਰ ਸਕਦੇ ਹਾਂ ਜੇ ਉਹਨਾਂ ਦੀ ਮਤਲਬ ਯੂਨਿਟਸ ਚ ਡਿਫਰੈਂਸ ਹੋਵੇ ਤਾਂ ਵੀ ਰਿਜ਼ਲਟੈਂਟ ਫਾਈਂਡ ਕਰ ਸਕਦੇ ਹਾਂ। ਹੁਣ ਮੰਨ ਲਓ ਫੋਰਸ ਆ ਹੁਣ ਦੇਖ ਫੋਰਸ ਆ ਇੱਕ ਹਨਾ ਤੇ ਨਾਲ ਇੱਕ ਵੈਲੋਸਿਟੀ ਹੈ ਇਹਨਾਂ ਨੂੰ ਐਡ ਕਰਕੇ ਕੋਈ ਗੱਲ ਨਹੀਂ ਬਣਨੀ ਇਹ ਤਾਂ ਗੱਲ ਨਹੀਂ ਬਣੀ ਕੋਈ ਸੈਂਸ ਹੀ ਨਹੀਂ ਬਣਦੀ ਕੋਈ। ਫੋਰਸ ਤੇ ਵੈਲੋਸਿਟੀ ਨੂੰ ਐਡ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਨਿਊਟਨ ਚ ਆ ਇਹ ਮੀਟਰ ਪਰ ਸੈਕਿੰਡ ਚ ਠੀਕ ਹੈ ਸਰ ਹੋਣੀ ਚਾਹੀਦੀਆਂ ਨੇ ਸਬਟ੍ਰੈਕਸ਼ਨ ਵੀ ਨਹੀਂ ਕਰ ਸਕਦੇ। ਹਾਂਜੀ ਜਤਿੰਦਰ ਸਰ ਅਸਾਈਨਮੈਂਟ ਦੇ ਡਾਊਟ ਸਰ ਮੰਡੇ ਨੂੰ ਕਰਾਉਂਗੇ? ਨਹੀਂ ਮੇਰੀ ਗੱਲ ਸੁਣੋ ਪਹਿਲੀ ਗੱਲ ਤਾਂ ਸਾਰੇ ਜਣੇ ਤੁਸੀਂ ਮਤਲਬ ਤੁਸੀਂ ਮੇਰਾ ਥੋੜਾ ਜਿਹਾ ਨਾ ਇਹਦੇ ਚ ਤੁਹਾਨੂੰ ਖੇਚਲ ਕਰਨੀ ਬਣੀ ਮੇਰਾ ਸਾਥ ਦੇਣਾ ਪੈਣਾ ਇਸ ਗੱਲ 'ਚ। ਦੇਖੋ ਮੈਡੀਕਲ ਨਾਨ ਮੈਡੀਕਲ ਦਾ ਕੰਮ ਤਾਂ ਕਾਫੀ ਅੱਗੇ ਹੋ ਗਿਆ ਹੁਣ ਪਤਾ ਨਹੀਂ ਕਿੱਥੇ ਪਹੁੰਚ ਗਏ ਹੋਣੇ। ਆਪਾਂ ਆਰਾਮ ਨਾਲ ਕਰਨਾ ਇਸ ਚੀਜ਼ ਨੂੰ ਠੀਕ ਆ। ਉਹਦੇ ਲਈ ਕੀ ਆ ਕਿ ਆਪਾਂ ਨੂੰ ਟਾਈਮ ਵੀ ਲੱਗਦਾ। ਦੇਖੋ ਤੁਹਾਡੀਆਂ ਪ੍ਰੋਬਲਮਸ ਵੀ ਮੈਂ ਸਾਰੀਆਂ ਲੈਣੀਆਂ ਨੇ ਸਭ ਨੂੰ ਕੱਲੀ ਚੀਜ਼ ਸਮਝਾ ਕੇ ਚੱਲਣਾ ਹੈ ਅੱਗੇ ਤਾਂ ਕਿ ਅੱਗੇ ਪ੍ਰੋਬਲਮ ਨਾ ਆਵੇ। ਸੋ ਉਹਦੇ ਲਈ ਕੀ ਆਪਾਂ ਨੂੰ ਥੋੜਾ ਜਿਹਾ ਟਾਈਮ ਐਕਸਟਰਾ ਦੇਣਾ ਪੈਣਾ। ਉਹਦੇ ਲਈ ਮੈਂ ਇਹ ਚਾਹਨਾ ਕਿ ਤੁਸੀਂ ਘੱਟੋ ਘੱਟ ਆਹ ਵਾਲਾ ਸੰਡੇ ਤੇ ਅਗਲਾ ਸੰਡੇ ਇੱਕ ਕਲਾਸ ਮੇਰੀ ਐਕਸਟਰਾ ਲਗਾ ਲਓ ਜਿਸ 'ਚ ਮੈਂ ਤੁਹਾਡੀਆਂ ਪ੍ਰੋਬਲਮਸ ਅਸਾਈਨਮੈਂਟ ਦੀਆਂ ਜਿਹੜੀਆਂ ਉਹ ਸੋਲਵ ਕਰਵਾਵਾਂ। ਠੀਕ ਹੈ ਨਾ ਗੱਲ? ਓਕੇ ਸਰ ਠੀਕ ਹੈ। ਇਹਦੇ 'ਚ ਕੀ ਹੈ ਦੇਖੋ ਤੁਹਾਡਾ ਫਾਇਦਾ ਹੈ ਇੱਕ ਵਾਰ ਚੰਗੀ ਤਰ੍ਹਾਂ ਹੋ ਜਾਊਗੀ ਗੱਲ ਵੈਕਟਰਸ ਦੇ ਉੱਪਰ ਹਨਾ ਤਾਂ ਅੱਗੇ ਮੈਨੂੰ ਸਾਰਾ ਕੁਝ ਪੜ੍ਹਾਉਣਾ ਸੌਖਾ ਹੋ ਜਾਊਗਾ। ਮੈਂ ਇਹੀ ਗੱਲਾਂ ਤੁਹਾਨੂੰ ਉੱਥੇ ਜਾ ਕੇ ਸਮਝਾ ਰਿਹਾ ਹਾਂ ਉੱਥੇ ਡਾਊਟ ਆਉਣਗੇ ਤੁਹਾਡੇ ਦਿਮਾਗ 'ਚ ਫਿਰ ਉਹਦਾ ਕੋਈ ਫਾਇਦਾ ਨਹੀਂਗਾ। ਆਪਾਂ ਹੁਣੇ ਤੋਂ ਸਿੱਖ ਕੇ ਚੱਲੀਏ ਸਾਰਾ ਕੁਝ। ਸੋ ਤੁਸੀਂ ਕੱਲ ਨੂੰ ਸੰਡੇ ਨੂੰ ਇੱਕ ਕਲਾਸ ਮੇਰੀ ਲਗਾ ਲਓ 10 ਵਜੇ ਸਵੇਰੇ। ਠੀਕ ਹੈ ਜੀ ਗੱਲ? ਠੀਕ ਹੈ ਸਰ। ਸੋ ਕੱਲ ਸਾਰਿਆਂ ਨੇ ਇਹ ਯਾਦ ਰੱਖਿਓ ਦਿਮਾਗ 'ਚ ਤਾਜ਼ਾ ਰੱਖਿਓ ਇਸ ਗੱਲ ਨੂੰ ਭੁੱਲ ਨਾ ਜਾਇਓ ਕਿ ਸੰਡੇ ਸੀ ਜੇ ਅਸੀਂ ਭੁੱਲ ਗਏ ਤੁਹਾਡਾ ਬਹੁਤ ਦੇਖੋ ਤੁਹਾਨੂੰ ਕਿੰਨੀਆਂ ਗੱਲਾਂ ਨਵੀਆਂ ਪਤਾ ਲੱਗਣੀਆਂ ਹੋਣੀ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੀਆਂ। ਤੇ ਤੁਸੀਂ ਜਦੋਂ ਆਹ ਕੁਐਸਚਨਸ ਸਾਰੇ ਸੋਲਵ ਕਰ ਲਓਗੇ ਤੁਹਾਡਾ ਕੌਨਫੀਡੈਂਸ ਵਧ ਜਾਣਾ ਕਿ ਹਾਂ ਹੁਣ ਸਾਨੂੰ ਗੱਲਾਂ ਪਤਾ ਲੱਗ ਰਹੀਆਂ ਨੇ। ਨਹੀਂ ਤਾਂ ਕੋਈ ਫਾਇਦਾ ਨਹੀਂ ਐਵੇਂ ਤੁਸੀਂ ਹਨੇਰੇ 'ਚ ਟੱਕਰਾਂ ਮਾਰੀ ਜਾਓਗੇ ਬਾਅਦ ਵਿੱਚ ਅੱਗੇ ਜਾ ਕੇ ਵੀ। ਇਸ ਲਈ ਤੁਸੀਂ ਮੈਨੂੰ ਕੱਲ ਦਾ ਟਾਈਮ ਦਿਓ। ਕੱਲ 10 ਵਜੇ ਤੋਂ ਲੈ ਕੇ ਆਪਾਂ ਪ੍ਰੋਬਲਮਸ ਲਵਾਂਗੇ ਤੁਹਾਡੀਆਂ। ਕਲਾਸ ਦੀ ਲੈਂਥ ਉਹੀ 1.5 ਘੰਟਾ ਵੀ ਹੋ ਸਕਦੀ ਹੈ, ਘੰਟਾ ਵੀ ਹੋ ਸਕਦੀ ਹੈ, ਸਵਾ ਘੰਟਾ ਵੀ ਹੋ ਸਕਦੀ ਹੈ।
ਡਿਪੈਂਡਿੰਗ ਅਪਨ ਕਿ ਮੇਰੇ 'ਚ ਕਿੰਨੀ એનર્ਜੀ ਹੋਊਗੀ। ਠੀਕ ਹੈ, ਸੋ ਕੱਲ ਨੂੰ ਆਪਾਂ 10 ਵਜੇ ਕਲਾਸ ਲਾਣੀ ਸਾਰਿਆਂ ਨੇ, ਇਹ ਗੱਲ ਯਾਦ ਰੱਖਿਓ। ਠੀਕ ਹੈ, ਓਕੇ ਸਰ। ਸੋ ਹੁਣ ਦੇਖੋ ਪੋਲੀਗਨ ਲਾਅ ਕਿਵੇਂ ਆ। ਹੁਣ ਪੋਲੀਗਨ ਲਾਅ ਬੜਾ ਸੌਖਾ ਆ ਕੰਮ ਵੈਸੇ ਤਾਂ। ਕੀ ਹੋ ਗਿਆ, ਦੁਬਾਰਾ ਸ਼ੇਅਰ ਕਰ ਲਵਾਂ। ਹਾਂਜੀ ਦੇਖੋ ਪੋਲੀਗਨ ਲਾਅ ਕਿਵੇਂ ਆ। ਪੋਲੀਗਨ ਕੀ ਹੁੰਦਾ ਤੁਹਾਨੂੰ ਪਤਾ ਹੈ, ਪੋਲੀਗਨ ਜਿਹਦੀ ਬਹੁਤ ਸਾਰੀ ਸਾਈਡਸ ਹੋਣ, ਇਹ ਗੱਲ ਤੁਹਾਨੂੰ ਪਤਾ ਹੀ ਹੋਣੀ ਆ। ਉਹ ਕਹਿੰਦੇ ਜੇ ਮੰਨ ਲਓ ਤੁਸੀਂ ਵੈਕਟਰ ਇੱਕ ਨਹੀਂ ਸੌਰੀ ਦੋ ਨਹੀਂ, ਦੋ ਤੋਂ ਵੱਧ ਐਡ ਕਰਨੇ ਹੋਣ ਤਾਂ ਕਿਵੇਂ ਕਰੋਗੇ। ਦੋ ਤੋਂ ਵੱਧ ਐਡ ਕਰਨ ਦਾ ਵੀ ਦੇਖੋ ਸਿੱਧਾ ਮਾਮਲਾ ਵਾ ਇਹਨੂੰ। ਦੇਖੋ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਇੱਕ ਤਾਂ ਵੈਕਟਰ ਹੈਗਾ ਆਹ, ਇੱਕ ਹੈਗਾ ਆ ਮੰਨ ਲਓ ਆਹ, ਇੱਕ ਹੋ ਗਿਆ ਮੰਨ ਲਓ ਕਿਸੇ ਵੀ ਡਾਇਰੈਕਸ਼ਨ 'ਚ ਹੋ ਸਕਦਾ, ਮੰਨ ਲਓ ਆਹ ਵੈਕਟਰ ਹੋ ਗਿਆ। ਠੀਕ ਹੈ, ਉਹ ਉੱਪਰਲਾ ਇਗਨੋਰ ਕਰ ਦਿਓ ਚਲੋ। ਤੇ ਇਸ ਆਹ ਵੀ ਤਿੰਨ ਵੈਕਟਰ ਐਡ ਕਰਨੇ, ਮੰਨ ਲਓ ਜਸਟ ਮੈਂ ਤਿੰਨ ਵੈਕਟਰ ਦੀ ਗੱਲ ਕਰਨਾ ਪਹਿਲਾਂ, ਕਿ ਤਿੰਨ ਵੈਕਟਰ ਮੈਂ ਐਡ ਕਰਨੇ ਆ। ਠੀਕ ਹੈ ਜੀ, ਹੁਣ ਤਿੰਨ ਵੈਕਟਰ ਐਡ ਕਰਨ ਲਈ ਜਿਹੜਾ ਲਾਅ ਹੈਗਾ ਉਹ ਕੋਈ ਵੱਖਰਾ ਨਹੀਂਗਾ, ਇਹ ਬੇਸਿਕਲੀ ਇਹਨੂੰ ਪੋਲੀਗਨ ਲਾਅ ਕਹਿੰਦੇ ਆਪਾਂ। ਟ੍ਰਾਇੰਗਲ ਲਾਅ ਵਾਂਗੂ ਹੀ ਕੰਮ ਕਰਦਾ ਇਹ। ਹੁਣ ਇਹਨੂੰ ਇਹ 'ਚ ਕੀ ਕਰਾਂਗੇ, ਇਹਦਾ ਵੈਕਟਰ ਦਾ ਨਾਮ ਰੱਖ ਦਈਏ ਆਪਾਂ ਪਹਿਲਾਂ ਗੱਲ ਤਾਂ A ਵੈਕਟਰ, ਇਹਦਾ ਨਾਮ ਰੱਖ ਦਿੰਦੇ ਆਪਾਂ B ਵੈਕਟਰ, ਤੇ ਇਹਦਾ ਨਾਮ ਰੱਖਦੇ ਆਪਾਂ C ਵੈਕਟਰ। ਹੁਣ ਪੋਲੀਗਨ ਲਾਅ ਕਿਵੇਂ ਕੰਮ ਕਰਦਾ, ਉਹਦਾ ਜਿਓਮੈਟ੍ਰਿਕਲੀ ਪੋਲੀਗਨ ਲਾਅ ਕਿਵੇਂ ਕੰਮ ਕਰਦਾ ਦੇਖੋ। ਉਹਦੇ ਲਈ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਪਹਿਲਾਂ ਸਭ ਤੋਂ ਪਹਿਲਾਂ ਆਪਾਂ A ਵੈਕਟਰ ਨੂੰ ਡਰਾ ਕਰਦੇ ਹਾਂ, ਜਿੱਥੇ ਵੀ ਡਰਾ ਕਰਨਾ, ਜਿਵੇਂ ਵੀ ਹੈਗਾ A ਵੈਕਟਰ। ਆ A ਵੈਕਟਰ ਡਰਾ ਕਰ ਲਿਆ। ਉਸ ਤੋਂ ਬਾਅਦ ਆਪਾਂ B ਵੈਕਟਰ ਡਰਾ ਕਰਦੇ ਹਾਂ ਇੱਥੋਂ, ਤੇ B ਵੈਕਟਰ ਦੇਖ ਲਓ ਜਿੱਧਰ ਨੂੰ ਹੈਗਾ ਮੈਂ ਉਧਰ ਨੂੰ ਡਰਾ ਕਰ ਰਿਹਾ। ਦੇਖੋ B ਵੈਕਟਰ ਚੱਕ ਕੇ ਉਹਨੂੰ ਐਸਾ ਹੀ ਰੱਖਣਾ ਸਾਹਮਣੇ। ਇਸ ਤੋਂ ਬਾਅਦ ਆਪਾਂ C ਵੈਕਟਰ ਡਰਾ ਕਰਨਾ ਇੱਥੋਂ, C ਦੇਖੋ ਇੱਧਰ ਨੂੰ ਆ ਥੋੜਾ ਜਿਹਾ, ਇਦਾਂ ਨੂੰ ਥੋੜਾ ਟੇਢਾ ਜਿਹਾ, ਦੇਖੋ ਆਇਆ, ਬਸ ਇਹਨੇ ਰੱਖ ਲਓ। ਹੁਣ ਕੀ ਹੈ, ਤਿੰਨ ਵੈਕਟਰ ਹੋ ਗਏ। ਹੁਣ ਆ ਹੈਗਾ ਆਪਣਾ A ਵੈਕਟਰ, ਇਹ ਹੈਗਾ ਆਪਣਾ B ਵੈਕਟਰ, ਇਹ ਹੈਗਾ ਆਪਣਾ C ਵੈਕਟਰ। ਤਾਂ ਪੋਲੀਗਨ ਲਾਅ ਦੇ ਹਿਸਾਬ ਨਾਲ ਉਹ ਕਹਿੰਦੇ ਜਿਹੜਾ ਰਿਜ਼ਲਟੈਂਟ ਹੋਏਗਾ ਤੁਹਾਡਾ, ਰਿਜ਼ਲਟੈਂਟ ਤੁਹਾਡਾ ਹੋਏਗਾ ਆਹ ਵਾਲਾ ਵੈਕਟਰ। ਠੀਕ ਹੈ, ਆਹ ਵੈਕਟਰ ਹੋਏਗਾ ਆਪਣਾ ਰਿਜ਼ਲਟੈਂਟ। ਰਿਜ਼ਲਟੈਂਟ ਦਾ ਮੈਂ ਲਿਖ ਵੀ ਦਿੰਦਾ ਭਾਵੇਂ। ਆਹ ਰਿਜ਼ਲਟੈਂਟ ਜਿਹੜਾ ਹੈ ਇਹ ਵੈਕਟਰ ਬੇਸਿਕਲੀ ਬਣ ਗਿਆ ਆਪਣਾ A ਵੈਕਟਰ ਪਲੱਸ B ਵੈਕਟਰ ਪਲੱਸ C ਵੈਕਟਰ। ਤਿੰਨ ਵੈਕਟਰ ਨੂੰ ਐਡ ਕਰਕੇ ਬਣਿਆ ਆਹ ਨਵਾਂ ਰਿਜ਼ਲਟੈਂਟ ਆਇਆ ਆਪਣਾ ਹੁਣ R ਵੈਕਟਰ, ਤਿੰਨਾਂ ਨੂੰ ਜੋੜ ਕੇ ਆਇਆ। ਸੋ ਪੋਲੀਗਨ ਲਾਅ ਵੀ ਉਵੇਂ ਕੰਮ ਕਰ ਰਿਹਾ ਜਿਵੇਂ ਟ੍ਰਾਇੰਗਲ ਲਾਅ ਕੰਮ ਕਰ ਰਿਹਾ। ਹੁਣ ਇਹ 'ਚ ਇਸ ਤੋਂ ਵੱਧ ਵੀ ਹੋ ਸਕਦੇ ਸਾਈਡਸ। ਅੱਛਾ ਤੁਸੀਂ ਐ ਕਰੋ, ਹੁਣ ਆਪਾਂ ਐ ਕਰਦੇ ਆ, ਇਹਨੂੰ ਜੋੜ ਕੇ ਦਿਖਾਣੇ ਕਿ ਕਾਇਆ ਕਿਵੇਂ ਆ। ਤੁਸੀਂ ਐ ਕਰੋ, ਉੱਪਰਲਾ ਭੁੱਲ ਜਾਓ ਸਾਰਾ ਕੁਝ, ਪਹਿਲਾਂ ਦੋ ਵੈਕਟਰ ਨੂੰ ਦੇਖੋ। ਪਹਿਲਾਂ ਤੁਸੀਂ ਸਿਰਫ ਦੋ ਵੈਕਟਰ ਦੇਖੋ। ਜੇ A ਵੈਕਟਰ ਤੇ B ਵੈਕਟਰ ਨੂੰ ਜੋੜਨਾ ਹੁੰਦਾ ਤਾਂ ਰਿਜ਼ਲਟੈਂਟ ਦੱਸੋ ਆਹ ਆਣਾ ਸੀ ਕਿ ਨਹੀਂ, ਟ੍ਰਾਇੰਗਲ ਲਾਅ ਦੇ ਹਿਸਾਬ ਨਾਲ। ਹਾਂਜੀ ਸਰ। ਆਹ ਵੈਕਟਰ ਆਂਦਾ ਤਾਂ ਇਹਦਾ ਵੈਕਟਰ ਦਾ ਨਾਮ ਹੋਣਾ ਸੀ A ਵੈਕਟਰ ਪਲੱਸ B ਵੈਕਟਰ ਹੋਣਾ ਸੀ ਕਿ ਨਹੀਂ, ਹੈਨਾ। ਹਾਂਜੀ ਸਰ। ਆ ਹੁਣ ਜੇ ਤੁਸੀਂ ਹੁਣ A ਪਲੱਸ B ਆ ਗਿਆ, ਹੁਣ ਤੁਸੀਂ A ਤੇ B ਨੂੰ ਨਿਚਲੇ ਨੂੰ ਭੁੱਲ ਜਾਓ, ਇਹਨੂੰ ਭੁੱਲ ਜਾਓ, ਇਹ ਤਾਂ ਐਡ ਹੋ ਗਿਆ, ਇਹ ਤਾਂ ਐਡ ਹੋ ਗਿਆ, ਬਣ ਗਿਆ। ਹੁਣ ਆ A ਪਲੱਸ B ਵੈਕਟਰ ਤੇ ਆ C ਵੈਕਟਰ ਆ ਇਹਨਾਂ ਦੋਨਾਂ ਦੇ ਵੀ ਟ੍ਰਾਇੰਗਲ ਵਾਲਾ ਗਿਆ ਨਾ। ਦੇਖੋ ਆ ਇੱਥੇ ਆ ਕੇ ਇੱਥੇ ਖਤਮ ਹੋ ਰਿਹਾ, ਇੱਥੋਂ ਇਹ ਸ਼ੁਰੂ ਹੋ ਰਿਹਾ। ਤਾਂ ਇਹਨਾਂ ਦੋਨਾਂ ਨੂੰ ਜੋੜ ਕੇ ਫਿਰ ਆ ਗਿਆ। ਦੇਖੋ ਇਹ 'ਚ A ਪਲੱਸ B ਪਲੱਸ C ਬਣ ਗਿਆ। ਸੋ ਇਸ ਲਈ ਪੋਲੀਗਨ ਲਾਅ ਲਗਾਉਣਾ ਬਹੁਤ ਆਸਾਨ ਆ ਕਿ ਤੁਸੀਂ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਹੋਰ ਲਾ ਦਿੰਦਾ ਇਹ 'ਚ ਨਾਲ ਵੈਕਟਰ, ਕਿ ਜੇ ਮੰਨ ਲਓ ਇੱਕ ਹੋਰ ਵੈਕਟਰ ਹੋਵੇ, ਚੌਥਾ ਵੈਕਟਰ ਵੀ ਨਾਲ ਜੋੜ ਦਿੰਦੇ ਆਪਾਂ। ਇੱਥੋਂ ਇੱਕ ਐ ਕਰ ਦਿੰਦੇ ਆ, ਚੌਥਾ ਵੈਕਟਰ ਐ ਜੋੜ ਦਿੰਦੇ, ਆਹ ਵਾਲਾ ਵੈਕਟਰ ਜੋੜ ਦਿੰਦੇ ਆ ਇੱਕ ਹੋਰ ਵੈਕਟਰ, ਤੇ ਬਸ ਚਾਰ ਨੂੰ ਜੋੜਦੇ ਆ। ਚਲੋ ਸੋ ਆ ਕੀ ਆ D ਵੈਕਟਰ ਹੋ ਗਿਆ ਮੰਨ ਲਓ। ਹੁਣ ਇਹਨਾਂ ਨੂੰ ਜੋੜਨਾ ਤੁਸੀਂ ਤਾਂ ਪੋਲੀਗਨ ਲਾਅ ਨਾਲ ਜੋੜ ਸਕਦੇ ਹੋ। ਪੋਲੀਗਨ ਲਾਅ ਨਾਲ ਜੋੜਨ ਲਈ ਕੀ ਕਰਨਾ ਹੁੰਦਾ, ਸਾਰਿਆਂ ਨੂੰ ਇੱਕ ਦੂਜੇ ਦੇ ਸਾਹਮਣੇ ਡਰਾ ਕਰਨਾ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਹੁਣ ਮੈਂ ਇੱਥੇ ਫਿਰ A ਨੂੰ ਡਰਾ ਕਰਾਂਗਾ ਪਹਿਲਾਂ, ਆ A ਹੋ ਗਿਆ। ਫਿਰ ਜਿੱਥੇ A ਖਤਮ ਹੁੰਦਾ ਆ ਉੱਥੋਂ B ਹੋ ਗਿਆ। ਫਿਰ ਜਿੱਥੇ B ਖਤਮ ਹੁੰਦਾ ਹੈ ਉੱਥੇ ਭਾਵੇਂ C ਲਿਖੋ ਭਾਵੇਂ D ਲਿਖੋ, ਕੋਈ ਫਰਕ ਨਹੀਂ ਪੈਂਦਾ। ਆ C ਹੋ ਗਿਆ ਜਿਵੇਂ ਪਹਿਲਾਂ ਆਇਆ ਸੀ। ਫਿਰ ਇੱਥੋਂ ਬਾਅਦ D ਹੋ ਗਿਆ, ਹਨਾ। D ਆ ਰਿਹਾ ਦੇਖੋ ਸਾਹਮਣੇ, ਆ ਚਲਾ ਗਿਆ। ਸੋ ਇਹ ਜਿਹੜੇ ਆਪਣੇ ਵੈਕਟਰ ਬਣੇ, ਆ ਹੈਗਾ ਆਪਣਾ A ਵੈਕਟਰ, ਇਹ ਹੈਗਾ ਆਪਣਾ B ਵੈਕਟਰ,
ਇਹ ਹੈਗਾ C ਵੈਕਟਰ, ਆ ਹੈਗਾ ਵਾ D ਵੈਕਟਰ, ਤੇ ਤੁਹਾਡਾ ਜਿਹੜਾ ਰਿਜ਼ਲਟੈਂਟ ਆਊਗਾ ਹੁਣ ਰਿਜ਼ਲਟੈਂਟ ਤੁਹਾਡਾ ਆ ਆਊਗਾ ਇੱਥੋਂ ਲੈ ਕੇ ਇੱਥੇ ਤੱਕ। ਤੇ ਇਹਨੂੰ ਡਿਸਪਲੇਸਮੈਂਟ ਵਾਂਗੂ ਆਪਾਂ ਐਂ ਸੋਚਦੇ ਹਾਂ ਨਾ ਕਿ ਜੇ ਮੰਨ ਲਓ ਇੱਕ ਬੰਦਾ ਇੱਥੋਂ ਇੱਥੇ ਗਿਆ, ਫਿਰ ਇੱਥੋਂ ਇੱਥੇ ਗਿਆ, ਫਿਰ ਇੱਥੋਂ ਇੱਥੇ ਗਿਆ, ਫਿਰ ਇੱਥੋਂ ਇੱਥੇ ਗਿਆ, ਤਾਂ ਅਸਲ ਵਿੱਚ ਬੰਦਾ ਕਿੱਥੋਂ ਕਿੱਥੇ ਗਿਆ? ਇੱਥੋਂ ਗਿਆ ਸੀ ਸਿੱਧਾ ਇੱਥੇ ਤੱਕ ਗਿਆ, ਤਾਂ ਉਹੀ ਕਲੋਜ਼ਿੰਗ ਸਾਈਡ ਬਣ ਜਾਂਦੀ ਆ। ਤੇ ਇਸ ਨੂੰ ਆਪਾਂ ਕੀ ਕਵਾਂਗੇ ਹੁਣ? A ਵੈਕਟਰ ਪਲੱਸ B ਵੈਕਟਰ ਪਲੱਸ C ਵੈਕਟਰ ਪਲੱਸ D ਵੈਕਟਰ। ਬਣਾ ਤੁਸੀਂ ਉਵੇਂ ਹੀ ਸਕਦੇ ਹੋ ਜਿਵੇਂ ਤੁਸੀਂ ਟ੍ਰਾਇੰਗਲ ਨਾਲ ਲਗਾਉਂਦੇ ਹੋ, ਜਿਵੇਂ A ਤੇ B ਨੂੰ ਜੋੜੋਗੇ ਤਾਂ ਆ ਆਊਗਾ ਇੱਥੇ ਤੱਕ। ਕਿੱਦਾਂ ਭੈੜਾ ਬਣ ਗਿਆ, ਠੀਕ ਆ। A ਤੇ B ਨੂੰ ਜੋੜੋਗੇ ਤਾਂ ਆ ਆਊਗਾ ਪਹਿਲਾਂ ਤਾਂ ਆ ਜਿਹੜਾ ਆਊਗਾ ਇਹਨੂੰ ਕੀ ਕਵਾਂਗੇ ਆਪਾਂ? A plus B। ਹੁਣ A plus B ਚ C ਨੂੰ ਜੋੜੋਗੇ, ਜਿਵੇਂ ਇੱਕ ਹੀ ਕਰਕੇ ਜੋੜਦੇ ਨਾ ਆਪਾਂ, ਤਾਂ A plus B ਚ C ਨੂੰ ਜੋੜੋਗੇ ਤਾਂ ਆ ਆਊਗਾ, ਫਿਰ ਆ ਜਾਊਗਾ ਨਾ। ਦੇਖੋ ਫਿਰ ਆ ਇਹਦੇ ਚ ਆ ਦੋਨੋਂ ਜੁੜੇ ਨੇ, ਪਿੰਕ ਵਾਲਾ ਤੇ ਬਲੈਕ ਵਾਲਾ ਵੈਕਟਰ ਜੁੜਿਆ ਵਾ। ਆ ਬਣ ਜਾਊਗਾ ਆਪਣਾ A ਵੈਕਟਰ ਪਲੱਸ B ਵੈਕਟਰ ਤੇ ਪਲੱਸ C ਵੈਕਟਰ, ਕਿਉਂਕਿ ਇਸ ਨੂੰ ਇਸ ਵੈਕਟਰ ਨਾਲ ਜੋੜਿਆ ਗਿਆ ਵਾ। ਆ ਟ੍ਰਾਇੰਗਲ ਆ ਵਾਲੀ ਦੇਖੋ ਤੁਸੀਂ, ਫਿਰ ਇਹਦੇ ਚ ਜਦੋਂ D ਜੋੜੋਗੇ ਆ ਵੀ ਟ੍ਰਾਇੰਗਲ ਆਉਣਗੇ, ਆ ਵੀ ਟ੍ਰਾਇੰਗਲ, ਆ ਵੀ ਟ੍ਰਾਇੰਗਲ, ਆ ਟ੍ਰਾਇੰਗਲ ਆ, ਸਾਰੇ ਟ੍ਰਾਇੰਗਲ ਲਾ ਕੇ ਮੁੜ ਕੇ ਇੱਥੇ ਪਹੁੰਚ ਗਏ ਤੁਸੀਂ। ਦੇਖੋ ਕਿੰਨਾ ਸੌਖਾ ਹੈ, ਇਹ ਚ ਕੋਈ ਪ੍ਰੋਬਲਮ ਹੈ ਕਿਸੇ ਨੂੰ? नो सर। ਸੋ ਇਹਨੂੰ ਸਟੇਟਮੈਂਟ ਕਿਵੇਂ ਹੁੰਦੀ ਹੈ ਦੀਦੀ? ਇਹਦੀ ਸਟੇਟਮੈਂਟ ਪਤਾ ਕਹਿੰਦੇ ਨੇ? ਉਹ ਦੇਖੋ ਅੰਗਰੇਜ਼ੀ ਚ ਕਿਵੇਂ ਲਿਖਦੇ ਨੇ ਤੁਹਾਡੀ ਕਿਤਾਬਾਂ ਵਿੱਚ। ਉਹ ਕਹਿੰਦੇ ਨੇ if more than two or more than two vectors represent the sides, adjacent sides of a polygon taken in same order, then the closing side of the polygon taken in opposite order represents its resultant by its magnitude as well as direction. So ਆ ਆਪਣਾ ਰਿਜ਼ਲਟੈਂਟ ਬਣ ਜਾਂਦੀ ਹੈ। ਸੋ ਪੋਲੀਗਨ ਲਾਅ ਬਹੁਤ ਸੌਖਾ ਹੈ। ਪੋਲੀਗਨ ਲਾਅ ਲਗਾਉਣਾ ਟ੍ਰਾਇੰਗਲ ਲਾਅ ਦਾ ਹੀ ਅੱਗੇ ਹੋਗਾ। ਹੁਣ ਉਹਨੂੰ ਟ੍ਰਾਇੰਗਲ ਦੇ ਬਾਰ-ਬਾਰ ਆਪਾਂ ਸੋਚ ਕੇ ਜ਼ਿਆਦਾ ਆਸਾਨੀ ਨਾਲ ਇੱਥੇ ਕਰ ਲੈਂਦੇ ਆ। ਪੈਰਲਲੋਗ੍ਰਾਮ ਲਾਅ ਦੇ ਬਾਰੇ ਗੱਲ ਘੱਟ ਕਰਦੇ ਆ, ਘਰ ਜਿਵੇਂ ਮਰਜ਼ੀ ਸਕਦੇ ਆ। ਹੁਣ ਕਹਿਣ ਦਾ ਭਾਵੇਂ ਇਹ ਦੇਖੋ, ਤੁਹਾਨੂੰ ਮੈਂ ਇੱਕ ਪ੍ਰੈਕਟੀਕਲ ਗੱਲ ਦੱਸ ਦੇਣਾ ਇਹ 'ਚ ਪੋਲੀਗਨ ਲਾਅ ਦੀ, ਕਿ ਹੁਣ ਜਿਵੇਂ ਮੈਂ ਉਹਨੂੰ ਪੁੱਛਿਆ ਸੀ ਹੁਸਨਮੀਦ ਨੂੰ, ਮੈਂ ਕਿਹਾ ਆ ਲਿਆ ਫੋਰਸ ਲੱਗ ਰਹੇ ਨੇ, ਦੱਸ ਫਿਰ ਫੋਰਸ ਕਿੱਧਰ ਨੂੰ ਲੱਗੂਗਾ, ਆ ਉਹਦਾ ਕੋਈ ਅੰਦਾਜ਼ਾ ਲਾ ਸਕਦੇ ਆ ਆਪਾਂ? ਤਾਂ ਲਾ ਲਿਆ ਸੀ ਆਪਾਂ। ਹੁਣ ਮੰਨ ਲਓ ਕੋਈ ਆਬਜੈਕਟ ਆ, ਆ ਆਬਜੈਕਟ ਆ, ਇੱਥੇ ਇਸ ਜਗ੍ਹਾ ਤੇ ਇੱਕ ਆਬਜੈਕਟ ਆ, ਇੱਥੇ ਇੱਕ ਆਬਜੈਕਟ ਆ ਉਹ, ਉਸ ਆਬਜੈਕਟ ਨੂੰ ਕਈ ਸਾਰੇ ਫੋਰਸ ਲੱਗ ਰਹੇ ਨੇ, ਮੰਨ ਲਓ ਕਈ ਸਾਰੇ ਫੋਰਸ, ਤੇ ਇਹਨੂੰ ਮੰਨ ਲਓ ਇੱਕ ਫੋਰਸ ਤਾਂ ਇਧਰੋਂ ਲੱਗ ਰਿਹਾ ਐਂ ਕਰਕੇ, ਫੋਰਸ ਹੀ ਲਗਾ ਦੇਣਾ ਨਾ ਤੁਹਾਨੂੰ, ਮੈਂ ਫੋਰਸ ਹੀ ਲਗਾ ਰਿਹਾ ਮੈਂ ਇੱਕ ਤਰ੍ਹਾਂ ਦੀ ਉਹ ਕਰਦੇ ਹੋਏ, ਤੇ ਇੱਕ ਫੋਰਸ ਲੱਗ ਰਿਹਾ ਐਂ ਕਰਕੇ। ਹੁਣ ਪ੍ਰੈਕਟੀਕਲੀ ਸਮਝਿਓ ਧਿਆਨ ਨਾਲ ਕੀ ਕਰ ਰਿਹਾ ਮੈਂ, ਤੇ ਇੱਕ ਫੋਰਸ ਲੱਗ ਰਿਹਾ ਐ ਕਰਕੇ, ਨਹੀਂ ਐ ਨਹੀਂ ਇਧਰੋਂ ਐ ਕਰਕੇ, ਤੇ ਇੱਕ ਫੋਰਸ ਇਹਨੂੰ ਲੱਗ ਰਿਹਾ ਐ ਕਰਕੇ। ਹੁਣ ਆ ਵਾਲੇ 4 ਫੋਰਸ ਲੱਗ ਰਹੇ ਨੇ ਇਹਨੂੰ, ਤੇ ਆਪਾਂ ਦੇਖਣਾ ਵੀ ਟੋਟਲ ਨੈਟ ਫੋਰਸ ਕਿਵੇਂ ਲੱਗੂਗਾ, ਉਹਨੂੰ ਅੰਦਾਜ਼ਾ ਕਿਵੇਂ ਲਾਈਏ ਆਪਾਂ, ਕਿਹੜੀ ਡਾਇਰੈਕਸ਼ਨ ਚ ਹੋਊਗਾ ਨੈਟ ਫੋਰਸ। ਆ ਆਏਗਾ ਮੰਨ ਲਓ ਆਪਣਾ F1, ਇਹਦਾ ਨਾਮ ਰੱਖ ਦਿਓ F2, ਇਹਦਾ ਨਾਮ ਰੱਖ ਦਿਓ F3, ਇਹਦਾ ਨਾਮ ਰੱਖ ਦਿਓ F4। ਤੁਸੀਂ ਕਰਨਾ ਕੀ ਹੈ, ਦੇਖੋ F1 ਤੇ F4 ਤੁਹਾਨੂੰ ਲੱਗ ਰਿਹਾ ਨਾ ਇੱਕ ਦੂਜੇ ਨੂੰ ਖਤਮ ਕਰ ਦੇਣਗੇ, ਕੈਂਸਲ ਕਰ ਦੇਣਗੇ, ਵੈਸੇ ਆਪਣੇ ਆਪ ਉਹ ਚ ਵੀ ਆ ਜਾਊਗਾ ਆਪਣੇ ਆਪ ਹੀ। ਪੈਰਲਲੋਗ੍ਰਾਮ ਲਾਅ ਲਗਾਉਣ ਜਾ ਰਿਹਾ ਮੈਂ ਇਹਨੂੰ, ਹੁਣ ਕਿਵੇਂ ਲਾਵਾਂਗਾ ਮੈਂ? ਉਹਦੇ ਲਈ ਜਿਓਮੈਟ੍ਰਿਕਲੀ ਇਹਨੂੰ ਅਪਲਾਈ ਕਰੂੰਗਾ। ਦੇਖੋ ਪਹਿਲਾਂ ਮੈਂ F1 ਵੈਕਟਰ ਡਰਾ ਕਰੂੰਗਾ, ਪਹਿਲਾਂ ਮੈਂ F1 ਵੈਕਟਰ ਡਰਾ ਕਰੂੰਗਾ, ਮੰਨ ਲਓ ਐਂ ਡਰਾ ਕਰ ਦਿੰਦਾ, F1 ਵੈਕਟਰ ਡਰਾ ਕਰ ਲਿਆ। ਫਿਰ ਇੱਥੋਂ F2 ਡਰਾ ਕਰੂੰਗਾ, F2 ਇੱਧਰ ਨੂੰ ਆ, F3 ਇੱਥੋਂ ਚੱਕ ਕੇ ਡਰਾ ਕਰੂੰਗਾ, ਉਹ ਇੱਧਰ ਨੂੰ ਆ, F4 ਕਿੱਧਰ ਨੂੰ ਆ, ਉਹ ਇੱਧਰ ਨੂੰ ਆ। ਤੁਸੀਂ ਦੇਖੋ ਆ F3 ਆ, ਦੇਖੋ ਸੇਮ ਚੱਕ ਕੇ ਮੈਂ ਇੱਥੇ ਰੱਖਿਆ, ਇਹ F4 ਆ, ਇਹਨੂੰ ਚੱਕ ਕੇ ਮੈਂ ਇੱਥੇ ਰੱਖਤਾ, F2 ਆ ਉਹ ਇੱਥੇ ਰੱਖਤਾ, F1 ਇੱਥੇ ਰੱਖਤਾ। ਤਾਂ ਜਿਹੜਾ ਨੈਟ ਜਿਹੜਾ ਫੋਰਸ ਆਊਗਾ ਤੁਹਾਡਾ, ਨੈਟ ਰਿਜ਼ਲਟੈਂਟ ਆਊਗਾ, ਉਹ ਕੀ ਆਊਗਾ? ਉਹ ਇੱਥੋਂ ਇੱਥੇ ਤੱਕ ਆ ਆਪਣਾ ਫੋਰਸ ਹੋਊਗਾ ਜਿਹੜਾ ਇਹਨਾਂ ਸਾਰਿਆਂ ਦਾ ਜੋੜ ਹੋਊਗਾ, ਤੇ ਇਸ ਡਾਇਰੈਕਸ਼ਨ 'ਚ ਹੀ ਉਸ ਆਬਜੈਕਟ ਨੇ ਮੂਵ ਕਰਨਾ ਹੈ ਅਸਲ ਵਿੱਚ। ਤੇ ਤੁਸੀਂ ਦੇਖ ਲਓ ਇਹ 4 ਫੋਰਸ ਇੱਧਰ ਨੂੰ ਮੂਵ ਕਰਾਉਣਗੇ ਇਹਨੂੰ, ਇਹ ਦੋਨੋਂ ਲਗਭਗ ਕੈਂਸਲ ਕਰ ਦੇਣਗੇ ਇੱਕ ਦੂਜੇ ਨੂੰ, ਥੋੜਾ ਬਹੁਤਾ ਬਚ ਵੀ ਗਿਆ। ਤਾਂ ਇਹਨਾਂ ਦੋਨਾਂ ਨੇ ਮਿਲ ਕੇ ਇੱਧਰ ਨੂੰ ਆਪਣਾ ਜੋਰ ਲਾਇਆ ਹੋਇਆ ਉਹਨੂੰ। ਤੇ ਤੁਹਾਨੂੰ ਪਤਾ ਕਿਵੇਂ ਲੱਗ ਰਿਹਾ? ਪੋਲੀਗਨ ਲਾਅ ਤੋਂ ਪਤਾ ਲੱਗ ਰਿਹਾ। ਦੇਖੋ ਕਿੰਨਾ ਸੌਖਾ ਕੰਮ।
ਸਮਝ ਲੱਗ ਰਹੀ ਗੱਲ? यस सर। ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਬੜੀ ਇੰਪੋਰਟੈਂਟ ਗੱਲ ਆ, ਉਹ ਹੈਗੀ ਕੰਪੋਨੈਂਟਸ ਆਫ ਅ ਵੈਕਟਰ। ਇਹਦੇ ਵਿੱਚ ਹੀ ਕਰਦੇ ਹਾਂ ਅੱਜ ਆਪਾਂ ਕੰਮ, ਅੱਜ ਆਪਾਂ ਉਸ 'ਚ ਨਹੀਂ ਜਾਂਦੇ। ਕੰਪੋਨੈਂਟਸ ਆਫ ਅ ਵੈਕਟਰ, ਵੀ ਕਿਸੇ ਇੱਕ ਵੈਕਟਰ ਦੇ ਕੰਪੋਨੈਂਟਸ ਦੱਸੋ ਕੀ ਹੁੰਦੇ ਨੇ। ਹੁਣ ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਪੈਨ ਹੋਵੇ, ਤੇ ਪੈਨ ਦੇ ਵੀ ਤਾਂ ਕੰਪੋਨੈਂਟ ਹੁੰਦੇ ਨੇ, ਇੱਕ ਕੈਪ ਹੁੰਦਾ ਆ, ਇੱਕ ਉਹਦੀ ਬਾਡੀ ਹੁੰਦੀ ਹੈ, ਇੱਕ ਉਹਦਾ ਅੰਦਰ ਰਿਫਿਲ ਹੁੰਦਾ ਆ, ਉਹ ਪੈਨ ਦੇ ਕੰਪੋਨੈਂਟ ਨੇ। ਆ ਜਿਹੜਾ ਲੈਪਟਾਪ ਆ ਇਹਦੀ ਵੀ ਸਕਰੀਨ ਆ, ਕੀਬੋਰਡ ਆ, ਇਹਦੇ ਨਾਲ ਸਾਰਾ ਕੁਝ ਜੋ ਕੁਝ ਵੀ ਅੰਦਰ ਸਮਾਨ ਹੈਗਾ ਉਹ ਇਹਦੇ ਕੰਪੋਨੈਂਟਸ ਨੇ। ਸੋ ਤੁਸੀਂ ਮੈਥਮੈਟਿਕਸ ਵਿੱਚ ਨੰਬਰਸ ਵਿੱਚ ਉਹਨੂੰ ਪਾਰਟੀਸ਼ਨ ਬੋਲਦੇ ਵੈਸੇ ਤਾਂ ਕੰਪੋਨੈਂਟਸ ਨੂੰ। ਦੋ ਚੀਜ਼ਾਂ ਤੁਸੀਂ ਵਰਤਦੇ ਹੋ ਨਾ, ਦੇਖੋ ਮੈਥਮੈਟਿਕਸ ਦੇ ਵਿੱਚ ਮੰਨ ਲਓ ਹੁਣ 6 ਆ ਤੇ ਉਹਨੂੰ 2 ਗੁਣਾ 3 ਲਿਖ ਸਕਦੇ ਹੋ ਤੁਸੀਂ? हाँ जी सर। 6 ਦੇ ਕੀ ਨੇ ਦੱਸੋ ਮੈਨੂੰ? कंपोनेंट फैक्टर नहीं नहीं कंपोनेंट नहीं है, कंपोनेंट इस तरह फैक्टर फैक्टर सर। फैक्टर ने एग्जैक्टली। हिमानी दा क्वेश्चन है सर पॉलीगन लॉ दे विच रिजल्टेंट दा मैग्नीट्यूड वैक्टर्स दे मैग्नीट्यूड दे सिंपल सम होएगा? नहीं जी बिल्कुल भी नहीं होएगा। ਉਹਦੇ 'ਚ ਵੀ ਆਪਾਂ ਨੂੰ ਉਹ ਰਿਪੀਟਿਡਲੀ ਉਹ ਬਾਰ-ਬਾਰ ਲਗਾਉਣੇ ਪੈਣੇ ਆ ਜਿਹੜੇ ਲਾਜ਼ ਨੇ ਆਪਣੇ ਕੋਲ, ਉਹ 'ਚ ਸਿੰਪਲ ਸਮ ਨਹੀਂ ਹੋਏਗਾ। ਸਿੰਪਲ ਸਮ ਕਿਉਂਕਿ ਪੋਲੀਗਨ ਲॉ ਵੀ ਹੈ ਤਾਂ ਵੈਕਟਰ ਐਡੀਸ਼ਨ ਆ, a + b + c + d ਵੈਕਟਰ, इसलिए नहीं होएगा। सो आज तिने की ने दो फैक्टर्स ने, फैक्टर्स कह दिंदे आ, डिवाइजर्स भी कह दिंदे आ, फैक्टर्स ने ये दो 6 दे। पर जे मैं 6 ਨੂੰ 1/5 ਲਿਖ ਦਵਾਂ ਤਾਂ 1 ਤੇ 5 ਜਿਹੜੇ ਨੇ ਇਹਦੇ ਮੈਂ ਪਾਰਟੀਸ਼ਨ ਬੋਲਦੇ ਆ ਵੈਸੇ ਅਸੀਂ ਮੈਥਮੈਟਿਕਸ, ਪਰ ਆਪਾਂ ਇਥੇ ਕੰਪੋਨੈਂਟਸ ਕਹਿ ਸਕਦੇ ਆ, ਕੰਪੋਨੈਂਟ ਨੇ ਹੁਣ ਇਹਦੇ। ਜੇ ਮੈਂ ਇਹਨੂੰ ਲਿਖ ਦਵਾਂ 2/4 ਤਾਂ ਆ ਵੀ ਇਹਦੇ ਕੰਪੋਨੈਂਟ ਨੇ। ਜੇ ਮੈਂ ਇਹਨੂੰ ਲਿਖ ਦਵਾਂ 1.5 / 4.5 ਆ ਵੀ ਇਹਦੇ ਕੰਪੋਨੈਂਟ ਨੇ। ਜੇ ਮੈਂ ਲਿਖ ਦਵਾਂ 8 - -2 ਤਾਂ ਆਹ ਵੀ ਇਹਦੇ ਕੰਪੋਨੈਂਟ ਨੇ। ਜਿਹੜਾ ਤੁਸੀਂ ਦੇਖੋ ਮੈਨੂੰ ਇਨਬਾਕਸ ਮੈਸੇਜ ਕਰ ਰਹੇ ਹੋ, ਤੁਸੀਂ ਇਹ ਨਾ ਇੱਥੇ ਪੁੱਛ ਲਿਆ ਕਰੋ ਸਾਰਿਆਂ ਸਾਹਮਣੇ, ਉਹ ਬੈਟਰ। ਮੈਨੂੰ ਮੈਂ ਇੱਧਰ ਕਈ ਵਾਰ ਕਰਾ ਰਿਹਾ, ਮੈਨੂੰ ਫਿਰ ਉੱਧਰ ਦੇਖਣਾ ਪੈਂਦਾ। ਹੁਣ ਹੁਸਨਮੀਤ ਦਾ ਕੁਐਸਚਨ ਹੈ ਸਰ ਹਾਊ ਵਿਲ ਵੀ ਫਾਈਂਡ ਰਿਜ਼ਲਟੈਂਟ ਆਫ 3 ਵੈਕਟਰਸ? ਸੋ ਰਿਜ਼ਲਟੈਂਟ ਆਫ 3 ਵੈਕਟਰ ਵੀ ਦੇਖੋ ਉਵੇਂ ਨਿਕਲੇਗਾ ਜਿਵੇਂ ਆਪਾਂ ਪਹਿਲਾਂ ਤਾਂ 2 ਵੈਕਟਰ ਦਾ ਰਿਜ਼ਲਟੈਂਟ ਨਿਕਲੇਗਾ ਆਪਣਾ a ਤੇ b ਦਾ, a² + b² + 2ab cos θ। ਜਦੋਂ ਉਹ ਮਿਲ ਗਿਆ ਆਪਾਂ ਨੂੰ ਉਹਦੀ ਡਾਇਰੈਕਸ਼ਨ ਵੀ ਇੰਪੋਰਟੈਂਟ ਹੁੰਦੀ ਆ, ਉਹ ਵੀ ਦੇਖਣੀ ਪੈਣੀ ਆ। ਸੋ ਕਹਿੰਦਾ ਮਤਲਬ ਇੰਨਾ ਸਿੱਧਾ ਮਾਮਲਾ ਤਾਂ ਨਹੀਂ ਰਹੇਗਾ ਕਿ ਕੋਈ ਫਾਰਮੂਲੇ 'ਚ ਉਹ ਹੋ ਜਾਵੇ। ਜਿਵੇਂ a ਵੈਕਟਰ ਹੋ ਗਿਆ, ਆ ਮੰਨ ਲਓ ਆ b ਵੈਕਟਰ ਹੋ ਗਿਆ ਮੰਨ ਲਓ, ਤੇ ਆ ਮੰਨ ਲਓ c ਵੈਕਟਰ ਹੋ ਗਿਆ। ਤਾਂ ਪਹਿਲਾਂ ਤਾਂ ਮੈਨੂੰ ਇਹਦੇ 'ਚ ਇਹੀ ਕਰਨਾ ਪਏਗਾ ਨਾ, ਪਹਿਲਾਂ ਤਾਂ ਮੈਨੂੰ a + b ਦਾ ਮੈਂ ਫਾਈਂਡ ਕਰ ਲੂੰਗਾ ਪਹਿਲਾਂ। ਹੋਰ ਕੁਝ ਸ਼ਾਰਟਕਟਸ ਤੇ ਵੀ ਗੱਲ ਕਰਾਂਗੇ ਆਪਾਂ ਬਾਅਦ ਵਿੱਚ, ਪਰ ਫਿਲਹਾਲ ਮੈਂ ਆ a + b। ਹੁਣ a ਦਾ ਤੁਸੀਂ ਇਹਦਾ ਰਿਜ਼ਲਟੈਂਟ ਦਾ ਤੁਸੀਂ ਪਤਾ ਕਰ ਸਕਦੇ ਹੋ ਨਾ, ਇਹਦਾ ਤੁਹਾਨੂੰ ਪਤਾ ਲੱਗ ਜਾਏਗਾ ਉਸ ਫਾਰਮੂਲੇ ਨਾਲ, a ਤੇ b ਦਾ ਐਂਗਲ ਦੇਖ ਕੇ ਆ ਵਾਲਾ ਥੀਟਾ। ਫਿਰ ਜਦੋਂ ਇਹ ਰਿਜ਼ਲਟੈਂਟ ਦਾ ਇਹਦੇ ਨਾਲ ਐਂਗਲ ਪਤਾ ਲੱਗ ਜਾਏ ਆਪਾਂ ਨੂੰ, ਆ ਇੱਥੋਂ ਆਪਾਂ ਨੂੰ ਆ ਐਂਗਲ ਦੀ ਜਾਣਕਾਰੀ ਰੱਖਣੀ ਪਏਗੀ ਫਿਰ, ਤੇ ਇਹਨਾਂ ਦਾ ਤਾਂ ਇਹਦਾ ਸਮ ਪਤਾ ਕਰਾਂਗੇ ਆਪਾਂ, ਉਹ ਵੀ ਆਪਾਂ ਟ੍ਰਾਇੰਗਲ ਵਾਲਾ ਫਾਰਮੂਲੇ ਨਾਲ ਕਰ ਸਕਦੇ ਹਾਂ। ਰਿਜ਼ਲਟੈਂਟ ਆਊਗਾ ਆਪਣਾ ਐਗਜ਼ੈਕਟਲੀ। ਸੋ ਅਕੋਰਡਿੰਗ ਟੂ ਸਿਚੁਏਸ਼ਨ, ਕਈ ਤਰ੍ਹਾਂ ਦੀ ਸਿਚੁਏਸ਼ਨ ਹੁੰਦੀਆਂ, ਸਿਮੈਟ੍ਰਿਕ ਸਿਚੁਏਸ਼ਨਸ ਦੀ ਜ਼ਿਆਦਾਤਰ ਆਉਂਦੀਆਂ ਨੇ ਇਹ 'ਚ, ਜਦੋਂ ਆਪਾਂ ਗੱਲ ਕਰਦੇ ਹਾਂ ਕੰਪੋਨੈਂਟ ਦੀ ਜ਼ਿਆਦਾ, ਉਹਨੂੰ ਜਦੋਂ ਜ਼ਿਆਦਾ ਵੈਕਟਰਸ ਵਿੱਚ ਡੀਲ ਕਰਦੇ ਆਪਾਂ। ਸੋ ਫਿਲਹਾਲ ਆਪਾਂ ਇੱਧਰ ਕੰਪੋਨੈਂਟਸ ਦੀ ਗੱਲ ਕਰ ਲਈ, ਆਹ ਸਿੱਖ ਲਓ ਇੱਕ ਵਾਰ ਤੁਸੀਂ। ਦੇਖੋ ਹੁਣ ਆਹ ਕੰਪੋਨੈਂਟ ਨੇ ਸਾਰੇ। ਇਸ ਤਰ੍ਹਾਂ ਕਿਸੇ ਵੈਕਟਰ ਦੇ ਕੰਪੋਨੈਂਟ ਕੀ ਹੁੰਦੇ ਨੇ? ਕਿਸੇ ਵੈਕਟਰ ਦੇ ਕੰਪੋਨੈਂਟ ਉਹ ਹੁੰਦੇ ਨੇ ਜਿਹਨਾਂ ਤੋਂ ਮਿਲ ਕੇ ਵੈਕਟਰ ਬਣਿਆ ਹੁੰਦਾ। ਜਿਵੇਂ ਮੰਨ ਲਓ ਹੁਣ ਆ ਇੱਕ ਵੈਕਟਰ ਆ, ਮੈਂ ਤੁਹਾਨੂੰ ਦੱਸਦਾ। ਤੇ ਵੈਕਟਰ ਦੇਖੋ, ਵੈਕਟਰ ਐਡੀਸ਼ਨ ਦਾ ਖਿਆਲ ਰੱਖਣਾ ਆਪਾਂ। ਜਿਵੇਂ ਜੇ ਤਾਂ ਸਿੱਧਾ ਸਿੰਪਲ ਸੌਖੇ ਕੰਪੋਨੈਂਟ ਬਣਾਣੇ ਹੁਣ, ਮੈਂ ਉਹ ਵੀ ਬਣਾ ਸਕਦਾ ਵਾਂ। ਕਿਵੇਂ? ਐਵੇਂ ਦੇਖੋ ਕਿ ਮੰਨ ਲਓ ਆ ਇੱਕ ਵੈਕਟਰ ਤੇ ਮੈਨੂੰ ਕਿਸੇ ਨੇ ਕਿਹਾ ਇਹਦੇ ਕੰਪੋਨੈਂਟ ਬਣਾਓ ਵੈਕਟਰ ਦੇ। ਸਭ ਤੋਂ ਇਹਦੇ ਸੌਖੇ ਕੰਪੋਨੈਂਟ ਪਤਾ ਕਿਵੇਂ ਬਣਨਗੇ? ਐ ਬਣਨਗੇ ਦੇਖੋ। ਇੱਕ ਤਾਂ ਮੈਂ ਕੰਪੋਨੈਂਟ ਇਹਦਾ ਬਣਾ ਦੇਵਾਂ, ਇੱਕ ਇਸੇ ਡਾਇਰੈਕਸ਼ਨ 'ਚ ਰੱਖੋ, ਇੰਨਾ ਕੁ ਰੱਖ ਦਿਓ, ਤੇ ਇੱਥੋਂ ਦੂਜਾ ਜਿਹੜਾ ਬਾਕੀ ਰਹੇਗੀ ਲੈਂਥ ਹੈ ਰੱਖ ਦਿਓ। ਦੋਨਾਂ ਨੂੰ ਜੋੜ ਕੇ ਦੇਖ ਲਓ, ਲੈਂਥ ਬਰਾਬਰ ਹੋਣੀ ਚਾਹੀਦੀ, ਬਸ ਆ ਹੋ ਗਿਆ। ਹੁਣ ਜਿਵੇਂ ਕਹਿੰਦਾ ਮਤਲਬ ਜੇ ਮੰਨ ਲਓ ਆ ਫੋਰਸ ਆ, ਇਹ ਮੰਨ ਲਓ 8 ਨਿਊਟਨ ਦਾ ਫੋਰਸ ਆ, ਤੇ ਮੰਨ ਲਓ ਆ 5 ਨਿਊਟਨ ਹੋ ਗਿਆ, ਆ 3 ਨਿਊਟਨ ਹੋ ਗਿਆ ਫੋਰਸ। ਇਹਨਾਂ ਦੋਨਾਂ ਨੂੰ ਜੋੜ ਕੇ ਵੈਕਟੋਰੀਅਲੀ ਆਹ ਵਾਲਾ ਵੈਕਟਰ ਬਣਦਾ ਹੈ। ਦੇਖੋ ਬਣਦਾ ਕਿ ਨਹੀਂ ਬਣਦਾ? ਦੱਸੋ ਸਾਰੇ ਨੇ, ਸਮਝ ਲੱਗੀ ਗੱਲ? यस सर। ਤੇ ਜੇ ਮੈਂ ਇੱਥੇ ਐ ਕਰ ਦਵਾਂ ਕਿ ਇੱਕ ਪਾਸੇ ਮੈਂ ਕਿਸੇ ਬਾਡੀ ਨੂੰ ਫੋਰਸ ਲਗਾ ਦਵਾਂ
10 न्यूटन, 8 की बजाय मैं 10 न्यूटन लगा दूंगा, ते दूजे पासे ओपोजिट मैं 2 न्यूटन ला देवां, तो दसो इन्हों जोड़ के दोनों भी 8 न्यूटन बनेगा कि नहीं बनेगा? 10 उधर नु आ ते 2 न्यूटन दे ओपोजिट आ ते यस सर ਇਹਦੇ ਤੇ ਵੀ ਦੇਖੋ ਫਾਰਮੂਲਾ ਲਾ ਸਕਦੇ ਆਪਾਂ 10 ਤੇ 2 ਨੂੰ ਜੋੜ ਕੇ ਹੁਣ 8 ਕਿਵੇਂ ਆਇਆ? ਐ ਆਇਆ ਨਾ, ਦੇਖੋ 10 ਦੀ ਸਕੁਅਰ 2 ਦੀ ਸਕੁਅਰ ਜਮਾ 2 ਗੁਣਾ 10 2 cos 180 डिग्री, क्योंकि दोनों 180 माइनस आऊगा सर? नहीं माइनस नहीं आऊगा, आप प्लस कर रहे हैं दोनों ਨੂੰ। ओके ओके सर ओके। माइनस आपे हो जाऊगा, ਆਪਾਂ ਤਾਂ ਵੈਕਟਰਸ ਨੂੰ ਐਡ ਹੀ ਕਰ ਰਹੇ ਹਾਂ। ਜਦੋਂ ਦੋ ਵੈਕਟਰਸ ਨੂੰ ਇੱਕ ਦੇ ਉੱਪਰ ਇੰਪੋਜ਼ ਕਰਦੇ ਆ ਤਾਂ ਉਹਨੂੰ ਆਪਾਂ ਐਡ ਕਰਨਾ ਹੀ ਬੋਲਦੇ ਆ। ਹਾਂ ਉਹ ਹੋ ਮਾਈਨਸ ਜਾਊਗਾ, ਤੂੰ ਦੇਖ ਲਈ ਆਪੇ ਆਪ। cos 180 ਕੀ ਆ? -1 ਇੱਥੇ ਮਾਈਨਸ ਆ ਜਾਊਗਾ, 2 दूनी 4 40 ਆ ਜਾਊਗਾ, ਇੱਥੇ 100 ਆ ਜਾਊਗਾ ਤੇ ਇੱਥੇ ਕਿੰਨਾ ਆ ਜਾਊਗਾ? ਇਹ 2 दूनी 4 ਆ ਜਾਊਗਾ ਤੇ 100 ਤੇ 4 104 ਆ ਗਿਆ। 104 ਵਿੱਚ 40 64 ਆ ਗਿਆ। 64 ਦਾ ਰੂਟ ਕਰਾਂਗੇ ਕਿੰਨਾ ਆਇਆ? 8 ਦੇਖਿਓ। ਸੋ ਤੁਸੀਂ ਐਡ ਕਰਨ ਦਾ ਹੀ ਫਾਰਮੂਲਾ ਨਾ, ਤੁਸੀਂ ਸਬਟ੍ਰੈਕਟ ਦਾ ਤੁਹਾਨੂੰ ਮੈਂ ਦੱਸਤਾ ਦਿੱਤਾ, ਪਰ ਸਬਟ੍ਰੈਕਟ ਦਾ ਫਾਰਮੂਲਾ ਅਸੀਂ ਬਹੁਤ ਰੇਅਰ ਜਗ੍ਹਾ ਤੇ ਲਗਾਉਂਦੇ ਆ। ਮੈਂ ਦੱਸੂਗਾ ਕਿੱਥੇ ਲਗਾਉਂਦੇ ਆ। ਆਪਾਂ ਚੇਂਜ ਆਫ ਵੈਕਟਰਸ ਥੋੜੀ ਪਤਾ ਕਰ ਰਹੇ ਆ, ਆਪਾਂ ਤਾਂ ਐਡ ਹੀ ਕਰੀ ਜਾ ਰਹੇ ਹਾਂ। ਤੇ ਐਡ ਕਰਨ ਵੇਲੇ ਤੁਸੀਂ ਉਹਨਾਂ ਦਾ ਐਂਗਲ 180 ਡਿਗਰੀ ਪੁੱਟ ਕਰੋ, ਆਪਣੇ ਆਪ ਉਹ ਸਬਟ੍ਰੈਕਟ ਹੋ ਜਾਊਗਾ। ਤੁਸੀਂ ਨਹੀਂ ਫਿਕਰ ਕਰਨੀ ਵੀ ਇੱਥੇ ਮਾਈਨਸ ਪਾ ਦਿਓ ਪਹਿਲਾਂ ਹੀ, ਤੁਸੀਂ ਫਿਰ ਤਾਂ ਤੁਹਾਡੀ ਗਲਤ ਹੋ ਜਾਊਗਾ। ਸਬਟ੍ਰੈਕਟ ਥੋੜੀ ਕਰ ਰਹੇ ਹੋ ਤੁਸੀਂ, ਦੋਨੋਂ ਫੋਰਸਿਸ ਨੂੰ ਐਡ ਕਰਕੇ 8 ਨਿਊਟਨ ਬਣਾ ਰਹੇ ਹੋ। ਤੇ ਐਡ ਕਰਦੇ ਹੋਏ ਦੋ ਆਪੋਜ਼ਿਟ ਫੋਰਸ ਵੀ ਬਣ ਸਕਦੇ ਨੇ। ਤਾਂ ਆ ਵੀ ਕੰਪੋਨੈਂਟ ਨੇ ਦੋਨੋਂ, ਆ ਵੀ ਕੰਪੋਨੈਂਟ ਨੇ ਦੋਨੋਂ। ਇਸ ਤਰ੍ਹਾਂ ਦੇ ਕਿੰਨੇ ਕੰਪੋਨੈਂਟ ਬਣਾ ਸਕਦੇ ਹੋ ਦੱਸੋ? Infinite, sir. इनफाइनाइट सर। ਐਗਜ਼ੈਕਟਲੀ, ਇਨਫਿਨਿਟਲੀ ਮੈਨੀ ਕੰਪੋਨੈਂਟਸ ਕੈਨ ਬੀ ਪੋਸੀਬਲ। ਪਰ ਮੈਂ ਕਿਸੇ ਹੋਰ ਤਰ੍ਹਾਂ ਦੇ ਕੰਪੋਨੈਂਟ ਦੀ ਗੱਲ ਕਰਨ ਜਾ ਰਿਹਾ ਹੁਣ, ਜਿਹੜੇ ਕੰਪੋਨੈਂਟ ਦੀ ਗੱਲ ਮਤਲਬ ਮੁੱਖ ਤੌਰ ਤੇ ਜ਼ਰੂਰੀ ਹੈ ਆਪਣੇ ਲਈ ਇੱਥੇ ਕਰਨੀ। ਉਹਦੇ ਲਈ ਪਹਿਲਾਂ ਤਾਂ ਵੈਕਟਰ ਨੂੰ ਹੌਰੀਜ਼ੌਂਟਲ ਨਾਲ ਹੀ, ਨਹੀਂ ਤਾਂ ਤੁਹਾਨੂੰ ਲੱਗਣਾ ਵੀ ਹੌਰੀਜ਼ੌਂਟਲ ਹੀ ਹੋ ਸਕਦਾ ਹੈ ਜਾਂ ਫਿਰ ਇਹਦੇ ਲਈ ਕੰਪੋਨੈਂਟ ਹੈਗਾ। ਨਹੀਂ, ਇਸ ਤਰ੍ਹਾਂ ਨਹੀਂ ਹੈਗਾ, ਜਿੰਨਾ ਮਰਜ਼ੀ ਹੋ ਸਕਦਾ ਹੈ। ਇਹਨੂੰ ਪਹਿਲਾਂ ਮਿਟਾ ਦਈਏ। ਚਲੋ मान लो आ वेक्टर है, आ वेक्टर, तो इस दे भी कंपोनेंट बन सकते ना। इस डायरेक्शन च छोटा ले लो, फिर इस डायरेक्शन च बाकी जो लेंथ रहती है इन्नी ले लो। ते इन्हां दोनों नूं जोड़ के भी देखो, इन्हां दोनों नूं जोड़ के आ वाला वेक्टर बन रहा है ना, लेंथ लगभग बराबर होगी। मैं पूरी तो माप के नहीं कर रहा, तो समझाण नहीं कर रहा। तो आ भी कंपोनेंट हो गए, पर असी ये कंपोनेंट्स विच इंटरेस्टेड घट होने, क्योंकि जेड़ा फोर्स जिस डायरेक्शन च है उस डायरेक्शन च ओदे जिन्ने मर्जी कंपोनेंट बनाई जो जोड़ जोड़ के, जिन्ने छोटे मोटे वड्डे या इस तो वड्डा बना के छोटा वे वापस नूं कर लियो। इस तरह के कंपोनेंट की गल आपां नहीं कर रहे, पर ये भी कंपोनेंट हुंदे ने। सो तुहानूं आ गल पता होनी चाहिए है। मैं किहड़े कंपोनेंट की गल कर रहा? मैं कह रहा मान लो आ एक वेक्टर है, ए वेक्टर। इस वेक्टर का नाम रख देने आपां ए वेक्टर। इस वैक्टर दे मैं कंपोनेंट बनाने ने, तो वैक्टर दे कंपोनेंट बनाने का तरीका कई तरह हो सकता। मैं ट्रायंगल लॉ तो ये वैक्टर दे कंपोनेंट बना सकता हाँ। जेडे वैक्टर ये डायरेक्शन ना भी होण तां भी बना सकता। पता किवें? इहदी आ पूंछ जी चको, इथों चक के जिधर मर्जी इहनूं वैक्टर ड्रॉ कर दो, जिधर मर्जी ऐ कर दो, 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 जिथे मर्जी ड्रॉ कर दो, कोई एक वैक्टर ड्रॉ कर दो जिधर मर्जी नूं। मान लो ऐ कर दिंदे आ, ठीक है, इत्थे छड्ड दिंदे। ते हुण मैं की करदा, मैं इथों जिथे तक इहनूं ड्रॉ किया ना, इथों चक के इहनूं वापस ले आओ इत्थे तक, जिथे तक ले आना चाहते हो। तो तुसीं देखो कि ये ट्रायंगल लॉ नहीं लग गया ये दोनों ब्लू वैक्टर्स के उपर। जिवें जिवें इस वैक्टर का नाम रख देवां एल वैक्टर, ते इस वैक्टर का नाम रख देवां एम वैक्टर, ताकि इन्हां दोनों नूं ऐड करके देखो आ इधरों इधर गया, इत्थे फिर आ वाला वैक्टर जोड़ता, जिथे खत्म है उत्थे दूजा ब्लू जोड़ता, तो रिजल्टेंट आही ए ही आना सी। तो ए वैक्टर असल विच तुहाडा इस एल वैक्टर ते एम वैक्टर का जोड़ करके बन गया कि नहीं बन गया? हाँ जी सर। तो तुसीं कह सकते हो कि जिहड़ा एल वैक्टर ते एम वैक्टर ये दोनों ए वैक्टर दे की ने? कंपोनेंट्स। यस। सो एल वैक्टर ते एम वैक्टर जिहड़े ने ये दोनों वैक्टर इस ए वैक्टर दे की ने? कंपोनेंट्स बन गए ने। ते क्योंकि तुहानूं ट्रायंगल लॉ दे अलावा पैरेललोग्राम लॉ पॉलीगन लॉ भी आंदा वा, तो कंपोनेंट जरूर थोड़े दो ही बनाने हैं कि तुसीं 6 नूं आवे दा लिख सकदे सी ना, 1 + 2 + 3 तां 6 बन सकदा सी। सो जे मैं इत्थों पॉलीगन लॉ दे हिसाब नाल चलना, ऐ किते कोई वैक्टर
ਜੇ ਇੱਥੋਂ ਮੰਨ ਲਓ ਐ ਚੱਲਾਂ ਤਾਂ ਐ ਕਰਕੇ ਕੋਈ ਵੈਕਟਰ ਕਿਸੇ ਪਾਸੇ ਮੈਂ ਡਰਾ ਕਰ ਦਵਾਂ ਇੱਕ ਵੈਕਟਰ, ਫਿਰ ਮੈਂ ਇੱਥੋਂ ਐ ਡਰਾ ਕਰ ਦਵਾਂ, ਫਿਰ ਮੈਂ ਇੱਥੋਂ ਐ ਡਰਾ ਕਰ ਦਵਾਂ, ਫਿਰ ਮੈਂ ਇੱਥੋਂ ਐ ਡਰਾ ਕਰ ਦਵਾਂ, ਮਤਲਬ ਉਹੀ ਜਿਹਨੇ ਮਰਜ਼ੀ ਘੁਮਾਈ ਜਾਓ ਉਹਨੂੰ, ਜਿੱਧਰ ਮਰਜ਼ੀ ਜਿੱਧਰ ਮਰਜ਼ੀ ਨੂੰ ਲੈ ਜਾਓ। ਤੇ ਫਿਰ ਮੈਂ ਇੱਥੋਂ ਵਾਪਸ ਲਿਆ ਕੇ ਐ ਬੰਦ ਕਰ ਦਵਾਂ ਇੱਥੇ ਤੱਕ, ਯਾਨੀ ਕਹਿ ਦਵਾਂ ਏ ਦੀ ਪੂੰਛ ਤੋਂ ਸ਼ੁਰੂ ਕਰਾਂ, ਏ ਦੀ ਐਰੋ ਤੇ ਖਤਮ ਕਰਾਂ ਜਾ ਕੇ। ਇਹਨਾਂ ਦਾ ਨਾਂ ਰੱਖ ਦਿੰਦੇ ਆ, ਹੁਣ ਇਹਨਾਂ ਦਾ ਨਾਂ ਰੱਖ ਦਿੰਦੇ ਆ ਆਪਾਂ, ਕੁਝ ਵੀ ਰੱਖ ਦੋ, ਊੜਾ, ਐੜਾ, ਈੜੀ, ਸੱਸਾ, ਹਾਹਾ। ਲਓ ਹੁਣ ਆ 5 ਵੈਕਟਰ ਬਣ ਗਏ, ਤੇ ਇਹ 5 ਵੈਕਟਰਾਂ ਦੇ ਪੋਲੀਗਨ ਲॉ ਤਾਂ ਲੱਗਿਆ। ਦੇਖੋ ਇਹ ਵੈਕਟਰ ਬਣ ਰਿਹਾ, ਇਹਨਾਂ ਦਾ ਰਿਜ਼ਲਟੈਂਟ ਕੀ ਬਣ ਰਹੀ ਨੇ ਦੇਖੋ। ਸੋ ਕਹਿਣ ਦਾ ਭਾਵ ਤੁਸੀਂ ਇਸੇ ਇਹ ਵੈਕਟਰ ਨੂੰ ਲਿਖ ਸਕਦੇ ਹੋ ਇੱਥੇ, ਹੁਣ ਇਹ ਵੈਕਟਰ ਨੂੰ ਲਿਖ ਸਕਦੇ ਹੋ ਊੜਾ ਵੈਕਟਰ ਪਲੱਸ ਆ 5 ਵੈਕਟਰ ਨੂੰ ਜੋੜ ਕੇ ਕੀ ਬਣ ਰਿਹਾ ਦੱਸੋ, ਕਿਹੜਾ ਵੈਕਟਰ ਬਣ ਰਿਹਾ? A ਵੈਕਟਰ। ਇਹ ਵੈਕਟਰ ਬਣ ਰਿਹਾ। ਸੋ ਇਹ ਵੈਕਟਰ ਦੇ ਭਾਵੇਂ ਕੰਪੋਨੈਂਟ ਆ ਵਾਲੇ ਲੈ ਲਓ ਤੁਸੀਂ 2, ਭਾਵੇਂ ਚੱਕ ਕੇ ਆ ਲੈ ਲਓ 1 2 3 4 5, ਭਾਵੇਂ ਤੁਸੀਂ 8 10 ਹੋਰ ਬਣਾ ਲਓ, ਭਾਵੇਂ ਤੁਸੀਂ 3 ਬਣਾ ਲਓ, ਭਾਵੇਂ ਤੁਸੀਂ ਥੱਲੇ ਨੂੰ ਨਾ ਬਣਾਓ, ਤੁਸੀਂ ਭਾਵੇਂ ਉੱਪਰ ਨੂੰ ਬਣਾ ਲਓ, ਤੁਸੀਂ ਐ ਬਣਾ ਲਓ। ਲਓ ਜੀ ਮੈਂ ਤਾਂ ਇੱਧਰ ਨੂੰ ਬਣਾ ਲਵਾਂ, ਲੈ ਇੱਧਰ ਨਹੀਂ ਬਿਲਕੁਲ ਐ ਪਿੱਛੇ ਨੂੰ ਲਿਆ, ਉਹਦੀ ਚੱਕ ਕੇ ਵਾਪਸ ਲਿਆਓ ਇੱਥੇ। ਤਾਂ ਇਹਦਾ ਨਾਮ ਰੱਖ ਦਿੰਨੇ ਆ ਹੁਣ ਆਪਾਂ, ਕੀ ਰੱਖੀਏ, P ਰੱਖ ਦੋ, ਇਹਦਾ ਨਾਮ Q ਰੱਖ ਦੋ। ਤਾਂ ਇਹ ਵੈਕਟਰ ਜਿਹੜਾ ਆਹੀ ਇਹ ਵੈਕਟਰ ਕੀ ਬਣ ਜਾਊਗਾ, P ਵੈਕਟਰ ਪਲੱਸ Q ਵੈਕਟਰ। ਦੇਖੋ ਟ੍ਰਾਇੰਗਲ ਹੀ ਲੱਗ ਰਿਹਾ ਇੱਥੋਂ ਇੱਧਰ ਤੱਕ, ਫਿਰ ਇੱਧਰੋਂ ਦੀ ਸ਼ੁਰੂ ਹੋ ਕੇ ਇੱਧਰ ਤੱਕ, ਤੇ ਅਸਲੀ ਰਿਜ਼ਲਟੈਂਟ ਇੱਥੋਂ ਦੀ ਇੱਥੇ ਤੱਕ ਆਊਗਾ। ਫਿਰ ਇਹ ਵੈਕਟਰ P ਪਲੱਸ Q ਬਣ ਗਿਆ। ਦੱਸੋ ਬਣਿਆ ਕਿ ਨਹੀਂ? ਹਾਂਜੀ ਸਰ। ਇਸ ਤਰ੍ਹਾਂ ਦੇ ਇੱਕ ਹੀ ਪਲੇਨ ਦੇ ਵਿੱਚ ਇਹ ਵੈਕਟਰ ਦੇ ਤੁਸੀਂ ਕਿੰਨੇ ਕੰਪੋਨੈਂਟ ਬਣਾ ਸਕਦੇ ਹੋ? ਜਿੰਨੇ ਮਰਜ਼ੀ। ਸ਼ੁਰੂ A ਤੋਂ ਕਰੋ, A ਦੀ ਪੂੰਛ ਤੋਂ ਕਰੋ, ਤੇ ਖਤਮ ਉਹਦੇ ਉੱਪਰ ਸਿਰ ਤੇ ਕਰੋ, ਉਹਦੇ ਜਾ ਕੇ ਐਰੋ ਹੈਡ ਤੇ ਕਰੋ, ਬਸ ਗੱਲ ਖਤਮ। ਇਹਨੂੰ ਕਹਿੰਦੇ ਨੇ ਕੰਪੋਨੈਂਟਸ ਆਫ ਅ ਵੈਕਟਰ। ਤੇ ਵੈਕਟਰ ਦੇ ਕੰਪੋਨੈਂਟ ਜਿੰਨੇ ਮਰਜ਼ੀ ਬਣਾ ਸਕਦੇ ਹੋ, ਜਿੰਨੇ ਮਰਜ਼ੀ ਤਨਾਂ ਦੇ ਬਣਾ ਸਕਦੇ ਹੋ, ਜਿੱਧਰ ਨੂੰ ਮਰਜ਼ੀ ਬਣਾ ਸਕਦੇ ਹੋ। ਤੇ ਇਹਦਾ ਹੀ ਕੰਪੋਨੈਂਟ ਬਣਾ ਕੇ ਦਿਖਾਣਾ ਤੁਹਾਨੂੰ, ਜਿਵੇਂ 8 ਤੇ ਜਿਵੇਂ ਮੈਂ 8 ਵਾਲੇ ਨੂੰ 10 ਤੇ 2 ਨਾਲ ਨਹੀਂ ਬਣਾਇਆ ਸੀ ਹੁਣੀ, ਉਵੇਂ ਜੇ ਬਣਾਉਣਾ ਹੋਵੇ ਤਾਂ ਮੈਂ ਇੱਥੋਂ ਹੀ ਬਣਾਉਂਗਾ। ਦੇਖੋ ਕਿਵੇਂ ਬਣਾਉਂਗਾ ਹੁਣ, ਉਹ ਵੀ ਇੱਥੇ ਸ਼ੋ ਕਰ ਦੇਣਾ। ਇੱਥੋਂ ਸ਼ੁਰੂ ਕਰੋ ਇੱਥੇ ਤੱਕ, ਅਗਲਾ ਦੱਸੋ ਪਤਾ? ਇਹਦੇ ਉੱਪਰੋਂ ਹੀ ਇੱਥੇ ਤੱਕ ਵਾਪਸ। ਤਾਂ ਜਿਹੜਾ ਪਹਿਲਾ ਵਾਲਾ 10 ਨਿਊਟਨ ਆ ਦੇਖ ਲਓ, ਆਹ ਵਾਲਾ 2 ਵਾਪਸ ਹੋ ਗਿਆ, ਦੂਜੀ ਡਾਇਰੈਕਸ਼ਨ 'ਚ ਹੋ ਗਿਆ, ਦੋਨਾਂ ਨੂੰ ਮਿਲਾ ਕੇ ਟ੍ਰਾਇੰਗਲ ਲਾ ਦੇਣਾ, ਫਿਰ ਉਹੀ ਬਣ ਗਿਆ। ਟ੍ਰਾਇੰਗਲ ਹੀ ਨਹੀਂ ਬਣੀ ਇੱਥੇ ਤਾਂ ਚਲੋ, ਪਰ ਫਿਰ ਵੀ ਇਹਨੂੰ ਟ੍ਰਾਇੰਗਲ ਦੇ ਹਿਸਾਬ ਨਾਲ ਆਪਾਂ ਲੈ ਚੱਲ ਸਕਦੇ ਹਾਂ। ਦੱਸੋ ਗੱਲ ਸਮਝ ਲੱਗੀ ਸਾਰਿਆਂ ਨੂੰ? ਯੈਸ ਸਰ। ਇਹਦੇ ਬਾਰੇ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਪੁੱਛ ਲਓ, ਕੋਈ ਗੱਲ ਨਹੀਂ, ਜਿੰਨੀ ਮਰਜ਼ੀ ਗੱਲ ਇਹਦੇ ਬਾਰੇ ਕਰ ਲਓ, ਮੇਰੇ ਤੋਂ ਕਰਾ ਲਓ। ਸਰ ਇਸ ਵਿੱਚ ਐਂਗਲਸ ਦੱਸਿਓ ਕਿਹੜਾ ਲਵਾਂਗੇ? ਨਹੀਂ ਐਂਗਲ ਤਾਂ ਚਲੋ ਆਪਾਂ, ਉਹ ਤਾਂ ਡਿਪੈਂਡ ਕਰਦਾ ਕਿਹੜੇ ਵੈਕਟਰਸ ਵਿੱਚ ਲਵਾਂਗੇ ਐਂਗਲ। ਪਾ ਚੁੱਕੇ 2 ਵੈਕਟਰਸ ਲਈ ਐਂਗਲ ਹੁੰਦਾ ਆ, ਸਾਰਿਆਂ ਲਈ ਇਕੱਠਾ ਐਂਗਲ ਨਹੀਂ ਲੈ ਸਕਦੇ ਕੋਈ ਵੀ, ਸਾਰਿਆਂ ਲਈ ਅਲੱਗ-ਅਲੱਗ। ਸਰ ਮਤਲਬ 2 ਦੇ ਆਪਾਂ ਦੱਸਿਓ ਵੀ ਕਿਹੜਾ ਜਿਵੇਂ ਆ ਲਵਾਂਗੇ। ਦੇਖ ਹੁਣ, ਆ ਜਿਵੇਂ ਊੜਾ ਆ, ਊੜੇ ਤੇ ਐੜੇ 'ਚ ਐਂਗਲ ਪਤਾ ਕਿਹੜਾ ਲਵਾਂਗੇ? ਊੜੇ ਨੂੰ ਥੋੜਾ ਜਿਹਾ ਅੱਗੇ ਵਧਾ ਦੇ ਇੱਥੋਂ, ਤਾਂ ਊੜੇ ਐੜੇ 'ਚ ਐਂਗਲ ਆ ਵਾਲਾ ਆ θ1। ਐੜੇ ਤੇ ਈੜੀ 'ਚ ਐਂਗਲ ਕਿਵੇਂ ਲਵਾਂਗੇ? ਐੜੇ ਨੂੰ ਅੱਗੇ ਵਧਾ ਦੇ ਥੋੜਾ ਜਿਹਾ, ਡਾਇਰੈਕਸ਼ਨ ਤਾਂ ਹੈ ਨਾ ਇਹਦੀ, ਐੜੇ ਤੇ ਈੜੀ 'ਚ ਐਂਗਲ θ2। ਈੜੀ ਤੇ ਸੱਸੇ 'ਚ ਕਿਹੜਾ ਐਂਗਲ ਆ? ਇਹਨੂੰ ਅੱਗੇ ਵਧਾ ਦੇ θ3। ਸੱਸੇ ਤੇ ਹਾਏ 'ਚ ਕਿਹੜਾ ਐਂਗਲ ਆ? ਇਹਨੂੰ ਅੱਗੇ ਵਧਾ ਦੇ θ4। ਇਦਾਂ ਹੈ। ਹੁਣ ਊੜੇ ਦਾ ਜਿਹੜਾ ਰਿਜ਼ਲਟੈਂਟ ਨਾਲ ਐਂਗਲ ਆ, ਆਹ ਐਂਗਲ ਆ, ਇਹਨੂੰ ਐਲਫਾ ਕਹਿ ਦੇ ਤੂੰ, ਜਾਂ α1 ਕਹਿ ਦੇ। ਕਹਿੰਦਾ ਨਾ ਜਸਟ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਤਰ੍ਹਾਂ ਆਪਾਂ ਲੈਣੇ। ਹੁਣ P ਤੇ Q 'ਚ ਜਿਹੜਾ ਐਂਗਲ ਆ, ਇਹਨੂੰ P ਨੂੰ ਅੱਗੇ ਵਧਾਏਂਗੇ ਤੇ ਆਹ ਐਂਗਲ ਆਊਗਾ। L ਤੇ M ਨੂੰ L ਨੂੰ ਅੱਗੇ ਵਧਾਉਂਗੇ ਇੱਥੋਂ ਐਂ ਕਰਕੇ, ਤਾਂ ਆਹ ਐਂਗਲ ਆਊਗਾ। ਐਂਗਲ ਹਮੇਸ਼ਾ ਉਹ ਹੁੰਦਾ ਜਿੱਥੋਂ ਦੋਨੋਂ ਵੈਕਟਰ ਬਾਹਰ ਨੂੰ ਨਿਕਲ ਰਹੇ ਹੋਣ। ਆਹ ਐਂਗਲ ਨਹੀਂ ਹੋਊਗਾ L ਤੇ M 'ਚ, ਕਿਉਂਕਿ ਇੱਥੋਂ L ਅੰਦਰ ਆ ਰਿਹਾ, M ਬਾਹਰ ਜਾ ਰਿਹਾ। L ਨੂੰ ਪਹਿਲਾਂ ਬਾਹਰ ਨੂੰ ਕੱਢ ਲਓ। ਹੈ ਦੋਨੋਂ ਵੈਕਟਰ ਕਹਿਣ ਦਾ ਭਾਵ ਇਹ ਹੈ ਕਿ ਇੱਕ ਜਗ੍ਹਾ ਤੋਂ ਦੋਨੋਂ ਬਾਹਰ ਨੂੰ ਜਾਂਦੇ ਹੋਏ ਲੱਗਣ, ਆ ਹੁੰਦਾ ਹੈ ਐਂਗਲ ਉਹਨਾਂ ਦੇ ਵਿੱਚ। ਦੱਸੋ ਸਾਰਿਆਂ ਨੂੰ ਇਹ ਗੱਲ ਸਮਝ ਲੱਗ ਗਈ? ਮੈਂ ਇਹ ਮਟੇ ਦੇਵਾਂ, ਅੱਗੇ ਕਰਾਂ ਕੰਮ? ਹਾਂਜੀ ਸਰ। ਮੈਨੂੰ ਬੱਚੇ ਤੁਹਾਡੀ ਨਾ ਆਵਾਜ਼ ਨਹੀਂ ਆਈ, ਤੁਸੀਂ ਕੀ ਬੋਲ ਰਹੇ ਸੀ? ਕੌਣ ਬੋਲ ਰਿਹਾ? ਫਿਰ ਬੋਲੋ। ਹਾਂ ਜਤਿੰਦਰ।
मैक्सिमम कंपोनेंट्स एंड फाइल्स हो सकते हैं सर, और बेसिक वो भी एक लगते हैं। ਆਵਾਜ਼ ਤੇਰੀ ਨਾ ਕੱਟ ਰਹੀ ਹੈ ਵਿੱਚ, ਉਹ ਮੈਨੂੰ ਹੀ ਕੱਟ ਰਹੀ ਕਿ ਸਾਰਿਆਂ ਨੂੰ ਸੁਣ ਰਹੀ ਹੈ, ਕਿਸੇ ਨੂੰ ਸੁਣ ਰਹੀ ਹੋਰ? नहीं सर यस सर सुन रही ਕੋਈ ਨਹੀਂ ਜਤਿੰਦਰ, ਫੇਰ ਕਰ ਲਾਂਗੇ ਗੱਲ। ਹੁਣ ਮੈਂ ਹੁਣ ਅੱਗੇ ਗੱਲ ਕਰ ਲਿਆ, ਫਿਰ ਪੁੱਛ ਲਈ ਜਦੋਂ ਤੇਰਾ ਕਨੈਕਸ਼ਨ ਸੈੱਟ ਹੋਇਆ, ਮੈਂ ਪੁੱਛਦਾ ਐਂਡ ਚ ਤੇਰੇ ਤੋਂ। ਸਰ ਮੈਂ ਇਹ ਕਹਿ ਰਿਹਾ ਸੀਗਾ ਕਿ ਜਦੋਂ ਸਰ ਜਦੋਂ ਇਹ ਰੈਗੂਲਰ ਪੋਲੀਗਨ ਨਹੀਂ ਹੈਗਾ ਤੇ ਸਰ ਸਾਨੂੰ ਹਮੇਸ਼ਾ ਪਹਿਲੇ ਦੋ ਵੈਕਟਰਸ ਨੂੰ ਐਡ ਕਰਕੇ ਉਹਦਾ ਰਿਜ਼ਲਟੈਂਟ ਫਿਰ ਅੱਗੇ ਵਧਣਾ ਪਏਗਾ। ਹਾਂ, ਰੈਗੂਲਰ ਹੋਏ ਤਾਂ ਆਪਾਂ ਨੂੰ ਕੋਈ ਕਈ ਟ੍ਰਿਕਸ ਹੁੰਦੀਆਂ ਨੇ ਉਹ 'ਚ, ਚਲੋ ਅਗਲੀ ਅਸਾਈਨਮੈਂਟਸ ਤੁਸੀਂ ਦੇਖੋਗੇ। ਪਰ ਜੇ ਰੈਗੂਲਰ ਨਾ ਹੋਵੇ ਫਿਰ ਤਾਂ ਵੀ ਦੇਖੋ ਅਲੱਗ-ਅਲੱਗ ਮੈਗਨੀਚਿਊਡ ਨੇ, ਤੇ ਤੁਹਾਨੂੰ ਪਤਾ ਮੈਗਨੀਚਿਊਡ ਜਿਹਦਾ ਮਰਜ਼ੀ ਛੋਟਾ ਕਰਾ ਲਓ ਵੱਡਾ ਕਰ ਲਓ। ਹੁਣ ਐਲ ਤੇ ਐਮ ਨੂੰ ਦੇਖ ਲਓ ਤੁਸੀਂ, ਐਲ ਕਿੱਡਾ ਆ, ਐਮ ਛੋਟਾ ਆ। ਫਿਰ ਇੱਧਰ ਦੇਖ ਲਓ ਆ ਊੜਾ ਐਡ ਆਈਡੀ ਸਸਾਹਾ ਸਾਰੇ ਵੱਖਰੇ ਵੱਖਰੇ ਕਿੱਧਰ ਨੂੰ। ਪੀ ਤੇ ਕਿਊ ਨੂੰ ਦੇਖ ਲਓ। ਹੁਣ ਆ ਪੀ ਨੂੰ ਚੱਕ ਕੇ ਮੈਂ ਇੱਥੋਂ ਅੱਗੇ ਲੈ ਕੇ ਜਾਣ ਲੱਗੇ, ਇਹਨੂੰ ਮੈਂ ਚੱਕ ਕੇ ਜੰਮੂ ਕਸ਼ਮੀਰ ਲੈ ਜਾਵਾਂ ਤੇ ਉੱਥੋਂ ਵਾਪਸ ਕਿਊ ਦੇ ਥਰੂ ਲੈ ਆਵਾਂ ਕਿਸੇ ਹੋਰ ਰਸਤੇ ਰਾਹੀਂ, ਤੇ ਤਾਂ ਵੀ ਉਹ ਏ ਵੈਕਟਰ ਹੀ ਬਣਾਉਣਗੇ ਦੋਨੋਂ ਮਿਲ ਕੇ ਵੈਕਟਰ। ਠੀਕ ਹੈ ਨਾ ਸਰ ਮਤਲਬ ਏਦਾਂ ਨਹੀਂ ਕਰ ਸਕਦੇ ਕਿ ਪਹਿਲੇ ਐਡ ਆਈਡੀ ਜਿੱਦਾਂ ਸੱਸਾ ਐਡ ਕਰ ਲਿਆ ਇਕੱਠਾ ਹੀ? ਕੋਈ ਵੀ ਦੋ ਵੈਕਟਰ ਐਡ ਕਰ ਲਾ। ਦੇਖ ਲਾ ਹੁਣ ਈਡੀ ਤੇ ਸੱਸੇ ਨੂੰ ਐਡ ਕਰ ਲਾ। ਮੇਰੀ ਗੱਲ ਸੁਣ, ਹੁਣ ਇਹਦੇ ਚ ਦੇਖ ਲਾ ਤੂੰ, ਪਹਿਲਾਂ ਤੂੰ ਆਹ ਦੇਖ, ਮੰਨ ਲਾ ਮੈਂ ਈਡੀ ਤੇ ਸੱਸੇ ਨੂੰ ਐਡ ਕਰਦਾ ਪਹਿਲਾਂ, ਤਾਂ ਈਡੀ ਤੇ ਸੱਸੇ ਨੂੰ ਐਡ ਕਰਕੇ ਕੀ ਆ ਰਿਹਾ? ਆ ਨਹੀਂ ਆ ਰਿਹਾ, ਦੇਖ ਈਡੀ ਤੇ ਸੱਸੇ ਨੂੰ ਐਡ ਕਰਕੇ ਆ ਨਹੀਂ ਆ ਰਿਹਾ। ਈਡੀ ਦੇ ਵਿੱਚ ਜੁੜ ਗਿਆ, ਆ ਬਣ ਗਿਆ। ਤਾਂ ਫਿਰ ਆ ਇਹਨਾਂ ਦੋਨਾਂ ਨੂੰ ਹਟਾ ਦੇ, ਇਹਨਾਂ ਨੂੰ ਭੁੱਲ ਜਾ, ਈਡੀ ਤੇ ਸੱਸਾ ਜੋੜੀ ਦਿੱਤਾ ਤੂੰ। ਠੀਕ ਹੈ ਨਾ ਗੱਲ? ਓਹੋ ਵੀ ਮੁੜ ਗਿਆ। ਠੀਕ ਹੈ ਸਰ, ਆ ਗਿਆ ਸਮਝ। ਠੀਕ ਆ, ਹੁਣ ਈਡੀ ਤੇ ਸੱਸਾ ਜੁੜ ਗਿਆ ਤਾਂ ਈਡੀ ਤੇ ਸੱਸੇ ਤੋਂ ਬਾਅਦ ਚਾਰ ਹੀ ਵੈਕਟਰ ਰਹਿ ਗਏ। ਹੁਣ ਇਹਨੂੰ ਤੇ ਇਹਨੂੰ ਜੋੜ, ਮਤਲਬ ਜਿਹੜੇ ਦੋ ਨੂੰ ਜੋੜਨਾ ਆਸਾਨ ਹੋਇਆ, ਪਹਿਲਾਂ ਤਾਂ ਆਪਾਂ ਉਹਨਾਂ ਨੂੰ ਜੋੜਾਂਗੇ, ਜੋੜ ਕੇ ਖਤਮ ਕਰੋ, ਹਨਾ? ਔਖੇ ਨੂੰ ਥੋੜੀ ਜੋੜਾਂਗੇ, ਪਹਿਲਾਂ ਸੌਖੇ ਨੂੰ ਜੋੜਾਂਗੇ, ਸੌਖੇ ਜੋੜ ਕੇ ਖਤਮ ਕਰੋ। ਵੈਕਟਰਾਂ ਦੀ ਗਿਣਤੀ ਘਟਾਓ, ਜਦੋਂ ਵੈਕਟਰਾਂ ਦੀ ਗਿਣਤੀ ਘਟ ਰਹਿ ਜਾਂਦੀ ਹੈ ਕੰਮ ਆਸਾਨ ਹੋ ਜਾਂਦਾ ਵਾ, ਬਸ ਇੰਨੀ ਜੀ ਗੱਲ। ਓਕੇ ਸਰ। ਸੋ ਇਹ ਸੀਗਾ ਆਪਣਾ ਕਿ ਕੰਪੋਨੈਂਟਸ ਆਫ ਅ ਵੈਕਟਰ ਕਿਵੇਂ ਆਪਾਂ ਬਣਾਉਂਦੇ ਹਾਂ। ਹੁਣ ਮੈਂ ਦੱਸਣ ਜਾ ਰਿਹਾ ਤੁਹਾਨੂੰ ਕਿ ਹਾਂਜੀ, ਕੋਈ ਪੁੱਛ ਰਿਹਾ ਕੁਝ? ਸਰ ਫਿਰ ਜਿਹੜਾ ਟ੍ਰਾਇੰਗਲ ਹੈ ਉਹਦੇ ਵਿੱਚ ਵੀ ਬਾਹਰਲਾ ਐਂਗਲ ਲਵਾਂਗੇ? ਹਾਂ, ਤੇ ਆਪਾਂ ਲੈਂਦੇ ਹੀ ਆ ਜਦੋਂ ਆਪਾਂ ਟ੍ਰਾਇੰਗਲ ਲਾ ਲੈਨੇ ਆ। ਨਹੀਂ ਮੇਰੀ ਗੱਲ ਸੁਣ, ਪਹਿਲਾਂ ਤੂੰ ਐਂਗਲ ਵਾਲੀ ਗੱਲ ਨਾ ਕਲੀਅਰ ਕਰ ਦਿੰਦਾ ਮੈਂ। ਦੇਖੋ ਮੇਰੀ ਗੱਲ ਸੁਣੋ, ਸਾਰੇ ਜਣੇ ਧਿਆਨ ਨਾਲ ਸੁਣੋ। ਐਂਗਲ ਬਿਟਵੀਨ ਟੂ ਵੈਕਟਰਸ ਕੀ ਹੁੰਦਾ? ਪਹਿਲੀ ਗੱਲ ਆ ਦੇਖੋ, ਵੈਕਟਰ ਕੀ ਹੁੰਦਾ? ਦੇਖ ਵੈਕਟਰ ਕੀ ਹੁੰਦਾ, ਇੱਕ ਐਰੋ ਹੁੰਦਾ ਆ ਤੇ ਦੂਜਾ ਵੀ ਕੋਈ ਐਰੋ ਹੁੰਦਾ ਆ ਹੁੰਦੇ ਨੇ ਦੋ ਵੈਕਟਰ, ਹਨਾ? ਇਹਨਾਂ ਦੋਨਾਂ ਚ ਐਂਗਲ ਦੇਖਣਾ ਆਪਾਂ। ਠੀਕ ਆ ਗੱਲ, ਸਮਝ ਲੱਗੀ? ਇਹਨਾਂ ਦੋਨਾਂ ਐਂਗਲ ਦੇਖਣਾ। ਮੈਂ ਦੋਨੋਂ ਇੱਕ ਵੈਸੇ ਸਿੰਪਲ ਗੱਲ ਕਰਦਾ। ਮੰਨ ਲਓ ਇੱਥੇ ਕੁਝ ਬੱਚੇ ਫੁੱਟਬਾਲ ਖੇਡ ਰਹੇ ਨੇ, ਫੁੱਟਬਾਲ ਖੇਡ ਰਹੇ ਨੇ ਬੱਚੇ, ਠੀਕ ਹੈ? ਐਂਗਲ ਦੀ ਲੋੜ ਤੁਹਾਨੂੰ ਆਪਟਿਕਸ ਵੀ ਬਹੁਤ ਪੈਣੀ ਹੈ, ਇਸ ਲਈ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਹੁਣ। ਨਹੀਂ, ਫੁੱਟਬਾਲ ਖੇਲ ਰਹੇ ਨੇ, ਫੁੱਟਬਾਲ ਮੈਨੂੰ ਬਣਾਉਣੀ ਤਾਂ ਨਹੀਂ ਆਉਂਦੀ, ਚਲੋ ਆ ਫੁੱਟਬਾਲ ਆ, ਠੀਕ ਹੈ? ਹੁਣ ਫੁੱਟਬਾਲ ਖੇਡਦੇ ਖੇਡਦੇ ਬੱਚਿਆਂ ਨੇ ਫੁੱਟਬਾਲ ਮਾਰੀ ਤੇ ਫੁੱਟਬਾਲ ਜਿਹੜੀ ਆ ਉਹ ਇੱਥੋਂ ਇਸ ਡਾਇਰੈਕਸ਼ਨ ਚ ਇੱਧਰ ਨੂੰ ਮਾਰੀ ਤੇ ਫੁੱਟਬਾਲ ਅੱਗੇ ਆ ਰਹੀ ਹੈ, ਫੁੱਟਬਾਲ ਅੱਗੇ ਆ ਰਹੀ ਹੈ, ਆਈ ਜਾ ਰਹੀ ਹੈ। ਇੱਥੇ ਮੈਂ ਖੜਾ ਸੀ, ਇੱਥੇ, ਠੀਕ ਹੈ? ਇੱਥੇ ਮੈਂ ਖੜਾ ਮੰਨ ਲਓ। ਹੁਣ ਤੁਹਾਨੂੰ ਪਤਾ ਹੈ ਕਿ ਆਪਣੀ ਆਦਤ ਹੁੰਦੀ ਆ, ਜਦੋਂ ਫੁੱਟਬਾਲ ਆ ਰਹੀ ਹੋਵੇ ਆਪਣੇ ਵੱਲ, ਕਈ ਵਾਰ ਤਾਂ ਇਹ ਤਾਂ ਤੁਸੀਂ ਦੇਖੋ ਜੇ ਗਲੀਆਂ ਗੁਲੀਆਂ 'ਚ ਅਸੀਂ ਖੇਡਦੇ, ਸਾਡੇ ਤੇ ਬੱਚੇ ਖੇਡਦੇ ਆ, ਉਹ ਬੱਚੇ ਕਿਵੇਂ ਫੁੱਟਬਾਲ ਮਾਰਦੇ। ਸਾਡੇ ਇੱਥੇ ਅੰਕਲ ਹੈਗਾ ਇੱਕ, ਉਹ ਅੰਕਲ ਕਿਵੇਂ ਜਾ ਰਿਹਾ, ਉਹ ਅੰਕਲ ਮੈਂ ਕਹਿੰਦਾ ਬੰਦੇ ਦੀ ਭਾਵੇਂ ਦਾੜੀ ਚਿੱਟੀ ਹੋਈ ਹੋਵੇ, ਬੱਚਿਆਂ ਦੀ ਫੁੱਟਬਾਲ ਜਦੋਂ ਆਪਣੇ ਵੱਲ ਆਉਂਦੀ ਨਾ, ਬੰਦੇ ਦਾ ਕਿਸੇ ਦਾ ਵੀ ਦਿਲ ਕਰਦਾ ਵੀ ਪੈਰ ਨਾਲ ਮੈਂ ਵੀ ਮਾਰਾਂ, ਵੀ ਜਿਵੇਂ ਬੱਚੇ ਮਾਰਦੇ ਆ। ਤੇ ਉਹ ਫੁੱਟਬਾਲ ਨੂੰ ਇੱਥੋਂ ਮੰਨ ਲਓ ਮੈਂ ਕਿੱਕ ਕਰਤਾ। ਜਦੋਂ ਮੈਂ ਫੁੱਟਬਾਲ ਨੂੰ ਕਿੱਕ ਕਰਾਂਗਾ ਤਾਂ ਫੁੱਟਬਾਲ ਦੀ ਦਿਸ਼ਾ ਬਦਲ ਜਾਊਗੀ ਕਿ ਨਹੀਂ ਬਦਲ ਜਾਊਗੀ? ਉਸ ਦੀ ਦਿਸ਼ਾ ਬਦਲ ਗਈ। ਜਦੋਂ ਮੈਂ ਕਿੱਕ ਕਰਤਾ ਉਸ ਨੂੰ, ਫੁੱਟਬਾਲ ਨੂੰ, ਤਾਂ ਫੁੱਟਬਾਲ ਇੱਥੋਂ ਇੱਧਰ ਨੂੰ ਚਲੀ ਗਈ, ਇੱਧਰ ਨੂੰ ਚਲੀ ਗਈ। ਮੈਂ ਕਿੱਕ ਮਾਰੀ, ਇੱਧਰ ਨੂੰ ਚਲੀ ਗਈ ਫੁੱਟਬਾਲ, ਇੱਧਰ ਨੂੰ ਚਲੀ ਗਈ। ਹੁਣ ਦੱਸੋ ਮੇਰੇ ਕਿੱਕ ਮਾਰਨ ਦੇ ਨਾਲ ਕਿੰਨਾ ਐਂਗਲ ਬਦਲਿਆ ਫੁੱਟਬਾਲ ਦਾ, ਕਿੰਨਾ ਐਂਗਲ ਉਹ 'ਚ ਪੈਦਾ ਹੋਇਆ? ਹੁਣ ਕੋਈ ਕਹੂਗਾ ਆ ਐਂਗਲ ਪੈਦਾ ਹੋਇਆ, ਨਹੀਂ ਗਲਤ ਹੈ, ਇਹ ਨਹੀਂ ਹੋਇਆ। ਕਿਉਂ? ਕਿਉਂਕਿ ਤੁਸੀਂ ਮੈਨੂੰ ਇਹ ਦੱਸੋ ਕਿ ਜੇ ਮੈਂ, ਇਹ ਕੁਐਸਚਨ ਕੌਣ ਪੁੱਛ ਰਿਹਾ ਸੀ? ਹਿਮਾਨੀ ਪੁੱਛ ਰਹੀ ਸੀ ਨਾ? ਹਿਮਾਨੀ ਤੇਰਾ ਕੁਐਸਚਨ ਸੀ ਨਾ? ਨੋ ਸਰ, ਜੈਸਮੀਨ ਤੂੰ ਮੈਨੂੰ ਇਹ ਦੱਸ, ਜੇ ਮੈਂ ਫੁੱਟਬਾਲ ਨੂੰ ਨਾ ਮਾਰਦਾ ਲੱਤ, ਤਾਂ ਫੁੱਟਬਾਲ ਕਿੱਧਰ ਨੂੰ ਜਾ ਰਹੀ ਸੀ, ਕਿੱਧਰ ਨੂੰ ਜਾਣੀ ਸੀ? ਉਹ ਇੱਧਰ ਜਾ ਰਹੀ ਸੀ ਨਾ,
ਯੈਸ ਸਰ। ਜਾ ਤਾਂ ਇੱਧਰ ਰਹੀ ਸੀ ਹਾਂਜੀ sir। ਤੇ ਮੇਰੇ ਫੁੱਟਬਾਲ ਨੂੰ ਜਦੋਂ ਮੈਂ ਮਾਰੀ ਲੱਤ ਤਾਂ ਉਹ ਚਲੀ ਗਈ ਇੱਧਰ ਨੂੰ, ਤਾਂ ਬੇਸਿਕਲੀ ਕਿੰਨੀ ਮੈਂ ਦਿਸ਼ਾ ਉਹਦੀ ਬਦਲੀ, ਕਿੰਨਾ ਐਂਗਲ ਮੈਂ ਉਹਦੇ ਚ ਬਦਲਾਵ ਕੀਤਾ, ਆ ਐਂਗਲ ਬਦਲਾਵ ਕੀਤਾ ਮੈਂ, ਓਏ ਹੋਏ ਐਰੋ ਜਿਹਾ ਬਣ ਗਿਆ, ਖੜੀ ਆ ਐਂਗਲ ਚੇਂਜ ਕੀਤਾ ਮੈਂ, ਆ ਥੀਟਾ ਵਾ ਐਂਗਲ, ਆ ਨਹੀਂ ਹੈਗਾ ਜਿੱਥੋਂ ਇੱਕ ਅੰਦਰ ਆ ਰਿਹਾ ਇੱਕ ਬਾਹਰ ਜਾ ਰਿਹਾ। ਸੋ ਐਂਗਲ ਉਹ ਮੰਨਿਆ ਜਾਂਦਾ ਆ ਜਿੱਥੋਂ ਪਹਿਲਾਂ ਵਾਲੀ ਦਿਸ਼ਾ ਵੀ ਬਾਹਰ ਨੂੰ ਜਾ ਰਹੀ ਹੋਵੇ ਤੇ ਹੁਣ ਵਾਲੀ ਦਿਸ਼ਾ ਵੀ ਬਾਹਰ ਨੂੰ ਜਾ ਰਹੀ ਹੋਵੇ, ਤਾਂ ਮੰਨਾਂਗੇ ਵੀ ਇਹਨਾਂ ਦੋਨੋਂ ਦਿਸ਼ਾਵਾਂ 'ਚ ਆ ਐਂਗਲ। ਕਲੀਅਰ ਹੋਈ ਗੱਲ? ਹਾਂਜੀ ਸਰ। ਸੋ ਟ੍ਰਾਇੰਗਲ ਲਾਉਣ ਵੇਲੇ ਵੀ ਜਦੋਂ ਆਹ ਦੋ ਵੈਕਟਰ 'ਚ ਐਂਗਲ ਦੇਖਣਾ, ਤੂੰ ਇੱਕ ਵੈਕਟਰ ਨੂੰ ਤਾਂ ਐਂ ਕਰ ਦੇਂਗੀ ਤੇ ਆ ਜਿਹੜਾ ਦੂਜਾ ਵੈਕਟਰ ਆ ਵਾਲਾ ਚੱਕ ਕੇ ਇਹਨੂੰ ਐ ਰੱਖ ਦੇਂਗੀ। ਓਹੋ, ਮੈਂ ਕਈ ਵਾਰ ਕਾਲੀ ਚ ਨਾ ਉਹ ਕਰ ਦਿੰਦਾ ਵਾ ਤੇ ਮੁੜ ਕੇ ਮਟੇ ਕੇ ਕਰਨਾ ਪੈਂਦਾ ਕੰਮ। ਚਲੋ ਆ ਇੱਕ ਇਹ ਵੈਕਟਰ ਆ ਹੋ ਜਾਊਗਾ ਤੇਰਾ, ਦੂਜਾ ਵੈਕਟਰ ਇਧਰ ਨੂੰ ਹੋ ਜਾਊਗਾ ਇਸ ਤਰ੍ਹਾਂ, ਤਾਂ ਜਾਂ ਇਸ ਤਰ੍ਹਾਂ ਸ਼ਾਇਦ ਥੋੜਾ। ਤਾਂ ਹੁਣ ਤੈਨੂੰ ਇਹਨਾਂ ਦੋਨਾਂ ਚ ਐਂਗਲ ਆ ਇਧਰਲਾ ਨਹੀਂ ਹੈਗਾ, ਆ ਵਾਲਾ ਨਹੀਂ ਹੈਗਾ ਐਂਗਲ। ਜਦੋਂ ਇਹਨੂੰ ਥੋੜਾ ਵਧਾ ਕੇ ਦੇਖेंगे, ਰਫ ਦੇ ਵਿੱਚ ਵਧਾ ਕੇ ਦੇਖेंगे ਐ ਕਿ ਆਹ ਡਾਇਰੈਕਸ਼ਨ ਜਾ ਰਹੀ ਸੀ ਨਾ, ਤਾਂ ਹੁਣ ਇਹਦੇ ਨਾਲ ਆ ਐਂਗਲ ਦੱਸਿਆ ਜਾਊਗਾ। ਹੁਣ ਪਤਾ ਲੱਗਿਆ ਐਂਗਲ ਕਿੱਧਰ ਲੈਂਦੇ ਆ। ਹਾਂਜੀ ਹੁਣ ਸਰ। ਟ੍ਰਾਇੰਗਲ ਆ ਵਾਲਾ ਮੇਰਾ ਉਹ ਲੈਕਚਰ ਦੇਖ ਲਈ ਦੁਬਾਰਾ, ਕਿ ਟ੍ਰਾਇੰਗਲ ਆ ਚ ਮੈਂ ਕਿੱਥੇ ਐਂਗਲ ਲਿਆ ਸੀ ਥੀਟਾ, ਮੈਂ ਲਿਆ ਹੀ ਨਹੀਂ ਸੀ ਇੱਥੇ, ਮੈਂ ਬਾਹਰ ਲਿਆ ਸੀ। ਅੱਛਾ ਜਦੋਂ ਪੈਰਲਲੋਗ੍ਰਾਮ ਲਾ ਲਗਾਉਂਦੇ ਆ ਨਾ, ਫੇਰ ਦੇਖ ਫੇਰ ਕੁਝ ਹੋਰ ਹੁੰਦਾ। ਪੈਰਲਲੋਗ੍ਰਾਮ ਲਾ ਲਈ ਤਾਂ ਜਿੱਥੇ ਤੂੰ ਪਹਿਲਾ ਵੈਕਟਰ ਡਰਾ ਕਰੇਂਗੀ ਉੱਥੇ ਦੂਜਾ ਡਰਾ ਕਰਦੀ ਹੈ ਨਾ, ਹਾਂਜੀ। ਤੇ ਇਸ ਲਈ ਉੱਥੇ ਫਿਰ ਕੀ ਹੁੰਦਾ, ਉੱਥੇ ਐਂਗਲ ਫਿਰ ਆਹੀ ਵਾਲਾ ਲੈ ਲੈਂਦੇ ਆਪਾਂ, ਫਿਰ ਤਾਂ ਕੋਈ ਚੱਕਰ ਨਹੀਂ ਆ ਵੀ ਬਾਹਰ ਨੂੰ, ਆ ਵੀ ਬਾਹਰ ਨੂੰ। ਓਕੇ ਸਰ। ਠੀਕ ਹੈ, ਸੋ ਕੋਈ ਡਾਊਟ ਇਦਾਂ ਦਾ ਨਾ ਰੱਖਿਓ। ਅੱਛਾ ਹੁਣ ਆ ਜਾਂਦੇ ਆ ਵੀ ਅੱਗੇ ਗੱਲ ਆਪਾਂ। ਸਭ ਤੋਂ ਪਹਿਲੀ ਗੱਲ ਤੁਸੀਂ ਪੜ੍ਹੀ ਆ ਕੰਪੋਨੈਂਟਸ ਆਫ ਅ ਵੈਕਟਰ ਬਾਰੇ, ਤੇ ਤੁਸੀਂ ਦੇਖਿਆ ਕਿ ਕੰਪੋਨੈਂਟਸ ਕਿੰਨੇ ਹੋ ਸਕਦੇ ਨੇ, ਇਨਫਿਨਿਟਲੀ ਮੈਨੀ ਹੋ ਸਕਦੇ ਨੇ। ਐਂਡ ਕੰਪੋਨੈਂਟਸ ਆਰ ਨॉट यूनिक। ਕੰਪੋਨੈਂਟਸ ਯੂਨੀਕ ਨਹੀਂ ਹੁੰਦੇ, ਮਤਲਬ ਇਹ ਨਹੀਂ ਕਹਿ ਸਕਦੇ ਤੁਸੀਂ ਐਲ ਤੇ ਐਮ ਆ ਜੀ ਆਹੀ ਹੋ ਸਕਦੇ, ਹੋਰ ਨਹੀਂ ਹੋ ਸਕਦੇ। ਮੈਂ ਕਹੂੰਗਾ ਆ ਊੜਾ ਐੜਾ ਈਡੀ ਸਸਾ ਹਾਂ ਵੀ ਤਾਂ ਹੋ ਸਕਦੇ ਆ, ਫਿਰ ਤੁਸੀਂ ਕਹੋਗੇ ਹਾਂ ਬਸ ਆਹੀ ਹੋ ਸਕਦੇ, ਹੋਰ ਨਹੀਂ ਹੋ ਸਕਦੇ। ਮੈਂ ਕਹੂੰਗਾ ਆਹ ਪੀ ਤੇ ਕਿਊ ਵੀ ਤਾਂ ਹੋ ਸਕਦੇ ਆ, ਤੁਸੀਂ ਕਹੋਗੇ ਹਾਂ ਇਹ ਵੀ ਹੋ ਸਕਦੇ, ਮਤਲਬ ਫਿਰ ਮੈਂ ਤਾਂ ਤੁਹਾਨੂੰ ਹਰ ਵਾਰ ਕੀ ਜਾਊਂਗਾ ਨਵਾਂ ਨਵਾਂ। ਇਹਦਾ ਯੂਨੀਕਨੈਸ ਨਹੀਂ ਹੁੰਦੀ ਕਿਉਂਕਿ ਆਹੀ ਹੋ ਸਕਦੇ ਨੇ ਜੀ, ਹੋਰ ਕੋਈ ਨਹੀਂ ਹੋ ਸਕਦੇ। ਸੋ ਯੂਨੀਕ ਨਹੀਂ ਹੁੰਦੇ ਕੰਪੋਨੈਂਟਸ। ਹੁਣ ਜਿਹੜੀ ਸਭ ਤੋਂ ਜ਼ਰੂਰੀ ਗੱਲ ਹੈ ਉਹ ਹੈਗੀ ਆ rectangular components of a vector। ये बहुत इंपॉर्टेंट चीज है ਜਿਹਦੇ ਕਰਕੇ ਡਾਟ ਪ੍ਰੋਡਕਟ ਤੇ ਕ੍ਰਾਸ ਪ੍ਰੋਡਕਟ ਸਮਝ ਆਏਗਾ ਤੁਹਾਨੂੰ। ਰੈਕਟੈਂਗੂਲਰ ਕੰਪੋਨੈਂਟ ਕਿਹੜੇ ਹੁੰਦੇ ਨੇ? ਪਹਿਲੀ ਗੱਲ ਤਾਂ ਇਹ ਕਿ ਅਸੀਂ ਵੈਕਟਰਸ ਦੇ ਵਿੱਚ ਖਾਸ ਕਰਕੇ ਜਦੋਂ ਕੰਮ ਕਰਦੇ ਹਾਂ, ਅਸੀਂ ਮੋਸਟਲੀ ਕਿਸੇ ਨਾ ਕਿਸੇ ਫਰੇਮ ਆਫ ਰੈਫਰੈਂਸ 'ਚ ਕੰਮ ਕਰਦੇ ਹਾਂ। ਜਿਵੇਂ ਮੰਨ ਲਓ ਆ ਫਰੇਮ 'ਚ ਕੰਮ ਕਰ ਰਹੇ ਹਾਂ, ਆ ਐਕਸ ਐਕਸਿਸ ਤੇ ਵਾਈ ਐਕਸਿਸ ਨੇ, ਐ ਕੰਮ ਕਰ ਰਹੇ ਆ, ਤਾਂ ਉਹਦੇ ਵਿੱਚ ਆਪਣੇ ਵੈਕਟਰ ਹੁੰਦੇ ਨੇ ਜਿਹੜੇ ਵੈਕਟਰ ਦੀ ਆਪਾਂ ਗੱਲ ਕਰ ਰਹੇ ਹੁੰਦੇ ਆ। ਸੋ ਮੰਨ ਲਓ ਇਹਦੇ ਚ ਆ ਵੈਕਟਰ ਹੈ ਆਪਣਾ, ਤੇ ਇਸ ਵੈਕਟਰ ਦੇ ਕੰਪੋਨੈਂਟਸ ਬਹੁਤ ਸਾਰੇ ਹੋ ਸਕਦੇ ਨੇ, ਤੁਹਾਨੂੰ ਪਤਾ ਹੀ ਹੈ। ਜਿਵੇਂ ਮੈਂ ਹੁਣੇ ਵੀ ਲਿਖ ਰਿਹਾ ਸੀ ਆ ਏ ਵੈਕਟਰ ਹੈ, ਤੇ ਏ ਵੈਕਟਰ ਦੇ ਕਿੰਨੇ ਕੰਪੋਨੈਂਟ ਤੁਹਾਨੂੰ ਪਤਾ, ਮੈਂ ਇੱਥੇ ਗੱਲ ਨਹੀਂ ਪਾਉਣਾ ਚਾਹਤਾ, ਬਹੁਤ ਸਾਰੇ ਬਣ ਸਕਦੇ ਇੱਥੇ ਵੀ, ਤੁਹਾਨੂੰ ਪਤਾ ਹੈ ਸਾਰੀ ਗੱਲ। ਸੋ ਜਦੋਂ ਆਪਾਂ ਇਹਦਾ ਕੰਪੋਨੈਂਟ ਇਸ ਤਰ੍ਹਾਂ ਬਣਾਈਏ ਨਾ ਕਿ ਆਪਾਂ ਇਹਦਾ ਕੰਪੋਨੈਂਟ ਐ ਕਰੀਏ ਕਿ ਇੱਥੋਂ ਜਿੱਥੋਂ ਬਣਾਉਣ ਦਾ ਤਰੀਕਾ ਉਹੀ ਆ, ਇਸੇ ਪੁਆਇੰਟ ਤੋਂ ਕਿ ਇੱਕ ਕੰਪੋਨੈਂਟ ਤੁਸੀਂ ਐਕਸ ਐਕਸਿਸ ਦੇ ਪੈਰਲਲ ਕਰ ਦਿਓ, ਇੱਥੇ ਤੱਕ ਹੀ ਰੱਖਣਾ, ਉੱਪਰ ਹੋਰ ਨਹੀਂ ਅੱਗੇ ਲੈ ਕੇ ਆਣਾ। ਮੈਂ ਅੱਗੇ ਲੈ ਕੇ ਆਉਂਗਾ ਤਾਂ ਰੈਕਟੈਂਗੂਲਰ ਨਹੀਂ ਰਹਿਣਾ, ਫਿਰ ਰੈਕਟੈਂਗੂਲਰ ਵਾਲੇ ਇਹਦੇ ਬਿਲਕੁਲ ਨੀਚੇ ਤੱਕ ਲਿਆਓ ਤਾਂ ਕਿ ਦੂਜਾ ਕੰਪੋਨੈਂਟ ਵਾਈ ਐਕਸਿਸ ਦੇ ਪੈਰਲਲ ਆ ਜਾਏ। ਦੂਜਾ ਕੰਪੋਨੈਂਟ ਇੱਥੋਂ ਚੱਕ ਕੇ ਫਿਰ ਉੱਪਰ ਲੈ ਜਾਓ, ਆਈ ਤਾਂ ਲੈ ਆਨੇ ਨਾ ਕੰਪੋਨੈਂਟ ਬਣਾਣੇ ਆਪਾਂ। ਤਾਂ ਆ ਜਿਹੜੇ ਕੰਪੋਨੈਂਟ ਬਣੇ, ਇਹ ਕੰਪੋਨੈਂਟ A ਦਾ ਹੀ ਕੰਪੋਨੈਂਟ ਹੈ, ਇਹਦਾ ਨਾਮ ਆਪਾਂ ਰੱਖ ਦਿੰਦੇ ਆ A ਦੇ ਪੈਰ 'ਚ ਪਾ ਦਿੰਦੇ ਆ x, ਕਿਉਂਕਿ x ਐਕਸਿਸ ਵਾਲੇ ਪਾਸੇ ਨੂੰ ਆਇਆ ਹੈ, x ਦੇ ਪੈਰਲਲ ਆਇਆ। ਤੇ ਆਹ ਵਾਲਾ ਜਿਹੜਾ ਹੈਗਾ ਇਹ ਆਪਾਂ A y ਕਹਿ ਦਿੰਦੇ ਆ, ਇਹ ਉਹਦੇ ਪੈਰਲਲ ਆਇਆ ਵਾ। ਤਾਂ ਆਹ ਜਿਹੜਾ A ਵੈਕਟਰ ਆ ਤੁਹਾਡਾ, ਹੁਣ ਤੁਸੀਂ ਉਸਨੂੰ ਲਿਖ ਸਕਦੇ ਹੋ ax ਵੈਕਟਰ ਪਲਸ ay ਵੈਕਟਰ। ਸਮਝ ਲੱਗੀ ਗੱਲ? ਕਿਉਂਕਿ ਇਹ ਦੋਨੋਂ ਕੰਪੋਨੈਂਟ ਜਿਹੜੇ ਨੇ ਇਹ ਬੇਸਿਕਲੀ ਆਪਸ ਵਿੱਚ ਪਰਪੈਂਡੀਕੂਲਰ ਨੇ, ਇੱਥੇ ਐਂਗਲ ਥੀਟਾ ਦੇਖੋ 90 ਡਿਗਰੀ ਆ, ਤਾਂ ਇਹਨੂੰ ਕਹਿੰਦੇ ਰੈਕਟੈਂਗੂਲਰ ਕੰਪੋਨੈਂਟਸ ਆਫ ਅ ਵੈਕਟਰ। ਸਮਝ ਲੱਗੀ ਗੱਲ ਸਾਰਿਆਂ ਨੂੰ?
ਹਾਂਜੀ ਸਰ ਆਪਸ ਵਿੱਚ ਐਂਗਲ 90 ਡਿਗਰੀ ਦਾ ਹੁੰਦਾ ਆ, ਉਹ ਕੰਪੋਨੈਂਟਸ ਨੂੰ ਰੈਕਟੈਂਗੂਲਰ ਕੰਪੋਨੈਂਟਸ ਕਿਹਾ ਜਾਂਦਾ ਆ। ਤੇ ਜੇ ਕੋਈ ਬੱਚਾ ਕਹੇ ਕਿ ਨਹੀਂ ਜੀ ਅੱਛਾ ਇਹ ਹੁੰਦੇ ਨੇ ਯੂਨੀਕ, ਰੈਕਟੈਂਗੂਲਰ ਕੰਪੋਨੈਂਟ ਕਹਿੰਦੇ ਨੇ ਯੂਨੀਕ ਹੁੰਦੇ ਨੇ। ਹੁਣ ਇੱਕ ਬੱਚਾ ਕਹਿੰਦਾ ਨਹੀਂ ਜੀ ਯੂਨੀਕ ਨਹੀਂ ਹੁੰਦੇ, ਮੈਂ ਉੱਪਰ ਨੂੰ ਵੀ ਬਣਾ ਸਕਦਾ ਹਾਂ ਤੇ ਉਹ ਵੀ ਰੈਕਟੈਂਗੂਲਰ ਬਣ ਜਾਣਗੇ। ਕੋਈ ਬੱਚਾ ਕਹਿੰਦਾ ਕਿ ਨਹੀਂ ਜੀ ਮੈਂ ਯੂਨੀਕ ਬਣਾ ਕੇ ਦਿਖਾਉਣਾ ਤੁਹਾਨੂੰ, ਯੂਨੀਕਨੈਸ ਖਤਮ ਕਰਕੇ ਵੀ ਆਹ ਦੇਖੋ ਐ ਬਣਾ ਦਿਓ ਪਹਿਲਾਂ, ਫਿਰ ਇੱਥੋਂ ਉਹ ਐ ਬਣਾ ਦਿਓ ਪਹਿਲਾਂ, ਦੂਜਾ ਐ ਬਣਾ ਦਿਓ। ਤਾਂ ਬੱਚਾ ਕਹੂਗਾ ਦੇਖੋ ਜੀ ਮੈਂ ਤਾਂ ਦੂਜੇ ਵੀ ਬਣਾ ਦੇ, ਤੁਸੀਂ ਕਹਿੰਦੇ ਯੂਨੀਕ ਆ, ਯੂਨੀਕਨੈਸ ਤਾਂ ਹੈ ਨਹੀਂ। ਦੇਖੋ ਯੂਨੀਕਨੈਸ ਹੈਗੀ ਆ, ਕਿਉਂਕਿ ਜਿਹੜਾ ਆਹ ਵਾਲਾ ਵੈਕਟਰ ਆ ਤੁਹਾਡਾ, ਆਹ ਵਾਲਾ ਵੈਕਟਰ ਇਹ ਬਿਲਕੁਲ ਆਹੀ ਵੈਕਟਰ ਦੇ ਬਰਾਬਰ ਨਹੀਂ ਹੋ ਗਿਆ, ਦੇਖੋ ਸੇਮ ਹੋ ਗਿਆ, ਦ ਸੇਮ ਡਾਇਰੈਕਸ਼ਨ ਸੇਮ ਮੈਗਨੀਟਿਊਡ। ਤੇ ਜਿਹੜਾ ਆਹ ਵਾਲਾ ਵੈਕਟਰ ਆ, ਆਹ ਵੈਕਟਰ ਇਹਦੇ ਉੱਪਰ ਵਾਲੇ ਦੇ ਬਰਾਬਰ ਨਹੀਂ ਹੋ ਗਿਆ, ਸੇਮ ਵੈਕਟਰ ਸੇਮ ਡਾਇਰੈਕਸ਼ਨ ਸੇਮ ਮੈਗਨੀਟਿਊਡ। ਸੋ ਤੁਸੀਂ ਜੇ 10 ਨੂੰ 2+8 ਲਿਖਿਆ ਤਾਂ ਕਿਸੇ ਨੇ 8+2 ਲਿਖਤਾ ਤਾਂ ਨਵੇਂ ਕੰਪੋਨੈਂਟ ਥੋੜੀ ਬਣਾਏ ਨੇ ਉਹਨੇ। ਇਸ ਲਈ ਆਹ ਰੈਕਟੈਂਗੂਲਰ ਕੰਪੋਨੈਂਟ ਜਿਹੜੇ ਯੂਨੀਕ ਨੇ, ਸੋ ਇਸ ਲਈ ਆਪਾਂ ਕਹਿੰਦੇ ਆ ਰੈਕਟੈਂਗੂਲਰ ਕੰਪੋਨੈਂਟਸ ਆਰ ਯੂਨੀਕ। ਇਸ ਲਈ ਇਹ ਖਾਸ ਹੁੰਦੇ ਨੇ ਕਿਸੇ ਵੀ ਵੈਕਟਰ ਦੇ ਲਈ, ਰੈਕਟੈਂਗੂਲਰ ਕੰਪੋਨੈਂਟ ਖਾਸ ਹੁੰਦੇ ਨੇ। ਸਮਝ ਲੱਗੀ ਸਾਰਿਆਂ ਨੂੰ ਗੱਲ ਇਹ? ਰੈਕਟੈਂਗੂਲਰ ਕੰਪੋਨੈਂਟਸ ਮਤਲਬ ਕਿ ਜਿਹੜੇ ਕੰਪੋਨੈਂਟਸ ਆਪਸ ਵਿੱਚ 90 ਡਿਗਰੀ ਦੇ ਹੁੰਦੇ ਆ। ਹਾਂ ਉਹ ਕੰਪੋਨੈਂਟ ਨੂੰ ਆਪਾਂ ਰੈਕਟੈਂਗੂਲਰ ਕੰਪੋਨੈਂਟ ਕਹਿ ਦਿੰਦੇ ਆ। ਹਾਂਜੀ ਜਿਹੜੇ ਬਾਕੀ ਹੁੰਦੇ ਉਹ ਬਾਕੀ ਕੰਪੋਨੈਂਟਸ ਕਹਿ ਦਿੰਦੇ ਬਸ, ਕੰਪੋਨੈਂਟਸ ਹੁੰਦੇ ਨੇ ਬਸ। ਹੁਣ ਮੈਂ ਕਿੰਨੇ ਸਾਰੇ ਬਣਾਏ ਸੀ ਦੇਖ, ਨਾਲੇ 2 ਹੀ ਥੋੜੀ ਹੁੰਦੇ, ਫਿਰ ਤਾਂ ਕਈ ਹੋ ਸਕਦੇ ਨੇ। ਰੈਕਟੈਂਗੂਲਰ ਕੰਪੋਨੈਂਟ ਜਿਹੜੇ 2 ਜਾਂ 3 ਹੋ ਸਕਦੇ ਨੇ ਜੇ ਸਪੇਸ 'ਚ ਹੋਣ ਤਾਂ। ਸਪੇਸ 'ਚ ਕਿਉਂਕਿ 3 ਪਰਪੈਂਡੀਕੂਲਰ ਕੰਪੋਨੈਂਟ ਹੋ ਸਕਦੇ ਨੇ ਨਾ ਸਪੇਸ ਦੇ ਵਿੱਚ। ਸਪੇਸ 'ਚ ਕੋਈ ਵੈਕਟਰ ਉੱਪਰ ਨੂੰ ਹਵਾ 'ਚ ਹੋਵੇ, ਉਹ ਮੈਂ ਸਮਝਾਉਂਗਾ ਤੁਹਾਨੂੰ, ਮੈਂ ਇੱਕ ਬਾਕਸ ਜਿਹਾ ਬਣਾ ਕੇ ਸਮਝਾਉਂਗਾ, ਉਹ ਵੱਖਰੀ ਗੱਲ ਆ। ਪਹਿਲਾਂ 2 ਜੀ ਸਮਝਾ ਰਿਹਾ ਮੈਂ ਤੁਹਾਨੂੰ, ਸਿਰਫ ਪਲੇਨ 'ਚ ਗੱਲ ਕਰ ਰਿਹਾ। ਕੋਈ ਹੋਰ ਕੌਣ ਬੋਲ ਰਿਹਾ? ਸਰ ਮੈਂ ਬੋਲ ਰਹੀ ਹਿਮਾਨੀ। ਹਾਂਜੀ ਹਿਮਾਨੀ। ਸਰ ਅਨਿਲ ਸਰ ਨੇ ਤਾਂ ਕਿਹਾ ਸੀ ਕਿ ਸੈੱਟ ਕਿੰਨੇ ਵੀ ਹੋ ਸਕਦੇ ਨੇ, ਪਰ ਇੱਕ ਸੈੱਟ ਦੇ ਵਿੱਚ ਸਿਰਫ 2 ਹੀ ਕੰਪੋਨੈਂਟਸ ਹੋਣਗੇ। ਤਾਂ ਜੇ ਸੈੱਟ ਕਿੰਨੇ ਵੀ ਹੋ ਸਕਦੇ ਨੇ ਫਿਰ ਤਾਂ ਸਰ ਅਲੱਗ-ਅਲੱਗ ਹੋ ਗਏ, ਸਰ ਯੂਨੀਕ ਕਿਵੇਂ ਹੋਏ ਉਹ? ਦੇਖੋ ਮੈਂ ਜਿਵੇਂ ਤੁਹਾਨੂੰ ਕਹਿ ਰਿਹਾ, ਜਦੋਂ ਆਪਾਂ ਕਿਸੇ ਵੀ ਐਕਸ ਫਰੇਮ 'ਚ ਕੰਮ ਕਰਦੇ ਹਾਂ, ਜਿਵੇਂ ਐਕਸ ਤੇ ਵਾਈ ਐਕਸਿਸ ਵਿੱਚ ਕੰਮ ਕਰ ਰਹੇ ਹਾਂ ਨਾ ਆਪਾਂ ਇੱਥੇ, ਹਨਾ ਐਕਸ ਵਾਈ ਪਲੇਨ ਵਿੱਚ ਕੰਮ ਕਰ ਰਹੇ ਹਾਂ, ਉੱਥੇ ਇਹਦੇ ਕੰਪੋਨੈਂਟ ਜਿਹੜੇ ਨੇ ਉਹ ਆਹੀ ਬਣ ਸਕਦੇ ਨੇ ਰੈਕਟੈਂਗੂਲਰ ਕੰਪੋਨੈਂਟ। ਇਹ ਤੋਂ ਇਲਾਵਾ ਕੋਈ ਹੋਰ ਰੈਕਟੈਂਗੂਲਰ ਕੰਪੋਨੈਂਟ ਬਣਾ ਕੇ ਦਿਖਾਓ, ਬਣ ਸਕਦਾ ਕੋਈ? ਇਸ ਲਈ ਮੈਂ ਪਹਿਲਾਂ ਐਕਸ ਵਾਈ ਐਕਸਿਸ ਬਣਾਈ ਹੈ ਤੁਹਾਡੇ ਸਾਹਮਣੇ, ਫਿਰ ਮੈਂ ਇਹ ਬਣਾਇਆ ਸਾਰਾ ਕੁਝ। ਓਏ ਹੋਏ ਚਲੋ ਕੋਈ ਨਹੀਂ, ਤੁਹਾਨੂੰ ਗੱਲ ਪਤਾ ਹੀ ਹੈ। ਆਪਾਂ ਇਹ ਵੈਕਟਰ A ਨੂੰ ਡਾਇਆਮੀਟਰ ਲਈਏ ਸਰਕਲ ਦਾ, ਸਿਰ ਫਿਰ ਤਾਂ ਆਪਾਂ ਕਿੰਨੇ ਵੀ ਰੈਕਟੈਂਗੂਲਰ ਕੰਪੋਨੈਂਟਸ ਬਣਾ ਸਕਦੇ ਆ ਨਾ। ਜੇ ਆਪਾਂ A ਵੈਕਟਰ ਨੂੰ ਡਾਇਆਮੀਟਰ ਲਈਏ ਕਿ ਸਰਕਲ ਦਾ, ਹਾਂ ਸਰ ਫਿਰ ਤਾਂ ਆਪਾਂ ਕਿੰਨੇ ਵੀ ਬਣਾ ਸਕਦੇ ਰੈਕਟੈਂਗੂਲਰ ਕੰਪੋਨੈਂਟਸ। ਕਿਵੇਂ ਬਣਾਓਗੇ? ਸਰ ਕਿਉਂਕਿ ਸੈਮੀ ਸਰਕਲ ਜਿਹੜੇ ਆਪਾਂ ਐਂਗਲ ਬਣਾਉਂਦੇ ਆ ਉਹ 90 ਡਿਗਰੀ। ਦੇਖੋ ਪਹਿਲੀ ਗੱਲ ਤਾਂ ਇਹ ਕਿ ਉਹ ਜਿਹੜਾ ਸਰਕਲ ਹੈ, ਜਿਹੜਾ ਉਹ ਸਰਕਲ ਦੀ, ਜੇ ਮੈਂ ਇਹੀ ਗੱਲ ਕਰ ਰਿਹਾ ਤੁਹਾਡੇ ਨਾਲ ਕਿ ਜਿਹੜਾ ਜੇ ਮੈਂ ਕਿਸੇ ਐਕਸ ਵਾਈ ਪਲੇਨ 'ਚ ਕੰਮ ਕਰ ਰਿਹਾ, ਕਿਉਂਕਿ ਮੈਂ ਜਦੋਂ ਮੈਂ ਇਹ ਕੰਮ ਕਰੂੰਗਾ, ਦੇਖੋ ਮੈਂ ਤੁਹਾਨੂੰ ਦੱਸਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵਿੱਚ ਹੀ ਆ ਜਾਊਗੀ। ਜਦੋਂ ਮੈਂ ਗੱਲ ਕਰ ਰਿਹਾ ਕਿਸੇ ਐਕਸ ਵਾਈ ਪਲੇਨ ਵਿੱਚ ਗਿਵਨ ਪਲੇਨ 'ਚ ਕੰਮ ਕਰ ਰਿਹਾ, ਉਦੋਂ ਇਹਦੇ ਕੰਪੋਨੈਂਟਸ ਯੂਨੀਕ ਨੇ। ਜਦੋਂ ਮੈਂ ਸਰਕਲ 'ਚ ਲੈ ਗਿਆ ਫਿਰ ਤਾਂ ਮੈਂ ਗੱਲ ਹੀ ਕਿਤੇ ਹੋਰ ਕਰ ਰਿਹਾ। ਜਿਵੇਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਦੇਖੋ ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਕਿ ਕੋਈ ਇਸ ਤਰ੍ਹਾਂ ਦਾ ਸਰਫੇਸ ਹੈ ਕੋਈ, ਆ ਦੇਖੋ ਇਹ ਆਪਾਂ ਕਰਾਂਗੇ ਅੱਗੇ ਫੋਰਸ ਉਹਦੇ ਵਿੱਚ ਵੀ, ਮਤਲਬ ਇਸ ਤਰ੍ਹਾਂ ਆਹ ਸਰਫੇਸ ਹੈ ਆਪਣੇ ਕੋਲ ਮੰਨ ਲਓ। ਹੁਣ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਆਪਾਂ ਜਦੋਂ ਕੰਪੋਨੈਂਟ ਬਣਾਉਂਦੇ ਆ, ਇੱਥੇ ਆਪਾਂ ਥੋੜੀ ਜਿਹੀ ਦੇਖਦੇ ਆ ਕਿ ਆਪਾਂ ਕੋਈ ਐਕਸ ਵਾਈ ਕੰਪੋਨੈਂਟ ਐਕਸ ਵਾਈ ਐਕਸਿਸ ਨਹੀਂ ਬਣਾ ਰਹੇ ਕੋਈ। ਆਪਾਂ ਇੱਥੇ ਮੰਨ ਲਓ ਕੋਈ ਆਬਜੈਕਟ ਪਿਆ ਤੇ ਉਸ ਆਬਜੈਕਟ ਦਾ weight ਮੰਨ ਲਓ ਨੀਚੇ ਨੂੰ ਐਕਟ ਕਰ ਰਿਹਾ। ਇੱਥੇ ਆਬਜੈਕਟ ਪਿਆ ਮੰਨ ਲਓ ਇਹਦੇ ਉੱਪਰ ਕੋਈ ਇਸ ਜਗ੍ਹਾ ਤੇ, ਇੱਥੇ ਆਬਜੈਕਟ ਪਿਆ ਉਹ, ਠੀਕ ਹੈ, ਉਹਦਾ mg weight ਨੀਚੇ ਨੂੰ ਐਕਟ ਕਰੇਗਾ ਕਿ ਨਹੀਂ ਕਰੇਗਾ, ਹਨਾ? ਤੇ ਜੇ ਮੈਂ ਇਸ ਕੰਪੋਨੈਂਟ ਇਹਦੇ ਕੰਪੋਨੈਂਟ ਮੈਂ ਬਣਾਉਂਗਾ ਬਾਅਦ ਵਿੱਚ, ਇਹਦੇ ਕੰਪੋਨੈਂਟ ਜਦੋਂ ਅੱਗੇ ਜਾ ਕੇ ਮੈਂ ਤੁਹਾਨੂੰ ਕਰਾਉਂਗਾ ਨਾ, ਮੈਂ ਤੁਹਾਨੂੰ ਕਰਾਉਂਗਾ ਕਿ ਇਹਦਾ ਕੰਪੋਨੈਂਟ ਇੱਕ ਤਾਂ ਆ ਬਣੇਗਾ ਤੇ ਇੱਕ ਆਪਾਂ ਇਹਦਾ ਕੰਪੋਨੈਂਟ ਆ ਬਣਾਵਾਂਗੇ। ਤਾਂ ਉੱਥੇ ਉਹ ਕੰਪੋਨੈਂਟ ਆਬਵੀਅਸਲੀ ਨਾ ਤਾਂ ਐਕਸ ਐਕਸਿਸ ਦੇ ਪੈਰਲਲ ਬਣਾ ਰਹੇ ਨਾ ਵਾਈ ਦੇ ਪੈਰਲਲ। ਜੇ ਆ ਥੀਟਾ ਬਦਲ ਦੋ ਤੁਸੀਂ, ਸਲਾਂਟ ਥੋੜੀ ਘਟਾ ਦਿਓ ਜਾਂ ਵਧਾ ਦਿਓ, ਫਿਰ ਇਹ ਕੰਪੋਨੈਂਟਸ ਵੀ ਬਦਲ ਜਾਣਗੇ। ਸੋ ਰੈਕਟੈਂਗੂਲਰ ਕੰਪੋਨੈਂਟਸ ਇਸ ਤਰ੍ਹਾਂ ਤਾਂ ਬਹੁਤ ਸਾਰੇ ਹੋ ਸਕਦੇ ਨੇ। ਤੁਹਾਡੀ ਗੱਲ ਜਿਹੜੀ ਸਰਕਲ ਵਾਲੀ ਉਹ ਤਾਂ ਬਿਲਕੁਲ ਸਹੀ ਹੈ, ਸਰਕਲ ਵਾਲੀ ਗੱਲ ਬਿਲਕੁਲ ਸਹੀ ਹੈ ਕਿ ਸਰਕਲ ਦੇ ਕੇਸ ਦੇ ਵਿੱਚ ਤਾਂ ਤੁਸੀਂ ਜਿੰਨੇ ਮਰਜ਼ੀ ਬਣਾ ਲਓ, ਉਹਨੂੰ ਚੱਕ ਕੇ ਜਿਹੜੇ ਮਰਜ਼ੀ ਸਰਕਲ ਦੇ ਪੁਆਇੰਟ ਲਾ, ਕਿਉਂਕਿ ਐਂਗਲ ਇਨ ਅ ਸੈਮੀ ਸਰਕਲ ਇਜ਼ ਆਲਵੇਜ਼ 90 ਡਿਗਰੀ। ਠੀਕ ਹੈ, ਉਹ ਗੱਲ ਤੁਹਾਡੀ ਉੱਥੇ ਵੈਲਿਡ ਹੈ। ਪਰ ਮੈਂ
xy ਐਕਸਿਸ ਬਣਾ ਕੇ ਕਿਸੇ ਗਿਵਨ xy ਐਕਸਿਸ ਦੇ ਵਿੱਚ ਇਹਨਾਂ ਦੇ ਪੈਰਲਲ ਵਾਲੇ ਕੰਪੋਨੈਂਟ ਦੀ ਗੱਲ ਕਰ ਰਿਹਾ, ਕਿਉਂਕਿ ਇਹਦੇ ਨਾਲ ਆਪਣਾ ਦੂਜੀ ਰਿਪਰੈਜ਼ੈਂਟੇਸ਼ਨ ਨਿਕਲਣੀ ਹੈ ਵੈਕਟਰਸ ਦੀ, ਜਿਹੜੀ ਤੁਹਾਡੀ Yes, sir. ਸਹੀ ਹੈ। ਹਾਂਜੀ ਠੀਕ ਠੀਕ ਹੈ, ਤੁਹਾਡੀ ਗੱਲ ਤਾਂ ਸਹੀ ਹੈਗੀ ਹੀ ਆ, ਪਰ ਇਹ ਵਾਲੀ ਜਿਹੜੀ ਗੱਲ ਮੈਂ ਕਹਿ ਰਿਹਾ, ਮੈਂ xy ਐਕਸਿਸ ਦੇ ਅਰਾਊਂਡ ਕਹਿ ਰਿਹਾ ਕਿ ਇਹਨਾਂ ਦੇ ਪੈਰਲਲ ਜਿਹੜੇ ਤੁਹਾਡੇ ਕੰਪੋਨੈਂਟਸ ਆਣਗੇ ਉਹ ਯੂਨੀਕ ਆਣਗੇ, x ਦੇ ਪੈਰਲਲ ਤੇ y ਦੇ ਪੈਰਲਲ। ਉਹਦੇ ਲਈ ਤੁਸੀਂ ਕੋਈ ਮਰਜ਼ੀ ਵੈਕਟਰ ਲੈ ਸਕਦੇ ਹੋ, ਜਿਵੇਂ ਆ ਦੇਖੋ ਮੈਂ ਇੱਕ ਵੈਕਟਰ ਹੋਰ ਬਣਾ ਦੇਣਾ, ਅੱਛਾ ਮੰਨ ਲਓ ਇੱਧਰ ਨੂੰ ਬਣਾ ਦਿੰਦੇ ਆ, ਜ਼ਰੂਰ ਥੋੜੀ ਉੱਪਰ ਨੂੰ ਹੋਏਗਾ ਵੈਕਟਰ, ਨੀਚੇ ਨੂੰ ਵੀ ਹੋ ਸਕਦਾ ਹੈ। ਹੁਣ ਆ ਵੈਕਟਰ ਬਣ ਗਿਆ। ਹੁਣ ਇਸ ਵੈਕਟਰ ਦੇ ਲਈ ਜੇ ਮੈਂ ਕੰਪੋਨੈਂਟਸ ਦੀ ਗੱਲ ਕਰਾਂ, ਕੰਪੋਨੈਂਟ ਬਣਾਵਾਂ, ਤਾਂ ਕੰਪੋਨੈਂਟਸ ਇਹਦੇ ਕਿਵੇਂ ਬਣ ਸਕਦੇ ਨੇ, ਦੇਖੋ ਇੱਥੋਂ ਲੈ ਲਓ, ਭਾਵੇਂ x ਐਕਸਿਸ ਦੇ ਪੈਰਲਲ ਪਹਿਲਾਂ ਬਣਾਓਗੇ ਤਾਂ ਪਹਿਲਾ ਐਕਸਿਸ ਦੇ ਪੈਰਲਲ ਇੱਧਰ ਨੂੰ ਆਊਗਾ, ਇਹਦੇ ਬਿਲਕੁਲ ਉੱਪਰ ਤੱਕ ਆਊਗਾ, ਵਰਟੀਕਲੀ ਉੱਪਰ ਤੱਕ, ਇੱਥੇ ਤੱਕ ਆਊਗਾ, ਠੀਕ ਹੈ। ਉਸ ਤੋਂ ਬਾਅਦ ਦੂਜਾ ਇੱਥੋਂ ਨੀਚੇ ਆਊਗਾ। ਸੋ ਆ ਜਿਹੜੇ ਕੰਪੋਨੈਂਟਸ ਨੇ ਇਹ ਰੈਕਟੈਂਗੂਲਰ ਕੰਪੋਨੈਂਟਸ ਨੇ ਆਪਣੇ। ਇਸ ਤੋਂ ਇਲਾਵਾ x ਐਕਸਿਸ ਦੇ ਪੈਰਲਲ ਤੇ y ਐਕਸਿਸ ਦੇ ਪੈਰਲਲ ਕੋਈ ਹੋਰ ਕੰਪੋਨੈਂਟ ਬਣ ਹੀ ਨਹੀਂ ਸਕਦੇ। ਜੇ ਕੋਈ ਬਣਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਇੱਥੋਂ ਹੀ ਕਰ ਸਕਦਾ ਕਿ ਪਹਿਲਾਂ y ਦੇ ਪੈਰਲਲ ਬਣਾ ਲਵੇ, ਠੀਕ ਹੈ ਨਾ, ਪਹਿਲਾਂ y ਦੇ ਪੈਰਲਲ ਬਣਾ ਲਵੇ, y ਦੇ ਪੈਰਲਲ ਬਣਾਉਣ ਤੋਂ ਬਾਅਦ ਉਹ ਫਿਰ x ਦੇ ਪੈਰਲਲ ਬਣਾਵੇ ਇੱਧਰ ਨੂੰ, ਤਾਂ ਫਿਰ ਮੈਂ ਉਹਨੂੰ ਕੀ ਕਹੂੰਗਾ, ਮੈਂ ਕਹੂੰਗਾ ਦੇਖ ਵੀ ਆ ਜਿਹੜਾ ਤੂੰ ਵੈਕਟਰ ਬਣਾਇਆ ਤਾਂ ਉਹੀ ਬਣਾਇਆ ਜਿਹੜਾ ਪਹਿਲਾਂ ਮੈਂ ਹੀ ਬਣਾਇਆ ਸੀ, ਇਹ ਵੀ ਉਹੀ ਬਣਾਇਆ ਜਿਹੜਾ ਮੈਂ ਪਹਿਲਾਂ ਬਣਾਇਆ ਸੀ। ਇਸ ਸੈਂਸ 'ਚ ਮੈਂ ਇਸ ਸੈਂਸ ਦੇ ਵਿੱਚ ਮੈਂ ਉਹਨੂੰ ਯੂਨੀਕਨੈਸ ਕਹਿ ਰਿਹਾ। ਕਲੀਅਰ ਗੱਲ? ਹਾਂਜੀ ਸਰ। ਠੀਕ। ਹੁਣ ਜਿਹੜੇ ਕੰਪੋਨੈਂਟਸ ਹੁੰਦੇ ਨੇ ਰੈਕਟੈਂਗੂਲਰ ਕੰਪੋਨੈਂਟਸ, ਜੇ ਆਪਾਂ ਉਹ ਬਣਾਣੇ ਆ ਕਿਸੇ ਵੀ ਉਹਦੇ ਅਰਾਊਂਡ, ਉਹ ਕਿਸੇ ਵੀ ਸਰਫੇਸ ਦੇ ਅਰਾਊਂਡ ਆਪਾਂ ਬਣਾ ਸਕਦੇ ਹਾਂ, ਕਿਸੇ ਵੀ ਸਰਫੇਸ ਦੇ ਅਰਾਊਂਡ। ਤੇ ਜੇ ਮੈਂ ਇਹ ਗੱਲ ਕਰਾਂ ਕਿ ਮੰਨ ਲਓ ਮੇਰਾ ਇਹ ਵੈਕਟਰ ਹੈ, ਆ ਇੱਕ ਵੈਕਟਰ ਹੈ, ਤੇ ਕਿਸੇ ਵੀ ਵੈਕਟਰ ਦੇ ਬਾਰੇ ਹੁਣ ਤੱਕ ਜੋ ਮੈਂ ਇਨਫੋਰਮੇਸ਼ਨ ਦੇ ਰਿਹਾ ਸੀ, ਕੀ ਦੇ ਰਿਹਾ ਸੀ ਕਿ ਆ ਇਹ ਵੈਕਟਰ ਹੈ, ਤੇ ਇਹਦੀ ਲੈਂਥ ਨੂੰ ਕੀ ਕਹਿੰਦੇ ਆਪਾਂ, ਕੱਲੀ ਇਹ ਕਹਿ ਦਿੰਦੇ ਆ ਇਹਦੀ ਲੈਂਥ। ਆ ਕਿਵੇਂ ਬਣ ਜਾਂਦੇ ਆ ਦੋ, ਠੀਕ ਹੈ ਜੀ। ਤੇ ਹੁਣ ਮੈਂ ਇਹਦੇ ਰੈਕਟੈਂਗੂਲਰ ਕੰਪੋਨੈਂਟ ਜੇ ਬਣਾਉਣਾ ਤਾਂ ਉਹਨਾਂ ਦੇ ਬਾਰੇ ਮੈਂ ਕੀ ਇਨਫੋਰਮੇਸ਼ਨ ਦੇਣ ਨੂੰ ਚਾਹਦਾ, ਉਹਨੂੰ ਦੇਖੋ। ਇੱਕ ਤਾਂ ਮੈਂ ਬਣਾ ਦਿੰਦਾ ਵਾ ਇਹਦੇ ਪੈਰਲਲ, ਆਪਾਂ ਮੋਸਟਲੀ ਹੌਰੀਜ਼ੌਂਟਲ ਤੇ ਵਰਟੀਕਲ ਬਣਾ ਲੈਂਦੇ ਹੁੰਦੇ ਆ ਜਦੋਂ ਆਪਣੀ ਕਨਵੀਨੀਅੰਸ ਲਈ ਆਪਾਂ ਗੱਲ ਸਮਝਣੀ ਹੈ, ਸਿੱਖਣੀ ਹੈ ਤਾਂ, ਬਾਕੀ ਤੁਹਾਨੂੰ ਪਤਾ ਹੀ ਆ ਸਰਕਲ ਵਾਲੀ ਗੱਲ ਜਿਵੇਂ। ਤੇ ਇੱਥੋਂ ਮੈਂ ਇੱਕ ਕੰਪੋਨੈਂਟ ਉੱਪਰ ਨੂੰ ਬਣਾ ਦਿੰਦਾ ਇੱਥੋਂ ਇਸ ਤਰ੍ਹਾਂ। ਹੁਣ ਜਿਹੜੇ ਆ ਦੋ ਕੰਪੋਨੈਂਟ ਬਣੇ ਨੇ ਨਾ, ਇਹਨਾਂ ਦਾ ਨਾਮ ਤਾਂ ਤੁਸੀਂ ਤੁਹਾਨੂੰ ਪਤਾ ਕੁਝ ਹੋਰ ਰੱਖੋਗੇ, ਪਰ ਇਹਨਾਂ ਦਾ ਮੈਗਨੀਚਿਊਡ ਕਿੰਨਾ ਹੋਏਗਾ ਆਪਾਂ ਮੈਗਨੀਚਿਊਡ ਪਹਿਲੇ ਲਿਖ ਸਕਦੇ ਹਾਂ। ਜੇ ਆਪਾਂ ਨੂੰ ਆ ਐਂਗਲ ਗਿਵਨ ਹੋਵੇ, ਆ ਐਂਗਲ ਮੰਨ ਲਓ a ਵੈਕਟਰ ਦਾ ਪਹਿਲੇ ਕੰਪੋਨੈਂਟ ਦੇ ਨਾਲ ਮੰਨ ਲਓ ਐਂਗਲ ਥੀਟਾ ਹੈ, ਤਾਂ ਇਹਦਾ ਮੈਗਨੀਚਿਊਡ ਇਹਦੀ ਲੈਂਥ ਹੁੰਦੀ ਹੈ। ਦੇਖੋ ਤੇ ਲੈਂਥ ਕਿੰਨੀ ਹੋਏਗੀ ਇਹਦੀ, ਜੇ ਇਹਦੀ ਲੈਂਥ a ਹੈ ਤਾਂ ਆ ਬੇਸ ਹੈ, ਇਸ ਥੀਟਾ ਲਈ ਆ ਬੇਸ ਹੈ, ਬੇਸ ਅਪਨ ਹਾਈਪੋਟੇਨਿਊਜ਼ ਹੈ ਨਾ, ਬੇਸ ਅਪਨ ਹਾਈਪੋਟੇਨਿਊਜ਼ ਕਿੰਨਾ ਹੈ a is equal to cos of theta। ਸੋ ਜਿਹੜਾ ਬੇਸ ਤੁਹਾਡਾ ਹੋਏਗਾ ਉਹ ਕਿਹਦੇ ਬਰਾਬਰ ਆਏਗਾ, a cos theta। ਸੋ ਇਹਦੀ ਜਿਹੜੀ ਲੈਂਥ ਆਏਗੀ ਕਿੰਨੀ ਆਏਗੀ, a cos theta ਆਏਗੀ ਇਸ ਵਾਲੇ ਵੈਕਟਰ ਦੀ ਜਿਹੜੀ ਨੀਚੇ ਨੂੰ ਹੈ। ਇਸੇ ਤਰ੍ਹਾਂ ਇਹਦੀ ਕਿੰਨੀ ਆਏਗੀ, a sin theta। ਸੋ ਇਹਦਾ ਮਤਲਬ ਜੇ ਕਿਸੇ ਵੈਕਟਰ ਨੂੰ ਕੰਪੋਨੈਂਟਸ ਡਿਵਾਈਡ ਕੀਤਾ ਤਾਂ ਜਿਹੜਾ ਥੀਟਾ ਐਂਗਲ ਬਣ ਰਿਹਾ ਇਸ ਵੈਕਟਰ ਦਾ, ਜਿਸ ਵੈਕਟਰ ਦੇ ਕੰਪੋਨੈਂਟ ਆ, ਉੱਥੇ ਆਪਣੇ ਕੋਲ ਜਿਹੜਾ ਕੰਪੋਨੈਂਟ ਆਏਗਾ a cos theta ਆਏਗਾ, ਇਹਦੀ ਲੈਂਥ ਇਨਟੂ a cos theta, ਇੱਥੇ a sin theta। ਇਹ ਸਿਰਫ ਮੈਗਨੀਚਿਊਡ ਹੈ, ਇਹ ਸਿਰਫ ਮੈਗਨੀਚਿਊਡ ਲਿਖਿਆ ਮੈਂ, ਡਾਇਰੈਕਸ਼ਨ ਤਾਂ ਤੁਹਾਨੂੰ ਐਰੋ 'ਚ ਦਿਖ ਰਹੀ ਹੈ, ਇਹ ਵੀ ਸਿਰਫ ਮੈਗਨੀਚਿਊਡ ਹੈ, ਡਾਇਰੈਕਸ਼ਨ ਤਾਂ ਤੁਹਾਨੂੰ ਐਰੋ 'ਚ ਦਿਖ ਰਹੀ ਹੈ। ਕਲੀਅਰ ਹੈ ਗੱਲ? ਅੱਛਾ, ਹੁਣ ਇਹ 'ਚ ਇੱਕ ਹੋਰ ਗੱਲ, ਕੀ ਆਪਾਂ ਇਹਨੂੰ ਟ੍ਰਾਇੰਗਲ ਲਾਅ ਦੇ ਨਾਲ ਹੀ ਆਪਾਂ ਹਮੇਸ਼ਾ ਬਣਾ ਸਕਦੇ ਹਾਂ ਕਿ ਇਹਨੂੰ ਪੈਰਲਲੋਗ੍ਰਾਮ ਲਾਅ ਨਾਲ ਵੀ ਲਿਖ ਸਕਦੇ ਹਾਂ? ਲਿਖ ਸਕਦੇ ਹਾਂ, ਕਿਉਂਕਿ ਜਿਹੜਾ ਇਹ ਵੈਕਟਰ ਇੱਧਰ ਬਣਾਇਆ ਨਾ ਪਿੰਕ ਕਲਰ ਦਾ ਵੈਕਟਰ, ਕਿਉਂਕਿ ਮੈਨੂੰ ਜ਼ਿਆਦਾ ਸੌਖਾ ਲੱਗਦਾ ਹੈ, ਜ਼ਿਆਦਾ ਕੰਮ ਇਹ ਆਉਂਦਾ, ਜੇ ਇਸ ਵੈਕਟਰ ਨੂੰ ਇੱਥੇ ਨਾ ਬਣਾਵਾਂ ਤੇ ਇੱਥੇ ਬਣਾਉਣ ਦੀ ਬਜਾਏ ਜੇ ਮੈਂ ਇਸ ਵੈਕਟਰ ਨੂੰ ਇੱਥੇ ਬਣਾ ਦਵਾਂ ਤਾਂ ਦੱਸੋ ਕੋਈ ਫਰਕ ਪੈਂਦਾ? ਦੇਖੋ ਕੋਈ ਫਰਕ ਪੈਂਦਾ? ਨਹੀਂ ਪੈਂਦਾ ਫਰਕ, ਕਿਉਂਕਿ ਇਹ ਕੁਝ ਨਹੀਂ, ਇਹ ਪੈਰਲਲੋਗ੍ਰਾਮ ਲਾਅ ਨਾਲ ਜੇ ਇਹਨਾਂ ਦੋਨਾਂ ਨੂੰ ਪਿੰਕ ਵੈਕਟਰ ਨੂੰ ਐਡ ਕਰੋਗੇ ਤਾਂ ਵੀ ਉਹੀ ਬਣਨ ਵਾਲਾ ਆ। ਤੇ ਇਹ ਗੱਲ ਆਪਾਂ ਗੱਲ ਕਰ ਚੁੱਕੇ ਹਾਂ ਸਾਰੀ। ਤਾਂ ਇਸ ਲਈ ਆ a cos theta ਤੇ ਆਪਾਂ ਇਸ ਥੀਟਾ ਦੇ ਇਲਾਵਾ ਜਿਹੜਾ ਦੂਜੇ ਪਾਸੇ ਹੁੰਦਾ ਆ ਉਸ ਨੂੰ ਹੁਣ ਕਵਾਂਗੇ a sin theta। This is a better way to write the components of a vector। ਤੇ ਆਪਾਂ ਆਹ ਵਾਲਾ ਵੇ ਫਿਜ਼ਿਕਸ ਦੇ ਵਿੱਚ ਜਗ੍ਹਾ ਜਗ੍ਹਾ ਯੂਜ਼ ਕਰਦੇ ਹਾਂ ਕਿ ਜਿੱਥੇ ਆਪਾਂ ਨੂੰ ਕੋਈ ਥੀਟਾ ਐਂਗਲ ਗਿਵਨ ਹੁੰਦਾ ਆਪਾਂ ਉਹਦੇ ਦੋ ਕੰਪੋਨੈਂਟਸ ਬਣਾ ਲੈਂਦੇ ਆ। ਇਹਦੀ ਕੋਈ ਐਗਜ਼ਾਮਪਲ ਦਵਾਂ ਤੁਹਾਨੂੰ ਸਾਰਿਆਂ ਨੂੰ? ਮੈਂ ਇੱਕ ਐਗਜ਼ਾਮਪਲ ਮੈਂ ਵੈਸੇ ਦੇ ਦਿੰਦਾ, ਤੇ ਨਹੀਂ ਵੀ ਲੋੜ ਸੀ, ਨਹੀਂ ਵੀ ਦਿੰਦਾ ਤਾਂ ਵੀ ਸਰਦਾ ਅੱਗੇ, ਕਿਉਂਕਿ ਮੈਂ ਜੋ ਕੰਮ ਕਰਾਣਾ ਉਹ 'ਚ ਨਹੀਂ ਲੋੜ, ਪਰ ਫਿਰ ਵੀ ਤੁਹਾਨੂੰ ਅੱਗੇ ਫੋਰਸ ਐਂਡ ਫ੍ਰਿਕਸ਼ਨ ਤਾਂ ਪੜ੍ਹਨਾ ਹੀ ਹੈ ਤੁਸੀਂ।
ਸੋ ਇਸ ਲਈ ਮੈਂ ਤੁਹਾਨੂੰ ਪਹਿਲੇ ਇਹਦੀ ਐਗਜ਼ਾਮਪਲ ਦਿੰਦਾ ਕਿ ਕਿਸੇ ਇੱਕ ਵੈਕਟਰ ਨੂੰ ਉਹਦੇ ਦੋ ਕੰਪੋਨੈਂਟਸ ਦੇ ਵਿੱਚ ਡਿਵਾਈਡ ਕਦੋਂ ਕਰਦੇ ਆ ਤੇ ਉਹਦਾ ਕੀ ਆਪਾਂ ਨੂੰ ਪਤਾ ਲੱਗਦਾ ਹੈ। ਐਗਜ਼ਾਮਪਲ ਆਪਾਂ ਲੈ ਲੈਣੇ ਆਹ, ਮੰਨ ਲਓ ਕਿ ਆਹ ਇੱਕ ਅਰਥ ਦਾ ਸਰਫੇਸ ਹੈ ਤੇ ਤੁਸੀਂ ਇੱਕ ਆਬਜੈਕਟ ਨੂੰ ਇੱਥੋਂ ਇਸ ਜਗ੍ਹਾ ਤੋਂ ਇਸ ਡਾਇਰੈਕਸ਼ਨ 'ਚ ਸੁੱਟਿਆ ਤੇ ਉਹਦੀ ਵੈਲੋਸਿਟੀ ਮੰਨ ਲਓ ਸੀਗੀ u, ਠੀਕ ਹੈ। u ਵੈਲੋਸਿਟੀ ਨੇ ਇੱਧਰ ਸੁੱਟਿਆ, ਜਦੋਂ ਸਿੱਟੋਗੇ ਤਾਂ ਤੁਸੀਂ ਦੱਸੋ ਮੈਨੂੰ ਆਬਜੈਕਟ ਦਾ ਮੋਸ਼ਨ ਕਿੱਦਾਂ ਦਾ ਹੋਏਗਾ। ਇਹਦਾ ਤਾਂ ਤੁਸੀਂ ਬਹੁਤ ਵਾਰ ਕੀਤਾ, ਫੁੱਟਬਾਲ ਨੂੰ ਵੀ ਤੁਸੀਂ ਇਸ ਤਰ੍ਹਾਂ ਮਾਰਿਆ, ਕਈ ਵਾਰ ਫੁੱਟਬਾਲ ਸਿੱਟਦੇ ਹੁੰਦੇ ਸੀ, ਬਾਲ ਸਿੱਟਦੇ ਆ, ਕੈਚ ਕਰਾਣੇ ਕਿਸੇ ਨੂੰ, ਤੇ ਉਹ ਜਿਹੜੀ ਚੀਜ਼ ਇਸ ਤਰ੍ਹਾਂ ਇਸ ਵੈਲੋਸਿਟੀ ਨਾਲ ਐਂਗਲ ਥੀਟਾ ਤੇ ਪ੍ਰੋਜੈਕਟ ਕਰੋਗੇ ਉਹ ਬਾਡੀ ਜਾਏਗੀ ਕਿੱਦਾਂ, ਉਹ ਬੇਸਿਕਲੀ ਇਧਰੋਂ ਆ ਜਾਏਗੀ, ਐ ਹੋਏਗਾ ਕਿ ਨਹੀਂ, ਹੈ ਨਾ। ਪੈਰਾਬੋਲਿਕ ਇੱਥੇ ਗਿਰ ਜਾਏਗੀ। ਹੁਣ ਜਿਹੜੀ ਆ u ਵੈਲੋਸਿਟੀ ਹੈ ਤੁਹਾਡੀ, ਜੇ ਮੈਂ ਇਹਦੇ ਕੰਪੋਨੈਂਟਸ ਦੀ ਗੱਲ ਕਰਾਂ ਇਸ u ਵੈਲੋਸਿਟੀ ਦੇ, ਤਾਂ ਇਹਦੇ ਕੰਪੋਨੈਂਟ ਇੱਕ ਤਾਂ ਮੈਂ ਥੀਟਾ ਦੀ ਨਾਲ ਇਸੇ ਡਾਇਰੈਕਸ਼ਨ 'ਚ ਬਣਾ ਲੂੰਗਾ, ਇੱਥੇ ਹੀ ਇੰਨਾ ਕੁ ਇਹਦੇ ਜਸਟ ਨੀਚੇ ਤੱਕ, ਤੇ ਇੱਕ ਇੱਥੇ ਬਣਾ ਦੂੰਗਾ ਇੱਥੇ ਤੱਕ ਸੀ। ਤਾਂ ਆਹ ਜਿਹੜਾ ਕੰਪੋਨੈਂਟ ਬਣੇਗਾ ਇਹ ਬਣੇਗਾ u cos ਥੀਟਾ, ਕਿਉਂਕਿ ਥੀਟਾ ਵਾਲੇ ਪਾਸੇ ਮੈਨੂੰ u cos ਥੀਟਾ ਹੁੰਦਾ ਹੈ, ਤੇ ਆਹ ਕੰਪੋਨੈਂਟ ਕੀ ਬਣੇਗਾ u sin ਥੀਟਾ। ਹੁਣ ਜਦੋਂ ਤੁਸੀਂ ਆਬਜੈਕਟ ਨੂੰ ਇੱਥੋਂ ਸਿੱਟਿਆ ਤੇ ਆਬਜੈਕਟ ਨੇ ਦੇਖੋ ਇੱਥੇ ਤੱਕ ਜਦੋਂ ਆਇਆ ਤਾਂ ਆਬਜੈਕਟ ਨੇ ਕੀ ਗੇਨ ਕੀਤਾ, ਆਹ ਪੋਜੀਸ਼ਨ ਤੋਂ ਮੰਨ ਲਓ ਆਹ ਪੋਜੀਸ਼ਨ ਤੱਕ ਆ ਗਿਆ, ਤਾਂ ਆਬਜੈਕਟ ਨੇ ਦੇਖੋ ਆਪਣੀ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਆਇਆ ਤਾਂ ਉਹਨੇ ਹੌਰੀਜ਼ੌਂਟਲ ਇੰਨਾ ਡਿਸਟੈਂਸ ਕਵਰ ਕੀਤਾ ਕਿ ਨਹੀਂ, ਤੇ ਉਹ ਇਸ ਜਗ੍ਹਾ ਤੋਂ ਇੰਨੀ ਹਾਈਟ ਵੀ ਤਾਂ ਗੇਨ ਕਰ ਚੁੱਕਿਆ ਨਾ। ਤਾਂ ਤੁਸੀਂ ਮੈਨੂੰ ਦੱਸੋ ਹੌਰੀਜ਼ੌਂਟਲ ਡਿਸਟੈਂਸ ਉਹਨੇ ਕਿਹੜੀ ਵੈਲੋਸਿਟੀ ਦੇ ਕੰਪੋਨੈਂਟ ਕਰਕੇ ਕਵਰ ਕੀਤਾ ਹੈ ਤੇ ਵਰਟੀਕਲ ਉਹਨੇ ਕਿਹੜੀ ਵੈਲੋਸਿਟੀ ਦੇ ਕੰਪੋਨੈਂਟ ਕਰਕੇ ਕਵਰ ਕੀਤਾ, ਦੱਸ ਸਕਦਾ ਕੋਈ? ਸਰ ਰਿਪੀਟ ਕਰੋ ਬਣਾ। ਮੈਂ ਕਹਿ ਰਿਹਾ ਕਿ ਜਦੋਂ ਬਾਲ ਨੂੰ ਤੁਸੀਂ ਇੱਥੋਂ ਮਾਰਿਆ ਇੱਥੇ ਤੱਕ, ਅੱਛਾ ਦੇਖੋ ਜੇ ਬਾਲ ਨੂੰ ਤੁਸੀਂ ਇਸ ਤਰ੍ਹਾਂ ਇੱਕ ਪਲੇਨ ਦੇ ਵਿੱਚ ਰੋੜ ਦਿੰਦੇ ਇਸੇ ਪਾਸੇ ਨੂੰ ਤਾਂ ਬਾਲ ਇੱਥੋਂ ਇੱਥੇ ਆਂਦੀ ਤਾਂ ਤੁਸੀਂ ਕਹਿੰਦੇ ਵੀ ਉਹਨੇ ਹੌਰੀਜ਼ੌਂਟਲੀ ਇੰਨਾ ਡਿਸਟੈਂਸ ਕਵਰ ਕੀਤਾ। ਜੇ ਬਾਲ ਨੂੰ ਤੁਸੀਂ ਸਿੱਧਾ ਉੱਪਰ ਨੂੰ ਸਿੱਟਦੇ ਤਾਂ ਬਾਲ ਨੂੰ ਤੁਸੀਂ ਕਹਿੰਦੇ ਇਹਨੇ ਇੰਨੀ ਹਾਈਟ ਕਵਰ ਕੀਤੀ, ਪਰ ਤੁਸੀਂ ਬਾਲ ਨੂੰ ਇੱਧਰ ਨੂੰ ਮਾਰਿਆ, ਉਹਦੇ ਨਾਲ ਬਾਲ ਜਦੋਂ ਇੱਥੇ ਆਈ ਤਾਂ ਬਾਲ ਨੇ ਥੋੜਾ ਜਿਹਾ ਡਿਸਟੈਂਸ ਇੱਧਰ ਵੀ ਕਵਰ ਕੀਤਾ ਆ, ਥੋੜਾ ਉਹਨੇ ਹਾਈਟ ਵੀ ਕਵਰ ਕੀਤੀ ਹੋਈ ਹੈ, ਦੋ ਤਰ੍ਹਾਂ ਦਾ ਡਿਸਟੈਂਸ ਡਿਸਪਲੇਸਮੈਂਟ ਕਵਰ ਕਰ ਗਈ ਨਾ ਬਾਲ, ਹੌਰੀਜ਼ੌਂਟਲ ਵੀ ਤੇ ਵਰਟੀਕਲ ਵੀ, ਕਿਉਂਕਿ ਤੁਸੀਂ ਤਿਰਛੀ ਮਾਰੀ ਸੀ ਬਾਲ, ਇੱਧਰ ਨੂੰ ਮਾਰੀ ਸੀ ਇਸ ਵੈਲੋਸਿਟੀ। ਤੇ ਹੁਣ ਇੱਥੇ ਜਦੋਂ ਕਰਿਆ ਤੁਸੀਂ ਤਾਂ ਇਹਦੇ ਕੰਪੋਨੈਂਟ ਸੀਗੇ u cos ਥੀਟਾ ਤੇ u sin ਥੀਟਾ। u cos ਥੀਟਾ ਦੇ ਕਰਕੇ ਬਾਲ ਨੇ ਆਹ ਡਿਸਟੈਂਸ ਕਵਰ ਕੀਤਾ, ਆਹ ਵਾਲਾ ਡਿਸਟੈਂਸ ਕਵਰ ਕੀਤਾ। u sin ਥੀਟਾ ਕਰਕੇ ਬਾਲ ਨੇ ਹਾਈਟ ਗੇਨ ਕੀਤੀ ਆ। ਆਹ ਸਮਝਾ ਰਿਹਾ ਮੈਂ ਤੁਹਾਨੂੰ ਕਿ ਕਈ ਵਾਰ ਕਿਸੇ ਵੈਕਟਰ ਦੇ ਦੋ ਅਲੱਗ-ਅਲੱਗ ਕੰਪੋਨੈਂਟ ਦਾ ਪਰਪਸ ਅਲੱਗ-ਅਲੱਗ ਹੁੰਦਾ ਵਾ। ਦੱਸੋ ਇਹ ਗੱਲ ਸਮਝ ਲੱਗੀ ਸਾਰਿਆਂ ਨੂੰ? ਹਾਂਜੀ ਸਰ। ਠੀਕ ਹੈ, ਸੋ ਇਹ ਆ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਨਾਲ। ਰੈਕਟੈਂਗੂਲਰ ਕੰਪੋਨੈਂਟ ਜਿਹੜੇ ਨੇ ਮੇਨਲੀ ਆਪਣੇ ਲਈ ਇੰਪੋਰਟੈਂਟ ਹੈ। ਇੱਥੇ ਰੈਕਟੈਂਗੂਲਰ ਕੰਪੋਨੈਂਟਸ ਵੀ ਡਿਵਾਈਡ ਕਰਦੇ ਆ ਤੇ ਕੰਮ ਕਰਦੇ ਆ। ਉੱਥੇ ਆਪਾਂ XY ਐਕਸਿਸ ਨਹੀਂ ਵੀ ਬਣਾਉਂਦੇ, ਭਾਵੇਂ ਆਪਣਾ ਸਰ ਜਾਂਦਾ। XY ਐਕਸਿਸ ਦੀ ਯੂਨੀਕਨੈਸ ਦੀ ਜਿਹੜੀ ਮੈਂ ਗੱਲ ਕਰ ਰਿਹਾ ਉਹ ਸੱਚੀ ਯੂਨੀਕ ਹੈ, ਪਰ ਉਹ ਮੈਂ ਦੱਸੂਗਾ ਤੁਹਾਨੂੰ ਅਗਲੀ ਰੈਪਰੈਜ਼ੈਂਟੇਸ਼ਨ ਦੇ ਵਿੱਚ ਕਿ ਉਹ ਕਿਵੇਂ ਕੰਮ ਕਰਦੀ ਹੈ। ਸੋ ਹੁਣ ਆਪਣੇ ਕੋਲ ਇਹ ਹੋ ਚੁੱਕਿਆ ਆ, ਗੱਲ ਕਲੀਅਰ ਹੋ ਚੁੱਕੀ ਕਿ ਕਿਸੇ ਵੈਕਟਰ ਦੇ ਕੰਪੋਨੈਂਟਸ ਕੀ ਹੁੰਦੇ ਨੇ, ਕਿੰਨੇ ਹੁੰਦੇ ਨੇ, ਬਹੁਤ ਸਾਰੇ ਹੋ ਸਕਦੇ ਨੇ। ਤੇ ਪਲੇਨ ਦੇ ਵਿੱਚ ਮੈਂ ਉਹਦੇ ਰੈਕਟੈਂਗੂਲਰ ਕੰਪੋਨੈਂਟ ਦੀ ਗੱਲ ਵੀ ਕਰ ਸਕਦਾ ਜਾਂ ਕਿਸੇ ਸਪੇਸ ਦੇ ਵਿੱਚ ਵੀ। ਰੈਕਟੈਂਗੂਲਰ ਕੰਪੋਨੈਂਟਸ ਉਹ ਹੁੰਦੇ ਨੇ ਜਿਨ੍ਹਾਂ ਦਾ ਆਪਸ ਵਿੱਚ ਐਂਗਲ 90 ਡਿਗਰੀ ਹੁੰਦਾ ਹੈ। ਹੁਣ ਆਪਾਂ ਦੇਖਦੇ ਹਾਂ ਇਹਨਾਂ ਦਾ ਐਪਲੀਕੇਸ਼ਨ, ਤੇ ਇੱਥੋਂ ਹੀ ਆਪਾਂ ਡਾਟ ਤੇ ਕ੍ਰਾਸ ਪ੍ਰੋਡਕਟ ਦੀ ਇੱਕ ਉਹ ਕੱਢਦੇ ਹਾਂ, ਯੂਜ਼ ਕਿਵੇਂ ਨਿਕਲਦਾ ਉਹਦਾ। ਮੰਨ ਲਵੋ, ਅੱਛਾ ਤੁਸੀਂ ਮੈਨੂੰ ਦੱਸੋ ਤੁਸੀਂ ਵਰਕ ਡਨ ਦਾ ਫਾਰਮੂਲਾ ਸਾਰਿਆਂ ਨੂੰ ਪਤਾ? ਵਰਕ ਡਨ ਦਾ ਫਾਰਮੂਲਾ ਫਿਜ਼ਿਕਸ ਵਿੱਚ ਕੀ ਯੂਜ਼ ਕਰਦੇ ਸੀ 9th ਕਲਾਸ 'ਚ? ਫੋਰਸ ਇਨਟੂ ਡਿਸਪਲੇਸਮੈਂਟ। ਫੋਰਸ ਇਨਟੂ ਡਿਸਪਲੇਸਮੈਂਟ ਕਹਿੰਦੇ ਸੀ ਨਾ ਤੁਸੀਂ, ਹੈਨਾ? ਆ ਯੂਜ਼ ਕਰਦੇ ਸੀ। ਹੁਣ ਆਪਾਂ ਇੱਕ ਨਵੀਂ ਚੀਜ਼ ਦੀ ਗੱਲ ਕਰਨ ਜਾ ਰਹੇ ਹਾਂ। ਹੁਣ ਆਪਾਂ ਕਰਨ ਜਾ ਰਹੇ ਹਾਂ ਕਿ ਫੋਰਸ ਇੱਕ ਵੈਕਟਰ ਕੁਆਂਟੀਟੀ ਹੈ, ਡਿਸਪਲੇਸਮੈਂਟ ਵੀ ਇੱਕ ਵੈਕਟਰ ਕੁਆਂਟੀਟੀ ਹੈ। ਤਾਂ ਇਹਨਾਂ ਵਿੱਚ ਆਪਾਂ ਇੱਕ ਡਾਟ ਪ੍ਰੋਡਕਟ ਡਿਫਾਈਨ ਕਰਨ ਜਾ ਰਹੇ ਹਾਂ ਤੇ ਵਰਕ ਦੀ ਡੈਫੀਨੇਸ਼ਨ ਆਪਾਂ ਇੰਪਰੂਵ ਕਰਕੇ ਆਹ ਵਾਲੀ ਲੈ ਕੇ ਚੱਲਾਂਗੇ। ਹੁਣ ਆਹ ਡੈਫੀਨੇਸ਼ਨ ਆਪਣੀ ਨਹੀਂ ਆਹ ਕੰਮ ਕਰੇਗੀ, ਇਹ ਵੀ ਇਹਦੇ ਵਿੱਚ ਹੀ ਆ ਜਾਏਗਾ। ਦੇਖੋ ਮੈਂ ਦੱਸਦਾ ਕਿਵੇਂ। ਉਹਦੇ ਲਈ ਆਪਾਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਲੈਂਦੇ ਹਾਂ। ਮੰਨ ਲੈਂਦੇ ਹਾਂ ਆਪਾਂ ਕਿ ਮੰਨ ਲਓ ਇੱਕ ਪਿਚ ਹੈ, ਕ੍ਰਿਕਟ ਦੀ ਪਿਚ। ਕ੍ਰਿਕਟ ਜਿੱਥੇ ਖੇਡਦੇ ਆ, ਜਿੱਥੇ ਬੋਲਿੰਗ ਬੈਟਿੰਗ ਹੁੰਦੀ ਹੈ, ਸਾਰੀ ਕ੍ਰਿਕਟ ਦੀ ਪਿਚ ਹੈ।
ਤੇ ਕ੍ਰਿਕਟ ਦੀ ਪਿੱਚ ਦੇ ਉੱਪਰ ਕੀ ਹੈ, ਇੱਕ ਰੋਲਰ ਪਿਆ ਜਿਹੜਾ ਪਿੱਚ ਨੂੰ ਰੋਲ ਕਰਨ ਲਈ ਬਣਿਆ ਹੁੰਦਾ। ਆ ਮੰਨ ਲਓ ਪਿੱਚ ਦਾ ਉਹ ਰੋਲਰ ਪਿਆ ਇੱਥੇ, ਤੇ ਇਹਨੂੰ ਲੈ ਕੇ ਇੱਥੇ ਆਣਾ ਆਪਾਂ ਪਿੱਚ ਨੂੰ ਰੋਲ ਕਰਦੇ ਹੋਏ। ਤੇ ਪਿੱਚ ਰੋਲਰ ਦੇ ਵਿੱਚ ਕੀ ਹੁੰਦਾ, ਇੱਕ ਨਾ ਉਹ ਲੱਗਿਆ ਹੁੰਦਾ ਇੱਥੇ, ਇਹਦੀ ਐਕਸਿਸ ਆਫ ਰੋਟੇਸ਼ਨ ਹੁੰਦੀ ਹੈ, ਤੇ ਰੋਲਰ ਦੇ ਵਿੱਚ ਇੱਕ ਹੈਂਡਲ ਜਿਹਾ ਲੱਗਿਆ ਹੁੰਦਾ ਇਸ ਤਰ੍ਹਾਂ, ਜਿਹਨੂੰ ਫੜ ਕੇ ਖਿੱਚਦੇ ਆ। ਹੁਣ ਜਿਹੜੇ ਬੰਦੇ ਦੀ ਡਿਊਟੀ ਲੱਗੀ ਹੈ ਇਹਨੂੰ ਰੋਲ ਕਰਨ ਦੀ, ਉਹ ਇਹਨੂੰ ਫੜ ਕੇ ਖਿੱਚਦਾ ਆ ਮੰਨ ਲਓ ਪਿੱਚ ਰੋਲਰ ਨੂੰ, ਤੇ ਖਿੱਚ ਕੇ ਇਹਨੇ ਇੱਧਰ ਲੈ ਕੇ ਆਉਣਾ। ਆਹ ਪੋਜੀਸ਼ਨ ਉਹਦੀ A ਆ, ਇਨੀਸ਼ੀਅਲ ਪੋਜੀਸ਼ਨ ਆ, ਆਹ ਫਾਈਨਲ ਪੋਜੀਸ਼ਨ ਆ। ਤਾਂ ਉਹ ਜਦੋਂ ਹੈਂਡਲ ਲੈ ਕੇ ਫੋਰਸ ਲਗਾਉਂਦਾ ਹੈ ਤਾਂ ਫੋਰਸ ਉਹ, ਅੱਛਾ ਪਹਿਲੇ ਇੱਕ ਡਿਸਪਲੇਸਮੈਂਟ ਦੇਖੋ, ਡਿਸਪਲੇਸਮੈਂਟ ਕਿੱਧਰੋਂ ਕਿੱਧਰ ਤੱਕ ਹੋਏਗੀ। ਡਿਸਪਲੇਸਮੈਂਟ ਜਿਹੜੀ ਹੋਏਗੀ ਇਸ ਪੁਆਇੰਟ ਤੋਂ ਉਹ ਇੱਥੇ ਤੱਕ ਲੈ ਕੇ ਆ ਰਿਹਾ ਨਾ, ਆਹ ਡਿਸਪਲੇਸਮੈਂਟ ਹੋਏਗੀ। ਸਮਝ ਲੱਗ ਰਹੀ ਗੱਲ ਸਾਰਿਆਂ ਨੂੰ? ਆਹ ਡਿਸਪਲੇਸਮੈਂਟ ਹੈ, ਐਸ ਵੈਕਟਰ ਕਹਿ ਦਿੰਦੇ ਆਪਾਂ ਇਨੀਸ਼ੀਅਲ ਟੂ ਫਾਈਨਲ। ਤੇ ਜੇ ਇਹਦਾ ਫੋਰਸ ਲਾਉਣ ਦੀ ਗੱਲ ਕਰਾਂ, ਜਿਹੜਾ ਫੋਰਸ ਉਹ ਲਗਾ ਰਿਹਾ ਜਿਹਦੇ ਨਾਲ ਕਿ ਇਹਨੇ ਮੂਵ ਕਰਨਾ ਹੈ, ਉਹ ਫੋਰਸ ਇਸ ਹੈਂਡਲ ਨੂੰ ਫੜ ਕੇ ਲਗਾ ਰਿਹਾ ਇਸ ਡਾਇਰੈਕਸ਼ਨ 'ਚ, ਮੰਨ ਲਓ ਇਸ ਡਾਇਰੈਕਸ਼ਨ 'ਚ ਲਾ ਰਿਹਾ। ਆ ਜਿਹੜਾ ਹੈ ਆਪਣਾ ਇਹ ਫੋਰਸ ਹੈ ਐਫ ਵੈਕਟਰ। ਸੋ ਫੋਰਸ ਤੇ ਡਿਸਪਲੇਸਮੈਂਟ ਦੋਨੋਂ ਸੇਮ ਡਾਇਰੈਕਸ਼ਨ 'ਚ ਨਹੀਂ ਲੱਗ ਰਹੇ, ਦੋਨਾਂ ਵਿੱਚ ਇੱਕ ਐਂਗਲ ਹੈ, ਤੇ ਉਹ ਐਂਗਲ ਮੰਨ ਲਓ ਥੀਟਾ ਹੈ। ਹੁਣ ਤੁਸੀਂ ਮੈਨੂੰ ਦੱਸੋ ਕਿ ਜਦੋਂ ਕਿਸੇ ਬੋਡੀ ਨੂੰ ਮੂਵ ਕਰਨਾ ਦਾ ਡਿਸਪਲੇਸਮੈਂਟ ਐਸ, ਤੇ ਫੋਰਸ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ ਹੀ ਲਗਾਉਣਾ ਚਾਹੀਦਾ ਕਿ ਨਹੀਂ? ਹਾਂਜੀ ਸਰ, ਹੋਣਾ ਤਾਂ ਹੀ ਚਾਹੀਦਾ। ਹੁਣ ਜੇ ਮੇਰਾ ਬਾਕਸ ਆ, ਮੈਂ ਕਹਿ ਰਿਹਾ ਬਾਕਸ ਨੂੰ ਲੈ ਕੇ ਇੱਥੇ ਤੱਕ ਜਾਣਾ ਆ, ਆਹ ਡਿਸਪਲੇਸਮੈਂਟ ਆ, ਤੇ ਮੈਂ ਕਿਹਾ ਫੋਰਸ ਲਾਓ, ਤੇ ਤੁਸੀਂ ਫੋਰਸ ਇਸੇ ਡਾਇਰੈਕਸ਼ਨ 'ਚ ਲਾਓਗੇ ਨਾ, ਫਿਰ ਜਿੱਧਰ ਨੂੰ ਡਿਸਪਲੇਸਮੈਂਟ ਉਧਰ ਨੂੰ ਫੋਰਸ ਲਾਓਗੇ। ਪਰ ਕਈ ਵਾਰ ਕੀ ਹੁੰਦਾ ਕਿ ਹੁਣ ਜਿਵੇਂ ਹੈਂਡਲ ਦੇ ਕਰਕੇ, ਹੁਣ ਜੇ ਬੰਦਾ ਇਸੇ ਹੈਂਡਲ ਨੂੰ ਥੱਲੇ ਕਰਕੇ ਫੋਰਸ ਲਾਉਂਦਾ, ਉਹਦੇ ਪਿੱਠ 'ਚ ਦਰਦ ਹੋਣ ਲੱਗ ਜੂ। ਇਸ ਲਈ ਜਿਹੜਾ ਫੋਰਸ ਹੈ ਉਹ ਪੂਰੀ ਤਰ੍ਹਾਂ ਉਸ ਨੀਚੇ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਨਹੀਂ ਲੱਗ ਸਕਦਾ, ਜਾਂ ਉਹਨੂੰ ਕਾਫੀ ਝੁੱਕ ਕੇ ਕੰਮ ਕਰਨਾ ਪੈਣਾ, ਉਹਦੇ ਕਰਕੇ ਉਹਨੂੰ ਕਾਫੀ ਬੈਕ ਪੇਨ ਹੋ ਸਕਦੀ ਹੈ। ਉਹ ਖੜੇ ਖੜੇ ਬੜੇ ਆਰਾਮ ਨਾਲ ਉਹਨੂੰ ਹੱਥ ਨਾਲ ਫੜ ਕੇ ਖਿੱਚਦਾ ਹੈ ਫਿਰ ਹੈਂਡਲ ਨੂੰ, ਤੇ ਖੜੇ ਖੜੇ ਜਦੋਂ ਖਿੱਚਦਾ ਤਾਂ ਉਹ ਫੋਰਸ ਜਿਹੜਾ ਆ ਉਹ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ ਨਹੀਂ ਲੱਗਦਾ। ਤੇ ਜਦੋਂ ਫੋਰਸ ਡਿਸਪਲੇਸਮੈਂਟ ਦੀ ਡਾਇਰੈਕਸ਼ਨ 'ਚ ਨਹੀਂ ਲੱਗਦਾ ਤਾਂ ਮੈਂ ਇਹ ਦੇਖਦਾ ਹਾਂ ਕਿ ਫੋਰਸ ਤਾਂ ਵੇਸਟ ਹੋ ਰਿਹਾ ਇਹਦਾ ਮਤਲਬ, ਕਿਉਂਕਿ ਫੋਰਸ ਦਾ ਕਾਫੀ ਕੰਪੋਨੈਂਟ ਤਾਂ ਉੱਪਰ ਨੂੰ ਲੱਗ ਰਿਹਾ ਵਾ। ਕਿਵੇਂ? ਮੈਂ ਇਸ ਫੋਰਸ ਦੇ ਹੁਣ ਦੋ ਰੈਕਟੈਂਗੂਲਰ ਕੰਪੋਨੈਂਟ ਬਣਾਉਣ ਜਾ ਰਿਹਾ। ਹੁਣ ਤੁਸੀਂ ਬਹੁਤ ਧਿਆਨ ਨਾਲ ਦੇਖੋ ਕਿ ਕਿਵੇਂ ਬਣਨ ਜਾ ਰਹੇ ਨੇ ਕੰਪੋਨੈਂਟ। ਇਸ ਫੋਰਸ ਦੇ ਦੋ ਕੰਪੋਨੈਂਟ ਬਣ ਰਹੇ ਨੇ। ਇੱਕ ਕੰਪੋਨੈਂਟ ਬਣ ਰਿਹਾ ਇੱਥੋਂ, ਕਿਉਂਕਿ ਇਸੇ ਪੁਆਇੰਟ ਤੋਂ, ਜਿਸ ਪੁਆਇੰਟ ਤੋਂ ਫੋਰਸ ਲੱਗ ਰਿਹਾ, ਮੈਂ ਇਸੇ ਪੁਆਇੰਟ ਤੋਂ ਕੰਪੋਨੈਂਟ ਬਣਾਉਂ ਇੱਥੋਂ ਇੱਥੇ ਤੱਕ ਥੀਟਾ ਵਾਲੀ ਡਾਇਰੈਕਸ਼ਨ 'ਚ, ਤੇ ਇੱਕ ਲੱਗ ਰਿਹਾ ਇਹਦਾ ਫੋਰਸ ਦਾ ਇਸ ਡਾਇਰੈਕਸ਼ਨ 'ਚ ਕੰਪੋਨੈਂਟ, ਜਿਵੇਂ ਮੈਂ ਹੁਣੇ ਦੱਸਿਆ ਤੁਹਾਨੂੰ ਪਹਿਲਾਂ ਹੀ। ਤੇ ਆ ਜਿਹੜਾ ਕੰਪੋਨੈਂਟ ਇੱਧਰ ਨੂੰ ਲੱਗ ਰਿਹਾ ਫੋਰਸ ਦਾ, ਇਹ ਕੰਪੋਨੈਂਟ ਹੈਗਾ F cos ਥੀਟਾ, ਕਿਉਂਕਿ F ਇਹਦਾ ਮੈਗਨੀਟਿਊਡ ਹੈ ਨਾ, ਇਹਦਾ ਮੈਗਨੀਟਿਊਡ ਕੀ ਹੈ F ਆ, ਤਾਂ ਇਹ ਵਾਰ F cos ਥੀਟਾ, ਤੇ ਇਹਦਾ ਮੈਗਨੀਟਿਊਡ ਕਿੰਨਾ ਹੋਏਗਾ F sin ਥੀਟਾ। ਸੋ ਇੱਕ ਗੱਲ ਬੜੀ ਇੰਪੋਰਟੈਂਟ ਆ, ਤੁਸੀਂ ਯਾਦ ਰੱਖਿਓ ਕਿ ਜਦੋਂ ਆਪਾਂ ਪੈਨ ਦੀ ਗੱਲ ਕਰ ਰਹੇ ਸੀ ਕੰਪੋਨੈਂਟ ਲਈ, ਜੇ ਪੈਨ ਦਾ ਕੈਪ ਤੇ ਪੈਨ ਵੱਖਰਾ ਕਰ ਦਵਾਂ ਮੈਂ, ਕੈਪ ਤੇ ਪੈਨ ਦੀ ਬੋਡੀ, ਤਾਂ ਉਹ ਕੰਪੋਨੈਂਟਸ ਮੇਰੇ ਹੱਥ 'ਚ ਹੁੰਦੇ ਨੇ, ਫਿਰ ਪੈਨ ਨਹੀਂ ਹੁੰਦਾ ਪੂਰਾ ਉਹ। ਤੇ ਜਦੋਂ ਮੈਂ ਕੰਪੋਨੈਂਟ ਨੂੰ ਜੋੜ ਦਿੰਦਾ ਵਾ ਤਾਂ ਪੈਨ ਬਣ ਜਾਂਦਾ ਪੂਰਾ ਉਹ। ਇਸ ਤਰ੍ਹਾਂ ਹੀ ਜਾਂ ਤਾਂ ਤੁਸੀਂ ਪੂਰੇ ਫੋਰਸ ਦੀ ਗੱਲ ਕਰੋ, ਇੱਥੇ ਤੁਸੀਂ ਇਹ ਨਹੀਂ ਦੇਖਣਾ ਕਿ 3 ਫੋਰਸ ਹੋ ਗਏ। ਇਹ ਗੱਲ ਬੜੀ ਇੰਪੋਰਟੈਂਟ, ਦੇਖੋ ਬਹੁਤ ਧਿਆਨ ਨਾਲ ਮੇਰੀ ਗੱਲ ਸੁਣੋ ਮੈਂ ਕੀ ਕਹਿ ਰਿਹਾ। ਇੱਥੇ ਟੋਟਲ ਕਿੰਨੇ ਫੋਰਸ ਦਿਖ ਰਹੇ ਤੁਹਾਨੂੰ? ਹੁਣ ਮੈਨੂੰ ਦੱਸੋ A ਤੇ ਲੱਗਣ ਵਾਲੇ ਕਿੰਨੇ ਫੋਰਸ ਦਿਖ ਰਹੇ ਆ? 3 ਦਿਖ ਰਹੇ ਆ ਨਾ, 3 ਫੋਰਸ, ਪਰ 3 ਨਹੀਂ ਹੈਗੇ। ਇਹ ਅਸਲ ਵਿੱਚ ਜਾਂ ਤਾਂ ਇੱਕ ਫੋਰਸ ਆ ਕੱਲਾ ਬਲੂ ਵਾਲਾ, ਜਾਂ ਦੋਨੋਂ ਔਰੇਂਜ ਵਾਲੇ। ਮਤਲਬ ਕਿ ਸਾਰੀ ਚੀਜ਼ਾਂ ਇਕੱਠੀਆਂ ਥੋੜੀ ਨੇ। ਜਾਂ ਤੁਸੀਂ F ਨੂੰ ਵੰਡ ਲਿਆ ਦੋ ਹਿੱਸਿਆਂ 'ਚ, ਬੇਸਿਕਲੀ ਤੁਸੀਂ F ਦੇ ਕੰਪੋਨੈਂਟ ਬਣਾ ਕੇ ਵੰਡ ਲਿਆ, ਫਿਰ F ਨੂੰ ਤਾਂ ਭੁੱਲ ਹੀ ਜਾਓ ਨਾ। ਜਦੋਂ ਤੁਸੀਂ F ਨੂੰ ਉਹਦੇ ਕੰਪੋਨੈਂਟ 'ਚ ਵੰਡਣਾ ਸੀ, ਉਦੋਂ ਤੱਕ ਇਹ ਸਾਰੀ ਸਮੱਸਿਆ ਸੀਗੀ। ਹੁਣ F ਨਹੀਂ ਹੈਗਾ,
f गायब हो गया, ਹੁਣ f नहीं रह गया, ਹੁਣ कौन रह गया, ਹੁਣ ਉਹਦੇ ਦੋ ਕੰਪੋਨੈਂਟ ਰਹਿ ਗਏ ਬਸ, f cos θ ਤੇ f sin θ। ਇਹ ਗੱਲ ਸਮਝ ਲੱਗੀ ਮੇਰੀ, ਕਿਉਂਕਿ ਤੁਸੀਂ ਤਾਂ ਵੰਡ ਲਿਆ ਉਹਨੂੰ ਦੋ ਹਿੱਸਿਆਂ 'ਚ। ਜਦੋਂ ਵੰਡ ਹੀ ਲਿਆ, ਹੁਣ ਤੁਸੀਂ ਮੈਂ ਕਹਾਂ ਇੱਕ ਐਪਲ ਲੈ ਕੇ ਆਓ, ਐਪਲ ਅੱਧਾ ਮੰਨ ਲਓ ਤੁਹਾਡੇ 'ਚ ਕੋਈ ਦੋ ਜਣੇ ਹੁਸਨਮੀਤ ਤੇ ਪਨਮ ਆ, ਉਹ ਇੱਕ ਐਪਲ ਮੈਂ ਦਿੱਤਾ, ਇਹਨਾਂ ਨੇ ਐਪਲ ਵੰਡ ਕੇ ਅੱਧਾ ਅੱਧਾ ਦੋਨਾਂ ਨੇ ਲੈ ਲਿਆ, ਕੰਪੋਨੈਂਟ ਤਾਂ ਇਹਨਾਂ ਦੇ ਕੋਲ ਪਏ ਨੇ। ਹੁਣ ਐਪਲ ਥੋੜੀ ਹੈ ਮੇਰੇ ਕੋਲ ਪੂਰਾ, ਜਾਂ ਤਾਂ ਪੂਰਾ ਐਪਲ ਹੋਊਗਾ, ਪੂਰਾ ਸੇਬ ਹੋਊਗਾ, ਜਾਂ ਤਾਂ ਉਹਦੇ ਕੰਪੋਨੈਂਟ ਹੋਣਗੇ ਦੋਨੋਂ, ਸਾਰਾ ਕੁਝ ਥੋੜੀ ਹੋਊਗਾ ਜਦੋਂ। ਚਲੋ ਹੁਣ ਆ ਇੱਥੇ ਆਪਣੇ ਕੋਲ ਅਸਲ ਵਿੱਚ ਮੈਂ ਫੋਰਸ ਨੂੰ ਉਹਦੇ ਦੋ ਕੰਪੋਨੈਂਟਸ ਡਿਵਾਈਡ ਕਰ ਲਿਆ, ਤਾਂ ਬੇਸਿਕਲੀ ਮੇਰੇ ਕੋਲ ਆ ਦੋ ਕੰਪੋਨੈਂਟ ਬਣੇ, f cos θ ਤੇ f sin θ। ਹੁਣ f ਨਹੀਂ ਹੈਗਾ, ਹੁਣ ਸਿਰਫ ਉਹਦੇ ਕੰਪੋਨੈਂਟ ਦੀ ਗੱਲ ਕਰ ਰਿਹਾ ਮੈਂ। ਹੁਣ ਮੈਨੂੰ ਇਹ ਦੱਸੋ ਕਿ ਡਿਸਪਲੇਸਮੈਂਟ ਜਿਹੜਾ ਆ ਇੱਥੇ ਤੋਂ ਲੈ ਕੇ ਇਹਨੂੰ ਇੱਥੇ ਤੱਕ ਲਿਆਉਣ ਦਾ ਕੰਮ ਕਿਹੜਾ ਕੰਪੋਨੈਂਟ ਕਰ ਰਿਹਾ? ਮੈਨੂੰ ਇਹ ਗੱਲ ਕਾਮਨ ਸੈਂਸ ਨਾਲ ਜਵਾਬ ਦਿਓ ਜੇ ਦੇ ਸਕਦੇ ਹੋ। ਪਨਮ ਤੂੰ ਜਵਾਬ ਦੇ। ਪਨਮ ਦਾ ਸ਼ਾਇਦ ਨੈਟਵਰਕ ਨਹੀਂ ਹੋਣਾ। ਜਤਿੰਦਰ ਇਹਦਾ ਵੀ ਨਹੀਂ ਹੈਗਾ ਸ਼ਾਇਦ, ਤਾਂ ਕੋਈ ਵੀ ਜਣਾ ਦੇ ਦਿਓ ਜਵਾਬ, ਕੋਈ ਜਿਹਨੂੰ ਆਂਦਾ ਦੱਸ ਦਿਓ ਕਿਹੜਾ ਕੰਪੋਨੈਂਟ ਆ ਜਿਹੜਾ ਕੰਮ ਕਰ ਰਿਹਾ ਤੁਸੀਂ। f cos θ f cos θ ਐਗਜ਼ੈਕਟਲੀ। ਤੁਸੀਂ ਦੇਖੋ ਇੱਥੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਇਹ ਕੰਮ ਜਿਹੜਾ ਪੂਰਾ ਕਿਹਨੇ ਕੀਤਾ, f cos f sin θ ਤਾਂ ਉੱਪਰ ਨੂੰ ਲੱਗ ਰਿਹਾ ਵਾ, ਥੋੜੀ ਨਾ ਕੰਮ ਕਰਨਾ ਸੀ। ਸੋ ਇਸ ਜਗ੍ਹਾ ਤੇ ਇਸ ਕੰਮ ਦੇ ਲਈ ਆ ਜਿਹੜਾ ਕੰਪੋਨੈਂਟ ਇਹਦਾ ਮੈਂ ਕੰਮ ਕਰ ਹੀ ਨਹੀਂ ਰਿਹਾ, ਮੇਰਾ ਵਰਕ ਇਹ ਕੀ ਕਰ ਰਿਹਾ, ਇਹ ਇਸ ਦੇ weight ਨੂੰ ਬੈਲੈਂਸ ਕਰ ਰਿਹਾ ਹੋਣਾ ਬਸ, ਜਿਹੜਾ ਦਾ weight ਲੱਗ ਰਿਹਾ ਨੀਚੇ ਨੂੰ। ਤਾਂ ਉਹਦੀ ਗੱਲ ਛੱਡ ਦੋ, ਉਹਦੇ ਨਾਲ ਮੈਂ ਲੈਣ ਦੇਣਾ ਨਹੀਂ ਹੈਗਾ। ਇੱਥੇ ਤਾਂ ਮੈਨੂੰ ਹੈਗਾ ਕਿ ਮੈਂ ਇਹਨੂੰ ਲੈ ਕੇ ਇੱਥੇ ਤੱਕ ਆਣਾ ਸੀ, ਲੈ ਕੇ ਆਉਣ ਚ ਕੰਮ ਕਿਹਨੇ ਕੀਤਾ, f cos θ ਨੇ ਕੀਤਾ। ਠੀਕ ਹੈ, ਸੋ ਇੱਥੇ ਜੋ ਵਰਕ ਡਨ ਦਾ ਫਾਰਮੂਲਾ ਤੁਹਾਡਾ ਆਹ ਵਾਲਾ ਸੀਗਾ 9th ਕਲਾਸ ਵਾਲਾ ਫਾਰਮੂਲਾ ਮੈਂ ਚੱਕ ਲਿਆ। ਤੁਹਾਡਾ ਵਰਕ ਡਨ ਦਾ ਫਾਰਮੂਲਾ ਹੈ f, ਤੁਸੀਂ ਕਹਿੰਦੇ ਇਨਟੂ ਡਿਸਪਲੇਸਮੈਂਟ, ਫੋਰਸ ਇਨਟੂ ਡਿਸਪਲੇਸਮੈਂਟ, ਮਤਲਬ ਉਹਨੂੰ ਗੁਣਾ ਹੀ ਕਰ ਦਿੰਦੇ ਆਪਾਂ ਐ ਕਰਕੇ। ਤੇ ਮੈਂ ਇਹ ਕਹਿ ਰਿਹਾ f ਕਿਉਂ ਰੱਖੋਗੇ ਤੁਸੀਂ, f ਤਾਂ ਲਿਖ ਨਹੀਂ ਸਕਦੇ ਹੁਣ ਤੁਸੀਂ, f ਨੇ ਥੋੜੀ ਕੰਮ ਕੀਤਾ, ਪੂਰਾ ਕੰਮ ਕਿਹਨੇ ਕੀਤਾ, f cos θ ਨੇ ਕੀਤਾ ਨਾ। ਤਾਂ ਤੁਸੀਂ ਉਹਦਾ ਫੋਰਸ ਦਾ ਸਿਰਫ ਉਨਾ ਹੀ ਮੈਗਨੀਟਿਊਡ ਲਿਖੋਗੇ ਜਿਹੜਾ ਡਿਸਪਲੇਸਮੈਂਟ ਦੀ ਡਾਇਰੈਕਸ਼ਨ ਚ ਸੱਚੀ ਉਹ ਕੰਮ ਕਰ ਰਿਹਾ ਸੀ, ਉਹ ਸੀਗਾ f cos θ ਇਨਟੂ ਡਿਸਪਲੇਸਮੈਂਟ ਤਾਂ ਪੂਰੀ ਹੋਈ ਆ। ਸੋ ਵਰਕ ਡਨ ਦਾ ਫਾਰਮੂਲਾ ਤੁਹਾਡਾ ਆ ਬਣ ਗਿਆ। ਤੇ ਇਸੇ ਨੂੰ ਮੈਥਮੈਟੀਸ਼ੀਅਨਸ ਨੇ, ਫਿਜ਼ਿਸਿਸਟ ਨੇ ਨਾਮ ਦਿੱਤਾ ਆ f ਵੈਕਟਰ ਤੇ s ਵੈਕਟਰ ਦੀ ਫਾਰਮ ਚ, ਇਨਟੂ ਦੀ ਜਗ੍ਹਾ ਤੇ ਉਹਨਾਂ ਨੇ ਯੂਜ਼ ਕੀਤਾ ਡਾਟ, ਇਹਨੂੰ ਕਹਿੰਦੇ ਡਾਟ ਪ੍ਰੋਡਕਟ। ਤੇ ਇੱਥੋਂ ਹੀ ਉਹ ਡਾਟ ਪ੍ਰੋਡਕਟ ਦਾ ਇੱਕ ਕਨਸੈਪਟ ਲੈ ਕੇ ਆਏ ਨੇ ਆਪਣੇ ਕੋਲ ਕਿ ਜੇ ਕੋਈ ਵੀ ਦੋ ਵੈਕਟਰ ਹੋਣ, a ਵੈਕਟਰ ਤੇ b ਵੈਕਟਰ, ਉਹਨਾਂ ਦੇ ਡਾਟ ਪ੍ਰੋਡਕਟ ਦਾ ਮਤਲਬ ਕੀ ਹੋਇਆ ਕਰੂਗਾ, ਪਹਿਲੇ ਦਾ ਮੈਗਨੀਟਿਊਡ ਜਿਵੇਂ ਆ ਦੇਖੋ, ਦੂਜੇ ਦਾ ਮੈਗਨੀਟਿਊਡ ਜਿਵੇਂ ਆ ਦੇਖੋ, ਤੇ ਉਹਨਾਂ ਦੋਨਾਂ ਵਿੱਚ ਜਿਹੜਾ ਵੀ ਐਂਗਲ ਹੈਗਾ ਥੀਟਾ ਉਹਦਾ ਹੀ cos θ। ਆ ਆਪਣੇ ਕੋਲ a ਡਾਟ b ਦੀ ਡੈਫੀਨੇਸ਼ਨ ਆ ਗਈ। ਤੇ ਇਸੇ ਨੂੰ ਆਪਾਂ ਕਹਿੰਦੇ ਆ ਡਾਟ ਪ੍ਰੋਡਕਟ, ਕਿਉਂਕਿ ਇਹਦੇ ਲਈ ਸਿੰਬਲ ਡਾਟ ਦਾ ਯੂਜ਼ ਕਰਦੇ ਆ ਆਪਾਂ, ਜਾਂ ਫਿਰ ਇਹਨੂੰ ਬੋਲ ਦਿੰਦੇ ਆਪਾਂ ਸਕੇਲਰ ਪ੍ਰੋਡਕਟ, ਕਿਉਂਕਿ ਇਹਦਾ ਆਨਸਰ ਸਕੇਲਰ ਆਉਂਦਾ ਹੈ। ਤੇ ਇਹ ਮੈਂ ਤੁਹਾਨੂੰ ਦੇਖੋ, ਮੈਂ ਡਾਟ ਪ੍ਰੋਡਕਟ ਦੀ ਡੈਫੀਨੇਸ਼ਨ ਜਾਂ ਨਾਮ ਨਹੀਂ ਲਿਆ, ਮੈਂ ਕੰਪੋਨੈਂਟਸ ਤੋਂ ਤੁਹਾਨੂੰ ਸਿਰਫ ਆਟੋਮੈਟਿਕਲੀ ਸਿੱਧਾ ਹੀ ਡਾਟ ਪ੍ਰੋਡਕਟ ਸਮਝਾ ਰਿਹਾ ਕਿ ਸਿੱਧੇ ਡਾਟ ਪ੍ਰੋਡਕਟ ਤੇ ਆਪਾਂ ਆ ਗਏ। ਦੱਸੋ ਇਹ ਗੱਲ ਸਾਰਿਆਂ ਨੂੰ ਸਮਝ ਲੱਗ ਗਈ ਚੰਗੀ ਤਰ੍ਹਾਂ? ਹਾਂਜੀ ਸਰ। ਇਹਨੂੰ ਕਹਿੰਦੇ ਨੇ ਡਾਟ ਪ੍ਰੋਡਕਟ, ਕਿ ਜਦੋਂ ਤੁਸੀਂ ਕਿਸੇ ਇੱਕ ਵੈਕਟਰ ਦੇ ਕੰਪੋਨੈਂਟ ਨੂੰ ਦੂਜੇ ਦੀ ਡਾਇਰੈਕਸ਼ਨ 'ਚ ਪਤਾ ਕਰਦੇ ਹੋ, ਉਹਦੇ ਨਾਲ ਹੀ ਗੁਣਾ ਕਰ ਦਿੰਦੇ ਹੋ, ਤਾਂ ਉਹਨੂੰ ਕਹਿੰਦੇ ਨੇ ਡਾਟ ਪ੍ਰੋਡਕਟ ਜਿਓਮੈਟ੍ਰਿਕਲੀ। ਤੇ ਇਹਦਾ ਪ੍ਰੈਕਟੀਕਲੀ ਵੀ ਯੂਜ਼ ਹੈਗਾ, ਦੇਖੋ f sin θ ਨਾਲ ਥੋੜੀ ਕਰਨਾ ਸੀ ਆਪਾਂ। ਹੁਣ ਇੰਪੋਰਟੈਂਟ ਗੱਲ ਇਹ, ਕਈ ਵਾਰ f sin θ ਕੰਮ ਦਾ ਹੁੰਦਾ ਤੇ f cos θ ਕੰਮ ਦਾ ਨਹੀਂ ਹੁੰਦਾ, ਉਹ ਵੀ ਸਿਚੁਏਸ਼ਨਸ ਹੁੰਦੀਆਂ ਨੇ। ਹੁਣ ਮੈਂ ਤੁਹਾਨੂੰ ਉਹ ਸਿਚੁਏਸ਼ਨ ਦੇ ਦੇਣਾ ਇੱਕ ਨਵੀਂ, ਤੇ ਉਹਦੇ ਵਿੱਚ ਉਹ ਗੱਲ ਸਮਝਾ ਦਿੰਦਾ। ਆਹ ਵਾਲੀ ਗੱਲ ਸਾਰਿਆਂ ਨੂੰ ਸਮਝ ਲੱਗ ਗਈ? ਇਹ 'ਚ ਤਾਂ ਨਹੀਂ ਕੁਝ ਪੁੱਛਣਾ ਕਿਸੇ ਨੇ, ਕਿਉਂਕਿ ਮੈਂ ਮਟੇ ਦੇਣਾ ਹੈ, ਕਿਉਂਕਿ ਉਹ ਤੇ ਮੈਂ ਓਪਨ ਬੋਰਡ 'ਚ ਨਹੀਂ ਕੰਮ ਕਰ ਰਿਹਾ, ਮੈਂ ਇੱਥੇ ਕੰਮ ਕਰ ਰਿਹਾ ਇਹਦੇ ਵਾਈਟ ਬੋਰਡ ਤੇ। ਠੀਕ ਹੈ ਜੀ, ਚਲੋ ਇਹਨੂੰ ਦੁਬਾਰਾ ਇੱਕ ਵਾਰ ਵੀਡੀਓ ਵੀ ਦੇਖ ਲਿਓ, ਜੇ ਕੋਈ ਪ੍ਰੋਬਲਮ ਆਈ ਫਿਰ ਕੱਲ ਨੂੰ ਫਿਰ ਪੁੱਛ ਲਿਓ, ਕੋਈ ਗੱਲ ਨਹੀਂ, ਏਡੀ ਗੱਲ ਨਹੀਂ। ਮੈਂ ਬਸ ਕ੍ਰਾਸ ਪ੍ਰੋਡਕਟ ਦਾ ਤੁਹਾਨੂੰ ਬੇਸਿਕ ਆਈਡੀਆ ਦੇ ਦੇਵਾਂ ਥੋੜਾ ਜਿਹਾ, ਤੇ ਫਿਰ ਆਪਣੀ ਗੱਲ ਹੋ ਜੂਗੀ ਕਲੀਅਰ। ਹੁਣ ਕ੍ਰਾਸ ਪ੍ਰੋਡਕਟ ਦੇਖਦੇ ਹਾਂ ਕੀ ਆ। ਸੋ ਇਹਦਾ ਮਤਲਬ ਡਾਟ ਪ੍ਰੋਡਕਟ ਜਿਹੜਾ ਆਪਾਂ ਉਹ ਸਿੱਖ ਲਿਆ ਕੀ ਹੁੰਦਾ ਆ,
ਡਾਟ ਪ੍ਰੋਡਕਟ ਕੋਈ ਵੀ ਦੋ ਵੈਕਟਰਸ ਦਾ, ਜਿਵੇਂ ਡਿਸਪਲੇਸਮੈਂਟ ਤੇ ਉਹ ਲਈ ਸੀ ਨਾ ਮੈਂ ਫੋਰਸ, ਉਹ ਕੀ ਹੁੰਦਾ ਹੈ A ਦਾ ਮੈਗਨੀਟਿਊਡ B ਦਾ ਮੈਗਨੀਟਿਊਡ ਕਾਜ਼ ਆਫ ਐਂਗਲ ਬਿਟਵੀਨ them। ਇਸੇ ਦਾ ਨਾਮ ਆਪਾਂ ਰੱਖਿਆ ਸਕੇਲਰ ਪ੍ਰੋਡਕਟ ਵੀ, ਕਿਉਂਕਿ ਆਨਸਰ ਸਕੇਲਰ ਆਇਆ ਦੇਖੋ, ਇਸ ਲਈ ਵਰਕ ਸਕੇਲਰ ਕੁਆਂਟੀਟੀ ਹੁੰਦਾ ਹੈ, ਕਿਉਂਕਿ ਆਪਣਾ ਆਨਸਰ ਸਕੇਲਰ ਆਇਆ, ਇਸ ਕੋਈ ਡਾਇਰੈਕਸ਼ਨ ਨਹੀਂ ਹੈਗੀ, ਬਸ ਕੱਲਾ AB cos θ ਹੀ ਹੈ ਬਸ। ਹੁਣ ਕਰਾਂਗੇ ਆਪਾਂ ਵੈਕਟਰ ਪ੍ਰੋਡਕਟ ਜਾਂ ਫਿਰ ਕ੍ਰਾਸ ਪ੍ਰੋਡਕਟ ਜਾਂ ਫਿਰ ਵੈਕਟਰ ਪ੍ਰੋਡਕਟ। ਕ੍ਰਾਸ ਕਿਉਂ ਕਹਿੰਦੇ ਇਹਨੂੰ, ਕਿਉਂਕਿ ਆਪਾਂ ਇਹ ਚ ਕ੍ਰਾਸ ਪਾਉਂਦੇ ਆ, A ਵੈਕਟਰ ਕ੍ਰਾਸ B ਵੈਕਟਰ। ਸੋ ਇਹਦਾ ਮਤਲਬ ਕੀ ਹੁੰਦਾ, ਆਪਾਂ ਇਹ ਸਿੱਖਣ ਜਾ ਰਹੇ ਹਾਂ ਹੁਣ। ਉਹਦੇ ਲਈ ਇੱਕ ਸਿਚੁਏਸ਼ਨ ਹੋਰ ਲੈ ਕੇ ਚੱਲਦੇ ਹਾਂ। ਹੁਣ ਕੀ ਸਿਚੁਏਸ਼ਨ ਲੈ ਕੇ ਚੱਲਦੇ ਹਾਂ ਆਪਾਂ, ਐ ਕਰੋ, ਇੱਕ ਮੰਨ ਲਓ ਕਿ ਇੱਕ ਇਸ ਜਗ੍ਹਾ ਤੇ ਫਿਕਸ ਹੈ, ਘੜੀ ਦੀ ਸੂਈ ਹੈ ਇੱਕ, ਤੇ ਇਹ ਰੋਟੇਟ ਕਰ ਸਕਦੀ ਹੈ ਇਹਦੇ ਰਾਉਂਡ ਰਾਉਂਡ, ਮਤਲਬ ਕਹਿੰਦਾ ਮਤਲਬ ਆ ਬੜਾ ਵਧੀਆ ਇਹ ਬਣ ਗਿਆ ਇੱਥੇ ਦੇਖੋ, ਐ ਰੋਟੇਟ ਹੋ ਸਕਦੀ ਹੈ ਕਿਸੇ ਵੀ ਜਗ੍ਹਾ ਤੇ ਇਹ ਮੰਨ ਲਓ ਇਸ ਤਰ੍ਹਾਂ ਪਈ ਹੈ, ਬਸ ਕਿਸੇ ਵੀ ਡਾਇਰੈਕਸ਼ਨ ਰੋਟੇਟ ਕਰ ਸਕਦੀ ਹੈ। ਇਹਨੂੰ ਫਿਕਸ ਕੀਤਾ ਹੈ ਆਪਾਂ, ਇਹਨੂੰ ਥੋੜਾ ਵੱਡਾ ਕਰ ਲਓ, ਚਲੋ ਆ ਗਿਆ, ਇੱਥੇ ਫਿਕਸ ਹੈ, ਇੱਥੋਂ ਹਿੱਲ ਨਹੀਂ ਸਕਦੀ ਹੈ, ਜਿਵੇਂ ਜਿਵੇਂ ਘੜੀ ਦੀ ਸੂਈ ਹੁੰਦੀ ਹੈ, ਇਹ ਫਿਕਸ ਕਰਤੀ ਹੈ, ਠੀਕ ਹੈ ਜੀ। ਹੁਣ ਮੈਂ ਇਹਨੂੰ ਰੋਟੇਟ ਕਰਨ ਦੇ ਲਈ ਇੱਕ ਫੋਰਸ ਲਗਾਉਣਾ, ਇਥੋਂ ਇੱਕ ਨਵੀਂ ਕੁਆਂਟੀਟੀ ਪਤਾ ਲੱਗੀ ਕਿ ਤੁਹਾਨੂੰ, ਜਿਹੜੀ ਤੁਸੀਂ ਪਹਿਲਾਂ ਕਦੇ ਸੁਣੀ ਨਹੀਂ ਹੋਣੀ, ਜਾਂ ਫਿਰ ਜੇ ਜ਼ਿਆਦਾ ਉਸ ਤੇ ਗੱਲ ਨਹੀਂ ਹੋਈ ਹੋਣੀ ਕਦੀ। ਮੈਂ ਇੱਥੇ ਫਿਰ ਫੋਰਸ ਲਗਾਉਣਾ, ਫੋਰਸ ਮੈਂ ਇਹਦੇ ਸਿਰੇ ਤੇ ਲਗਾਉਣਾ ਵਾ, ਇਸ ਡਾਇਰੈਕਸ਼ਨ। ਆ ਹੈਗਾ ਮੇਰਾ ਫੋਰਸ ਜਿਹੜਾ ਮੈਂ ਲਗਾਉਣ ਜਾ ਰਿਹਾ ਹਾਂ ਇਸ ਦੇ ਉੱਪਰ, ਤੇ ਮੇਰਾ ਪਰਪਸ ਪਤਾ ਕੀ ਹੈ, ਮੈਂ ਇਸ ਨੂੰ ਰੋਟੇਟ ਕਰਨਾ ਚਾਹੁੰਦਾ। ਮੇਰਾ ਪਰਪਸ ਕੀ ਆ, ਉੱਥੇ ਆਪਣਾ ਪਰਪਸ ਕੀ ਸੀਗਾ, ਇੱਥੇ ਜਦੋਂ ਮੈਂ ਐਗਜ਼ਾਮਪਲ ਦਿੱਤੀ ਤਾਂ ਮੇਰਾ ਪਰਪਸ ਸੀਗਾ ਰੋਲਰ ਨੂੰ ਪਿਚ ਦੇ ਇਸ ਪੋਜੀਸ਼ਨ ਤੋਂ ਉਸ ਪੋਜੀਸ਼ਨ ਤੇ ਲੈ ਕੇ ਜਾਣਾ ਸੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ। ਇੱਥੇ ਤੁਸੀਂ ਇਹਨੂੰ ਲੈ ਕੇ ਥੋੜੀ ਜਾ ਸਕਦੇ ਹੋ ਕਿਤੇ, ਇੱਥੇ ਤਾਂ ਤੁਸੀਂ ਇਹਨੂੰ ਰੋਟੇਟ ਕਰ ਸਕਦੇ ਹੋ, ਤਾਂ ਆਪਾਂ ਰੋਟੇਟ ਕਰਨਾ, ਤਾਂ ਆਪਣਾ ਪਰਪਸ ਹੀ ਰੋਟੇਸ਼ਨ ਹੈ। ਤੇ ਆ ਜਿਹੜਾ ਵੈਕਟਰ ਹੈ, ਜਿਹੜਾ ਇਹ ਬਣਾਇਆ ਮੈਂ ਫਿਕਸ ਕੀਤਾ, ਇਹਦਾ ਨਾਮ ਰੱਖਦੇ ਆਪਾਂ R ਵੈਕਟਰ, ਤੇ ਇਹਦੀ ਲੈਂਥ ਹੈਗੀ ਮੰਨ ਲਓ R, ਇਹ ਫੋਰਸ F ਵੈਕਟਰ ਆ, ਤੇ ਇਹਦਾ ਜਿਹੜਾ ਉਦਾਂ ਮੈਗਨੀਟਿਊਡ ਹੈਗਾ ਮੰਨ ਲਓ ਹੈਗਾ F, ਉਹ ਤਾਂ ਅੰਡਰਸਟੂਡ ਹੀ ਹੈ, ਤੁਹਾਨੂੰ ਹਮੇਸ਼ਾ ਆਪਾਂ ਇਹ ਯੂਜ਼ ਕਰਦੇ। ਤੇ R ਤੇ F ਦੇ ਵਿੱਚ ਐਂਗਲ ਕਿਹੜਾ ਲਿਆ ਜਾਊਗਾ, ਹੁਣ ਮੈਨੂੰ ਆ ਦੱਸੇ ਕੋਈ ਬੱਚਾ, ਪਤਾ ਨਾ, ਹੁਣ ਤਾਂ ਸਾਰੀ ਐਂਗਲ ਬਾਰੇ ਅੱਜ ਗੱਲ ਹੋ ਗਈ ਹੈ, ਹੁਣ ਕੋਈ ਡਾਊਟ ਨਹੀਂ ਹੋਣਾ ਚਾਹੀਦਾ ਤੁਹਾਨੂੰ। R ਨੂੰ ਵਧਾ ਕੇ ਬੇਸਿਕਲੀ R ਤੇ F ਚ ਐਂਗਲ ਆ ਹੋਊਗਾ ਥੀਟਾ, ਇਹ ਐਂਗਲ R ਵੈਕਟਰ ਤੇ F ਵੈਕਟਰ ਦੇ ਵਿੱਚ ਆ, ਇਹ ਯਾਦ ਰੱਖਿਓ। ਤੇ ਇਸ F ਵੈਕਟਰ ਦੇ ਹੁਣ ਦੋ ਕੰਪੋਨੈਂਟ ਬਣ ਸਕਦੇ ਆ ਇਸ ਜਗ੍ਹਾ ਤੇ ਹੀ, ਇੱਕ ਤਾਂ ਕੰਪੋਨੈਂਟ ਬਣੂਗਾ ਥੀਟਾ ਦੀ ਡਾਇਰੈਕਸ਼ਨ ਚ, ਜਿਵੇਂ ਉਸ ਪਹਿਲਾਂ ਬਣਾਇਆ ਆਪਾਂ, ਇਹ ਬਣ ਜਾਊਗਾ F cos ਥੀਟਾ, ਇੱਕ ਕੰਪੋਨੈਂਟ ਬਣੂਗਾ ਥੀਟਾ ਦੇ ਆਪੋਜ਼ਿਟ ਇੱਥੋਂ, ਇਹ ਬਣ ਜਾਊਗਾ ਆਪਣਾ F sin ਥੀਟਾ। ਤੇ ਮੈਂ ਤੁਹਾਨੂੰ ਇਹ ਗੱਲ ਸਮਝਾਈ ਹੋਈ, ਜੇ ਤਾਂ ਕੰਪੋਨੈਂਟ ਡਿਵਾਈਡ ਕਰ ਲਿਆ ਤਾਂ ਕੰਪੋਨੈਂਟ ਤੋਂ ਡਿਵਾਈਡ ਕਰਨ ਤੋਂ ਬਾਅਦ ਉਹਨੂੰ ਸੋਚਣਾ ਬੰਦ ਕਰ ਦਿਓ, ਇਹਨੂੰ ਸੋਚਣਾ ਬੰਦ ਕਰ ਦਿਓ, ਇਹ ਤਾਂ ਹੈ ਹੀ ਨਹੀਂ, ਹੁਣ ਇਹਦੇ ਕੰਪੋਨੈਂਟ 'ਚ ਡਿਵਾਈਡ ਕਰ ਲਿਆ ਤੁਸੀਂ, ਹੁਣ ਕੰਪੋਨੈਂਟ ਨੂੰ ਦੇਖੋਗੇ ਸਿਰਫ। ਹੁਣ ਮੈਨੂੰ ਤੁਹਾਡੇ 'ਚ ਕੋਈ ਬੱਚਾ ਦੱਸੇ ਕਿ ਰੋਟੇਸ਼ਨ ਕਰਨੀ ਹੈ ਤਾਂ ਰੋਟੇਸ਼ਨ ਕੌਣ ਕਰ ਸਕਦਾ ਹੈ, ਕਿ F cos ਥੀਟਾ ਰੋਟੇਟ ਕਰਨ ਲਾਇਕ ਹੈ, ਕਿ F cos ਥੀਟਾ ਰੋਟੇਟ ਕਰ ਸਕਦਾ ਹੈ? नो सर, नो सर। F cos ਥੀਟਾ ਕੀ ਕਰੇਗਾ, पुश करेगा उन्होंने बाहर नु। ਉਹਨੂੰ ਬਾਹਰ ਨੂੰ ਪੁਸ਼ ਕਰੇਗਾ, ਉਹਦਾ ਤੋੜ ਹੀ ਦਊਗਾ। ਜੇ F cos ਥੀਟਾ ਦਾ ਅਮਾਉਂਟ ਬਹੁਤ ਜ਼ਿਆਦਾ ਹੋ ਜਾਵੇ, ਉਹਨੇ ਘੜੀ ਪੱਟ ਦੇਣੀ ਇੱਥੋਂ, ਇੱਥੋਂ ਫਿਕਸ, ਇੱਥੋਂ ਹੀ ਹਿਲਾ ਦੇਣਾ ਇਹਨੂੰ। F cos ਥੀਟਾ ਸਾਡਾ ਕੰਮ ਨਹੀਂ ਕਰ ਪਾਏਗਾ, ਰੋਟੇਟ ਨਹੀਂ ਕਰ ਪਾਏਗਾ। F sin ਥੀਟਾ ਕਰ ਪਾਏਗਾ ਕਿ ਨਹੀਂ? ਹਾਂਜੀ ਸਰ। ਕਰ ਪਾਏਗਾ। ਤੇ F sin ਥੀਟਾ ਜਿੰਨਾ ਜ਼ਿਆਦਾ ਦੂਰ ਕੰਮ ਕਰੇਗਾ ਉਨਾ ਵਧੀਆ ਕੰਮ ਕਰੇਗਾ, ਕਿਉਂਕਿ ਜੇ F sin ਥੀਟਾ ਇੱਥੇ ਲੱਗ ਰਿਹਾ ਹੁੰਦਾ, ਫੋਰਸ ਇੱਥੇ ਹੁੰਦਾ F sin ਥੀਟਾ, ਤਾਂ ਤੁਹਾਨੂੰ ਪਤਾ ਔਖਾ ਹੋਣਾ ਸੀ ਕਿ ਸੌਖਾ ਹੋਣਾ ਸੀ ਰੋਟੇਟ ਕਰਨਾ? सर औखा होना सीगा। ਔਖਾ ਹੋਣਾ ਸੀ। ਜੇ ਤੁਹਾਨੂੰ ਨਹੀਂ ਇਸ ਗੱਲ ਤੇ ਹਲੇ ਸਮਝ ਆਈ ਤਾਂ ਤੁਸੀਂ ਕੀ ਕਰੋ, ਗੇਟ ਨੂੰ ਆਪਣੇ ਨੂੰ, ਜਿੱਥੇ ਤੱਕ ਕੁੰਡਾ ਹੁੰਦਾ ਗੇਟ ਦਾ, ਉਹ ਕੁੰਡਾ ਤਾਂ ਹੀ ਸਭ ਤੋਂ ਗੇਟ ਦੇ ਇਧਰਲੇ ਪਾਸੇ ਲੱਗਿਆ ਹੁੰਦਾ। ਜੇ ਤੁਸੀਂ ਗੇਟ ਨੂੰ ਜਿੱਥੇ ਗੇਟ ਫਿਕਸ ਕੀਤਾ ਹੁੰਦਾ ਵਾ, ਜੇ ਉਹਦੇ ਬਿਲਕੁਲ ਥੋੜੀ 1 ਫੁੱਟ ਦੂਰੀ ਤੇ ਜਾਂ ਅੱਧਾ ਫੁੱਟ ਦੂਰੀ ਤੇ ਉੱਥੇ ਫੋਰਸ ਲਾ ਕੇ ਗੇਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਪਤਾ ਲੱਗ ਜੂਗਾ ਮੈਂ ਕੀ ਕਹਿ ਰਿਹਾ ਹਾਂ।
ठीक है ना गल। सो एफ साइन थीटा काम करूगा, एक तो जिन्ना ज्यादा एफ साइन थीटा होगा उन्नी वधिया रोटेशन होगी, ते जिन्ना ज्यादा ये आर की लंबाई होगी उन्नी ज्यादा वधिया रोटेशन होगी। आर की लंबाई का भी फर्क पैंदा। इथों एक नवी क्वांटिटी अपने सामने आती है निकल के, उन्होंने बोलते हैं टॉर्क। टॉर्क की हुंदी है, किसी फोर्स की एबिलिटी हुंदी है कि वो किसी बॉडी नू या किसी ऑब्जेक्ट नू रोटेट कर सकता कि नहीं। ये बारे मैं बहुत खुल के गल करूंगा 5वें यूनिट च जाके, अगे जाके आएगी क्वांटिटी, हुणे नहीं आएगी। पर वैसे हम तुहानू मैं समझा ही रहा, एक गल एग्जांपल दसदी, टॉर्क ऐ लिखते हैं आप टॉ, ये जो सिंबल है कहते हैं TOU टॉ, वो इन पढ़ते हैं टॉ, इस तरह होता टॉ, इस तरह पा के ऐ कर दें टॉ कई बार, ठीक है। सो टॉ जो टॉर्क हुंदा वो की हुंदा, वो आर नू जिन्नी लंबाई है ਉਹਦੀ रेडियस ਉਹਨੂੰ एफ साइन थीटा ਨਾਲ ਮਲਟੀਪਲਾਈ ਕਰਦੇ ਹਾਂ ਆਪਾਂ, ਤਾਂ ਜਾ ਕੇ ਇਹ ਬਣਦੀ ਆ ਟਾਰਕ। ਤੇ ਟਾਰਕ ਇੱਕ ਵੈਕਟਰ ਕੁਆਂਟੀਟੀ ਹੈ, ਸਕੇਲਰ ਕੁਆਂਟੀਟੀ ਨਹੀਂ ਹੈਗੀ। ਆ ਮੈਂ ਸਿਰਫ ਮੈਗਨੀਟਿਊਡ ਲਿਖਿਆ ਉਹਦਾ, ਟਾਰਕ ਦਾ ਸਿਰਫ ਮੈਗਨੀਟਿਊਡ ਲਿਖ ਰਿਹਾ ਮੈਂ, RF sin थीटा। पर ये रोटेशन जी हो रही है, देखो रोटेशन ਇਹਦੀ रोटेशन ਕਿਹੜੀ डायरेक्शन हो रही है, ਇਹਦੀ रोटेशन देखो कि एंटी क्लॉकवाइज हो रही है कि क्लॉकवाइज हो रही है, ਮੈਨੂੰ ਦੱਸ ਦਿਓ सर एंटी क्लॉकवाइज। एंटी क्लॉकवाइज है, इस तरह रोटेट करूगा, इस तरह। ਤਾਂ ਇਹਦੇ ਲਈ ਆਪਾਂ ਕੀ ਕਰਦੇ ਆ, ਰਾਈਟ ਹੈਂਡ ਰੂਲ ਲੱਗਨੇ ਆ। ਤੁਸੀਂ ਆਪਣੇ ਰਾਈਟ ਹੈਂਡ ਦੀ ਫਿੰਗਰਸ ਨੂੰ ਸਕਰੀਨ ਤੇ ਦੇਖੋ, ਉਹਦੇ ਅਕੋਰਡਿੰਗ ਰਾਈਟ ਹੈਂਡ ਦੀ ਫਿੰਗਰਸ ਨੂੰ ਕੋਇਲ ਕਰੋ ਤਾਂ ਥੰਬ ਤੁਹਾਡਾ ਦੇਖੋ ਬਾਹਰ ਨੂੰ ਆ ਰਿਹਾ ਸਕਰੀਨ ਦੇ ਕਿ ਅੰਦਰ ਨੂੰ ਜਾ ਰਿਹਾ, ਬਾਹਰ ਨੂੰ ਜਾ ਰਿਹਾ, ਬਾਹਰ ਨੂੰ ਜਾ ਰਿਹਾ। ਉਹ ਡਾਇਰੈਕਸ਼ਨ ਹੁੰਦੀ ਹੈ ਇਸ ਰੋਟੇਸ਼ਨ ਦੀ RF sin ਥੀਟਾ, ਤੇ ਬਾਹਰ ਨੂੰ ਉਹਨੂੰ ਆਪਾਂ n ਕੈਪ ਕਹਿ ਦਿੰਦੇ ਆ, ਇਹਨੇ ਨਾਰਮਲ ਵੈਕਟਰ ਦੀ ਡਾਇਰੈਕਸ਼ਨ ਕਹਿ ਦਿੰਦੇ ਆ ਬਸ ਆਪਾਂ, ਤੇ ਇਹਨੂੰ ਬੋਲਦੇ ਆ ਆਪਾਂ ਟੌ ਵੈਕਟਰ। ਤੇ ਇਸੇ ਚੀਜ਼ ਨੂੰ ਜਦੋਂ sin ਥੀਟਾ ਵਿੱਚ ਆ ਜਾਏ ਆਪਾਂ R ਕ੍ਰੋਸ F ਕਹਿੰਦੇ ਆ, ਤੇ ਆ ਹੁੰਦਾ ਆਪਣਾ ਕ੍ਰੋਸ ਪ੍ਰੋਡਕਟ, ਜਿਹੜਾ ਕੀ ਹੁੰਦਾ A ਦਾ ਮੈਗਨੀਟਿਊਡ B ਦਾ ਮੈਗਨੀਟਿਊਡ sin ਥੀਟਾ ਆਉਂਦਾ ਇਹਦੇ ਵਿੱਚ, ਤੇ ਨਾਲ n ਕੈਪ ਆਉਂਦੀ ਹੈ ਡਾਇਰੈਕਸ਼ਨ ਆਫ ਰੋਟੇਸ਼ਨ, ਇਸ ਲਈ ਇਹਨੂੰ ਵੈਕਟਰ ਪ੍ਰੋਡਕਟ ਵੀ ਬੋਲਦੇ ਹਾਂ। ਇਹਦੇ ਬਾਰੇ ਥੋੜਾ ਖੁੱਲ ਕੇ ਥੋੜਾ ਜ਼ਿਆਦਾ ਹੋਰ ਗੱਲ ਕਰਨੀ ਚਾਹੀਦੀ ਹੈ, ਮੈਂ ਕਰੂੰਗਾ ਵੀ। ਫਿਲਹਾਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਡਾਇਰੈਕਸ਼ਨ ਆਫ ਰੋਟੇਸ਼ਨ ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਆਪਾਂ, ਤੇ ਇਹ ਕ੍ਰਾਸ ਵੀ ਹੈ, ਕਿਉਂਕਿ ਇਹਦੇ 'ਚ ਰੋਟੇਟ ਕਰ ਕੌਣ ਰਿਹਾ, F। ਜੋ ਰੋਟੇਟ ਕਰ ਰਿਹਾ ਉਹ ਬਾਅਦ ਚ ਆਉਂਦਾ ਹੈ, ਜੋ ਰੋਟੇਟ ਹੋ ਰਿਹਾ ਉਹ ਪਹਿਲਾਂ ਆਉਂਦਾ ਹੈ, ਐ ਸਮਝ ਲਓ। R क्रॉस F क्रॉस R नहीं आएगा। राइट हैंड रूल नहीं समझ आया। राइट हैंड रूल रोटेशन की डायरेक्शन दसन ली है, जिवें राइट हैंड तुसी अपने राइट हैंड दी फिंगर्स नू कॉइल करदे हो, जदों मैं वो बनावा, एक मिनट स्क्रीन शेयर करूं, हाँ मैनू देख रहे हो, आ देखो राइट हैंड है, राइट हैंड दी आ फिंगर्स कॉइल कर रहा मैं, जी सर कर सकता देखो, या राइट हैंड फिंगर ਨੂੰ ਐ ਕੋਇਲ ਕਰ ਸਕਦਾ ਹਾਂ। तो उस अकॉर्डिंग ਜਦੋਂ ਕੋਇਲ ਕਰਦੇ ਤਾਂ ਜਿਹੜਾ ਥੰਬ ਹੈ, ਥੰਬ ਗਿਵਸ ਯੂ ਦ ਡਾਇਰੈਕਸ਼ਨ ਆਫ ਰੋਟੇਸ਼ਨ। ਸੋ ਰੋਟੇਸ਼ਨ ਨੂੰ ਆਪਾਂ ਕਲੌਕਵਾਈਜ਼ ਜਾਂ ਐਂਟੀ ਕਲੌਕਵਾਈਜ਼ ਨਹੀਂ ਕਹਿੰਦੇ, ਬਲਕਿ ਐਂ ਕਹਿੰਦੇ ਆ। ਇਹਦੇ ਲਈ ਮੈਂ ਤੁਹਾਨੂੰ ਨਾ ਇੱਕ YouTube ਤੇ ਇੱਕ ਵੀਡੀਓ ਹੈਗਾ, ਮੇਰਾ ਆਪਣਾ ਹੀ ਵੀਡੀਓ ਆ, ਉਹਦਾ ਇੱਕ ਛੋਟੀ ਜਿਹੀ ਕਲਿੱਪ ਹੈਗੀ ਜਿਸ 'ਚ ਮੈਂ ਰੋਟੇਸ਼ਨ ਦੀ ਡਾਇਰੈਕਸ਼ਨ ਸਮਝਣੀ ਸਿਖਾਈ ਹੈ ਤੁਹਾਨੂੰ। ਉਹ ਵੀਡੀਓ ਸਾਰਿਆਂ ਨੇ ਦੇਖਣਾ ਵਾ, 20 ਮਿੰਟ ਦਾ ਆ, 15-16 ਮਿੰਟ ਦਾ ਹੋਣਾ ਉਹ ਵੀਡੀਓ, ਮੈਂ ਲਿੰਕ ਪਾ ਦੂੰਗਾ। ਉਹ ਰੋਟੇਸ਼ਨ ਨੂੰ ਸਮਝਣ ਦੇ ਲਈ ਉਹ ਸਾਰਿਆਂ ਨੇ ਸਮਝ ਲੈਣਾ, ਅੱਜ ਹੀ ਦੇਖ ਲੈਣਾ, ਉਹ 15 ਮਿੰਟ ਦਾ ਵੀਡੀਓ ਆ, ਤੇ ਸੋ ਦੈਟ ਕਿ ਤੁਹਾਨੂੰ ਆ ਪਤਾ ਲੱਗ ਜਾਏ ਕਿ ਮੈਂ ਟਾਰਕ ਦੀ ਡਾਇਰੈਕਸ਼ਨ ਕਿਵੇਂ ਦੱਸ ਰਿਹਾ, ਤਾਂ ਹੀ ਤੁਹਾਨੂੰ ਕ੍ਰਾਸ ਪ੍ਰੋਡਕਟ ਸਮਝ ਆਏਗਾ ਚੰਗੀ ਤਰ੍ਹਾਂ ਕਿ ਕ੍ਰਾਸ ਪ੍ਰੋਡਕਟ 'ਚ n ਕੈਪ ਕੀ ਲੈ ਲਿਆ ਮੈਂ। ਪਹਿਲੀ ਗੱਲ ਤਾਂ ਦੇਖੋ ਰੋਟੇਸ਼ਨ ਮਤਲਬ ਕਹਿੰਦੇ ਨੇ ਟਾਰਕ ਦਾ ਕੰਮ ਕੀ ਹੈ, ਰੋਟੇਟ ਕਿੰਨਾ ਹੋਇਆ। ਵਰਕ ਦਾ ਕੰਮ ਕੀ ਸੀ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਕਿਵੇਂ ਗਿਆ ਫੋਰਸ ਨੂੰ, ਕਿੰਨਾ ਉਹਨੂੰ ਵਰਣਨ ਕਰਨਾ ਪਿਆ। ਮਤਲਬ ਵਰਕ ਤੇ ਟਾਰਕ ਦੇ ਵਿੱਚ ਆਹੀ ਗੱਲ ਦੀ ਉਹ ਹੈ। सर आज स्केलर प्रोडक्ट क्यों लिखा है सर इधर? किथे सर आ डॉट प्रोडक्ट ਦੇ ਨੀਚੇ ਸਰ ਸਕੇਲਰ ਪ੍ਰੋਡਕਟ, ਕਿਉਂਕਿ ਇਹ ਸਕੇਲਰ ਕੁਆਂਟੀਟੀ ਆਂਦੀ ਨਾ ਸਰ, ਉੱਥੇ ਵਰਕ ਸਕੇਲਰ ਕੁਆਂਟੀਟੀ ਆਂਦੀ ਨਾ। ਜਦੋਂ ਵੀ ਕੋਈ ਤੁਸੀਂ ਦੋ ਵੈਕਟਰਸ ਨੂੰ ਡਾਟ ਪ੍ਰੋਡਕਟ ਕਰੋਗੇ ਤਾਂ ਆਨਸਰ ਸਕੇਲਰ ਪ੍ਰੋਡਕਟ, ਉਹਨੂੰ ਸਕੇਲਰ ਆਨਸਰ ਆਏਗਾ, ਪਰ ਇੱਥੇ ਵੈਕਟਰ ਆਨਸਰ ਆਏਗਾ। ਦੇਖੋ ਆ ਡਾਇਰੈਕਸ਼ਨ ਦੱਸੀ ਹੋਈ ਆ, ਇਹ ਮੈਂ ਤੁਹਾਨੂੰ ਦੱਸੂਗਾ n ਕੈਪ ਕਿਵੇਂ ਆ। ਇਹ ਡਾਇਰੈਕਸ਼ਨ ਆ ਬੇਸਿਕਲੀ, n ਕੈਪ ਨਾ ਨਾਰਮਲ, ਜਿਵੇਂ ਥੰਬ ਬਾਹਰ ਨੂੰ ਆ ਰਿਹਾ ਨਾ, ਤਾਂ ਆ ਨਾਰਮਲ ਡਾਇਰੈਕਸ਼ਨ ਆ। ਤੇ ਇਹਦੇ ਬਾਰੇ ਮੈਂ ਤੁਹਾਨੂੰ ਜਿਹੜਾ ਵੀਡੀਓ ਸ਼ੇਅਰ ਕਰਨ ਵਾਲਾ ਹਾਂ, ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖਣਾ ਹੈ। ਮੈਂ ਵੀਡੀਓ ਹੁਣੇ ਗਰੁੱਪ 'ਚ ਪਾ ਦੂੰਗਾ ਉਹਦਾ ਲਿੰਕ, 15 ਮਿੰਟ ਦਾ ਵੀਡੀਓ ਸਾਰਿਆਂ ਨੇ ਦੇਖ ਲਿਓ, ਠੀਕ ਹੈ ਗੱਲ। ਸਰ ਜਿਹੜਾ a ਤੇ b ਮਲਟੀਪਲਾਈ ਕੀਤਾ ਉਹਦਾ ਹੈ ਤਾਂ ਵੈਕਟਰ ਹੀ ਹੈ ਸਰ, a ਕ੍ਰਾਸ b ਹੈ ਇਹ ਤੇ ਉੱਪਰ ਸਰ ਡਾਟ ਪ੍ਰੋਡਕਟ 'ਚ
हाँ डॉट प्रोडक्ट भी हाँ है ਤਾਂ ਵੈਕਟਰ ਹੀ ਆ ਦੋਨੋਂ ਵੈਕਟਰਸ ਨੂੰ ਆਪਾਂ ਡਾਟ ਕੀਤਾ ਪਰ ਆਨਸਰ ਉਹ ਦੋਨਾਂ ਦਾ ਸਕੇਲਰ ਆ ਗਿਆ ਵੈਕਟਰ ਨਹੀਂ ਰਿਹਾ ਫਿਰ ਉਹ ਤਾਂ ਹੀ ਉਹਨੂੰ ਸਕੇਲਰ ਪ੍ਰੋਡਕਟ ਕਹਿ ਰਹੇ ਆਪਾਂ क्रॉस प्रोडक्ट वाले ਵਿੱਚ r ਵੀ ਵੈਕਟਰ ਹੈ हाँ r भी वेक्टर है मैं ਤੁਹਾਨੂੰ ਇੱਕ ਵਾਰ ਰੁਕ ਜਾਓ ਕ੍ਰਾਸ ਪ੍ਰੋਡਕਟ ਨੂੰ ਲੈ ਕੇ ਹਰੇ ਬਹੁਤ ਜ਼ਿਆਦਾ ਉਹਨਾਂ ਟੈਨਸ਼ਨ ਨਾ ਲੈ ਲਿਓ ਤੁਸੀਂ ਆ ਵੀਡੀਓ ਜਿਹੜਾ ਕਹਿ ਰਿਹਾ ਨਾ ਵੀਡੀਓ ਦੇਖਿਓ ਇੱਕ ਵਾਰੀ ਕੱਲ ਆਪਾਂ ਇਸ ਤੇ ਹੋਰ ਗੱਲ ਕਰ ਲਾਂਗੇ ਹੁਣ ਮੇਰੀ ਗੱਲ ਸੁਣੋ ਧਿਆਨ ਨਾਲ ਸਾਰੇ ਜਣੇ ਜਦੋਂ ਗੱਲ ਨੰਬਰਾਂ ਦੀ ਹੁੰਦੀ ਆ 3 ਤੇ 4 ਨੂੰ ਜੇ ਬ੍ਰੈਕਟ 'ਚ ਲਿਖ ਦਿੱਤਾ ਜਾਵੇ ਤਾਂ ਦੱਸੋ ਆਨਸਰ ਕੀ ਆਂਦਾ ਆ 12 ਜਦੋਂ ਕਿਸੇ ਸਿੰਗਲ ਲਾਈਨ ਕਾਪੀ ਤੇ 3 ਤੇ 4 ਦੇ ਵਿੱਚ ਡਾਟ ਪਾ ਦਿੱਤਾ ਜਾਵੇ ਹਨਾ ਡਾਟ ਦਾ ਮਤਲਬ ਹੀ ਗੁਣਾ ਹੀ ਹੁੰਦਾ ਆ 12 ਜਦੋਂ 3 ਤੇ 4 ਦੇ ਵਿੱਚ ਕ੍ਰਾਸ ਪਾ ਦਿੱਤਾ ਜਾਵੇ ਤਾਂ ਮਤਲਬ ਕੀ ਹੁੰਦਾ ਆਨਸਰ 12 ਕਲੀਅਰ ਹੈ ਗੱਲ ਇਹ ਨੰਬਰ ਲਈ ਸਹੀ ਹੁੰਦਾ ਪਰ ਜਦੋਂ ਤੁਸੀਂ ਵੈਕਟਰਸ ਦੀ ਗੱਲ ਕਰਦੇ ਹੋ ਦੋ ਵੈਕਟਰਸ ਨੂੰ ਪ੍ਰੋਡਕਟ ਕਰਨਾ ਹੈ ਗੁਣਾ ਕਰਨਾ ਹੈ ਐਡ ਸਬਟ੍ਰੈਕਟ ਦੀ ਗੱਲ ਤੋਂ ਅੱਗੇ ਆ ਗਏ ਆਪਾਂ ਹੁਣ ਪ੍ਰੋਡਕਟ ਦੀ ਗੱਲ ਕਰ ਰਹੇ ਮੈਂ ਤੇ ਜਦੋਂ ਤੁਸੀਂ A ਵੈਕਟਰ ਤੇ B ਵੈਕਟਰ ਦੇ ਨੂੰ ਦੋਨਾਂ ਨੂੰ ਬ੍ਰੈਕਟ 'ਚ ਲਿਖ ਦੋਗੇ ਤਾਂ ਇਸ ਦੀ ਕੋਈ ਸੈਂਸ ਨਹੀਂ ਬਣਦੀ ਕੋਈ ਮਤਲਬ ਨਹੀਂ ਬਣਦਾ ਇਸ ਗੱਲ ਦਾ ਠੀਕ ਹੈ ਕੋਈ ਸੈਂਸ ਹੀ ਨਹੀਂ ਬਣਦੀ ਤੁਸੀਂ ਦੋ ਵੈਕਟਰਸ ਜੇ ਲਿਖੇ ਨੇ ਤਾਂ ਵਿੱਚ ਜਾਂ ਡਾਟ ਪਾਣਾ ਪੈਣਾ ਜਾਂ ਕ੍ਰਾਸ ਪਾਣਾ ਪੈਣਾ ਮੈਗਨੀਟਿਊਡ ਲਿਖ ਸਕਦੇ ਹੋ ਆ ਦੇਖੋ ਬਿਨਾ ਡਾਟ ਕ੍ਰਾਸ ਦੇ ਕਿਉਂਕਿ ਮੈਗਨੀਟਿਊਡ ਦਾ ਉਹਦਾ ਡਾਟ ਇਹਦਾ ਮਤਲਬ ਪ੍ਰੋਡਕਟ ਆ ਬਸ ਮਲਟੀਪਲਾਈ ਜਿਵੇਂ ਨੰਬਰ ਮਲਟੀਪਲਾਈ ਕਰਦੇ ਤੇ ਜਦੋਂ ਤੁਸੀਂ A ਵੈਕਟਰ ਤੇ B ਵੈਕਟਰ ਨੂੰ ਡਾਟ ਪ੍ਰੋਡਕਟ ਕਰਨਾ ਆ ਤਾਂ ਤੁਸੀਂ ਕੀ ਕਰੋ A ਦਾ ਮੈਗਨੀਟਿਊਡ ਲਿਖੋਗੇ 10 ਨਿਊਟਨ B ਦਾ ਮੈਗਨੀਟਿਊਡ ਲਿਖੋਗੇ 5 ਨਿਊਟਨ ਮੰਨ ਲਓ ਉਹਨਾਂ ਵਿੱਚ ਐਂਗਲ ਜਿਹੜਾ ਹੁੰਦਾ ਕਾਜ਼ ਆਫ ਐਂਗਲ ਬਿਟਵੀਨ them ਜਸਟ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਡਾਟ ਪ੍ਰੋਡਕਟ ਆਪਾਂ ਮੋਸਟਲੀ ਅਲੱਗ-ਅਲੱਗ ਕੁਆਂਟੀਟੀ ਦਾ ਕਰਦੇ ਹਾਂ ਫੋਰਸ ਦਾ ਫੋਰਸ ਨਾਲ ਕਦੇ ਵੀ ਨਹੀਂ ਕਰਦੇ ਜਸਟ ਮੈਂ ਐਗਜ਼ਾਮਪਲ ਦੇ ਰਿਹਾ ਤੇ ਜੇ A ਵੈਕਟਰ ਨੂੰ B ਵੈਕਟਰ ਨਾਲ ਕ੍ਰਾਸ ਪ੍ਰੋਡਕਟ ਕਰਨਾ ਆ ਤਾਂ ਉਹਦਾ ਆਨਸਰ ਹੁੰਦਾ A B ਨਾਲ ਆ ਜਾਂਦਾ ਸਾਈਨ ਆਫ ਐਂਗਲ ਬਿਟਵੀਨ them ਸਾਈਨ ਥੀਟਾ ਆ ਜਾਂਦਾ ਤੇ ਇੱਥੇ ਕੀ ਆਉਂਦਾ ਨਾਲ n ਕੈਪ ਜੋ ਦੀ ਵੈਕਟਰ ਦੀ ਡਾਇਰੈਕਸ਼ਨ ਹੁੰਦੀ ਹੈ ਸੋ ਇੱਥੇ ਇਹਦੀ ਕੋਈ ਸੈਂਸ ਨਹੀਂ ਬਣਦੀ ਤੇ ਇਹ ਦੋਨੋਂ ਦਾ ਮਤਲਬ ਅਲੱਗ-ਅਲੱਗ ਆ ਹੁੰਦਾ ਇਹ ਡਾਟ ਪ੍ਰੋਡਕਟ ਹੁੰਦਾ ਹੈ ਇਹ ਕ੍ਰਾਸ ਪ੍ਰੋਡਕਟ ਹੁੰਦਾ ਹੈ ਤੇ ਇਹਦਾ ਮਤਲਬ ਇਹਦਾ ਲੈਣਾ ਦੇਣਾ ਕਿਸ ਤੋਂ ਹੁੰਦਾ ਆ ਇਹਦਾ ਲੈਣਾ ਦੇਣਾ ਰੋਟੇਸ਼ਨ ਤੋਂ ਹੁੰਦਾ ਆ ਤੇ ਇਹਦਾ ਲੈਣਾ ਦੇਣਾ ਰੋਟੇਸ਼ਨ ਤੋਂ ਨਹੀਂ ਹੁੰਦਾ ਇਹ ਤਾਂ ਸਿੱਧੀ ਟ੍ਰਾਂਸਲੇਟਰੀ ਜਿਵੇਂ ਮੋਸ਼ਨ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਉਸ ਤਰ੍ਹਾਂ ਆਪਾਂ ਗੱਲ ਕਰ ਲੈਂਦੇ ਆ ਫੋਰਸ ਤੇ ਵੈਲੋਸਿਟੀ ਦਾ ਡਾਟ ਪ੍ਰੋਡਕਟ ਵੀ ਹੋ ਸਕਦਾ ਹੈ ਅੱਗੇ ਇਲੈਕਟ੍ਰਿਕ ਫੀਲਡ ਤੇ ਏਰੀਆ ਵੈਕਟਰ ਬਹੁਤ ਕੁਝ ਅੱਗੇ ਆਪਾਂ ਕਰਾਂਗੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਾਂਗੇ ਫਿਲਹਾਲ ਤੁਹਾਨੂੰ ਮੈਂ ਸਿਰਫ ਆ ਮਤਲਬ ਸਮਝਾਇਆ ਦੋ ਐਗਜ਼ਾਮਪਲ ਦੇ ਨਾਲ ਜਦੋਂ ਇਹਦੇ ਬਾਰੇ ਸੋਚਣਾ ਤੁਸੀਂ ਸੋਚਣਾ ਆ ਇੱਕ ਰੋਡ ਰੋਲਰ ਸੌਰੀ ਪਿਚ ਰੋਲਰ ਨੂੰ ਲੈ ਕੇ ਚਲਾ ਰਹੇ ਆ ਇੱਥੇ ਆਪਾਂ ਇੱਕ ਘੜੀ ਦੀ ਜਿਵੇਂ ਉਹਨੂੰ ਘੁਮਾ ਰਹੇ ਆ ਰੋਟੇਸ਼ਨ ਦੇ ਰਹੇ ਆ ਇਹ ਤੇ ਵੀ ਕੁਝ ਵੀ ਹੋ ਸਕਦੇ ਨੇ ਇੱਥੇ ਜਦੋਂ ਐਡ ਕਰਦੇ ਹੋ ਤਾਂ ਐਡ ਕਰਦੇ ਹੋ ਤੁਹਾਨੂੰ ਪਤਾ ਇਹ ਤੇ ਵੀ ਦੋਨੋਂ ਹੀ ਸੇਮ ਕੁਆਂਟੀਟੀਜ਼ ਹੋਣੀ ਚਾਹੀਦੀਆਂ ਨੇ ਪਰ ਇੱਥੇ ਆਪਣੇ ਕੋਲ ਇਹ ਤੇ ਵੀ ਕੁਝ ਵੀ ਹੋ ਸਕਦੇ ਨੇ ਤੇ ਜੇ ਆ ਬਾਕੀ ਗੱਲਾਂ ਵੈਲਿਡ ਨੇ ਸਾਰੀਆਂ ਜਿਹੜੀਆਂ ਬਾਕੀ ਗੱਲਾਂ ਨੇ ਸਾਰੀਆਂ ਵੈਲਿਡ ਨੇ ਇੱਥੇ ਜਿਵੇਂ ਕਿ ਹੁਣ ਮੈਂ ਤੁਹਾਡੇ ਸਾਹਮਣੇ ਆ ਸਾਰਾ ਹੀ ਇਕੱਠਾ ਹੀ ਕਰ ਦਿੱਤਾ ਇੱਕ ਤਰ੍ਹਾਂ ਇਹਨੂੰ ਛੱਡ ਦਿਓ ਇਹਦੀ ਸੈਂਸ ਨਹੀਂ ਬਣਦੀ ਇਹਨੂੰ ਨਾ ਹੀ ਲਿਖੋ ਮੈਂ ਸਿਰਫ ਉਹ ਦੱਸ ਰਿਹਾ ਜਿਹੜੀ ਚੀਜ਼ ਦਾ ਤੁਹਾਡਾ ਧਿਆਨ ਹੋਣਾ ਚਾਹੀਦਾ ਹੁਣ ਬਸ ਲਾਸਟ ਆਪਣਾ ਇਹ ਖਤਮ ਕਰਨ ਲੱਗਾ ਮੈਂ ਕਿ ਜੇ A ਵੈਕਟਰ ਤੇ B ਵੈਕਟਰ ਐਡ ਹੋ ਰਹੇ ਹੋਣ ਤਾਂ ਉਹਨਾਂ ਦਾ ਮੈਗਨੀਟਿਊਡ ਆਂਦਾ ਹੈ cos of angle between them ਇਹ ਉਹੀ cos ਥੀਟਾ ਜਿਹੜਾ cos ਥੀਟਾ ਉੱਪਰ ਕਿਉਂਕਿ ਦੋਨਾਂ ਵਿੱਚ ਐਂਗਲ ਹੀ ਦੇਖਣਾ ਹੁੰਦਾ ਇਹ ਮਾਈਨਸ ਹੋ ਰਹੇ ਹੋਣ ਜੇ ਉਹਨਾਂ ਦਾ ਮੈਗਨੀਟਿਊਡ ਕੀ ਆਂਦਾ ਤੇ ਇਸ ਤੋਂ ਬਾਅਦ ਇਹਨਾਂ ਦੀ ਡਾਇਰੈਕਸ਼ਨ ਇਹਦੀ tan alpha ਤੋਂ ਦੱਸਦੇ ਆਪਾਂ ਉਹ ਆਪਾਂ tan beta ਤੋਂ ਦੱਸਦੇ ਸੀ ਉਹਦੀ ਕਿਸੇ ਵੀ ਇੱਕ ਵੈਕਟਰ ਨਾਲ ਐਂਗਲ ਆ ਡਾਟ ਪ੍ਰੋਡਕਟ ਆ ਕ੍ਰਾਸ ਪ੍ਰੋਡਕਟ ਆ ਐਡੀਸ਼ਨ ਦਾ ਇਹ ਸਬਟ੍ਰੈਕਸ਼ਨ ਦਾ ਮੈਗਨੀਟਿਊਡ ਆ ਇਹ ਸਾਰਾ ਕੁਝ ਤੁਹਾਨੂੰ ਮੈਂ ਵੈਕਟਰ 'ਚ ਹੁਣ ਤੱਕ ਕਰਵਾ ਚੁੱਕਾ ਤੇ ਕਿਸੇ ਵੈਕਟਰ ਦਾ ਦੂਜੇ ਵੈਕਟਰ ਨਾਲ ਡਿਵੀਜ਼ਨ ਇਜ਼ ਨਾਟ ਡਿਫਾਈਨਡ ਇਹਦੀ ਕੋਈ ਸੈਂਸ ਨਹੀਂ ਬਣਦੀ ਸੋ ਡਿਵੀਜ਼ਨ ਕੋਈ ਵੀ ਨਹੀਂ ਹੁੰਦੀ ਕੋਈ ਵੈਕਟਰ ਦੀ ਕਿਸੇ ਵੈਕਟਰ ਨਾਲ ਡਿਵੀਜ਼ਨ ਨਹੀਂ ਹੁੰਦੀ ਕੋਈ ਉਹਦਾ ਮਤਲਬ ਨਹੀਂ ਬਣਦਾ ਮੈਗਨੀਟਿਊਡਸ ਨੂੰ ਕਰ ਸਕਦੇ ਡਿਵਾਈਡ ਪਰ ਯੂ ਕਾਂਟ ਡਿਵਾਈਡ ਅਲੋਂਗ ਵਿਦ देयर डायरेक्शंस ਸਮਝ ਲੱਗੀ ਸਾਰਿਆਂ ਨੂੰ ਹਾਂਜੀ ਸਰ ਬੜਾ ਇੰਪੋਰਟੈਂਟ ਪਾਰਟ ਸੀ ਇਹ ਤੇ ਚੰਗਾ ਹੋਇਆ ਕਿ ਮੈਂ ਅੱਜ ਕੰਪੋਨੈਂਟਸ ਕਰਦੇ ਡਾਟ ਤੇ ਕ੍ਰਾਸ ਬਾਰੇ ਗੱਲ ਕਰ ਪਾਇਆ ਕਿਸੇ ਵੈਕਟਰ ਦੇ ਰੈਕਟੈਂਗੂਲਰ ਕੰਪੋਨੈਂਟਸ ਬਾਰੇ ਗੱਲ ਕਰ ਪਾਇਆ ਮੈਂ ਇੱਕ ਸਲਾਹ ਦਊਂਗਾ ਕਿ ਇੱਕ ਵਾਰ ਦੁਬਾਰਾ ਇਹ ਪੂਰਾ ਵੀਡੀਓ ਚਾਹੇ ਕੱਲ ਤੋਂ ਪਹਿਲਾਂ ਦੇਖ ਲਿਓ ਰਾਤ ਨੂੰ ਦੇਖ ਲਿਓ ਜਦੋਂ ਮਰਜ਼ੀ ਦੇਖ ਲਿਓ ਤੁਹਾਡੇ ਲਈ ਦੇਖਿਆ ਹੋਊਗਾ ਤਾਂ ਬਹੁਤ ਸੌਖਾ ਹੋਊਗਾ ਤੇ ਇੱਕ ਜਿਹੜਾ ਮੈਂ ਵੀਡੀਓ ਹੋਰ ਪਾਉਣ ਲੱਗਾ ਵਾ ਗਰੁੱਪ ਦੇ ਵਿੱਚ ਉਹ ਸਾਰਿਆਂ ਨੇ ਜ਼ਰੂਰ ਦੇਖਣਾ ਵਾ ਜਿਹਦੇ ਚ ਮੈਂ ਤੁਹਾਨੂੰ ਦੱਸਿਆ ਕਿ ਰੋਟੇਸ਼ਨ ਦੀ ਡਾਇਰੈਕਸ਼ਨ ਨੂੰ ਤੁਸੀਂ ਕਿਵੇਂ ਦੱਸਦੇ ਹੋ ਇਹਦੇ ਵਿੱਚ ਫਿਜ਼ਿਕਸ ਵਿੱਚ ਤੇ ਮੈਥਮੈਟਿਕਸ ਵਿੱਚ
ਦੈਨ ਆਪਾਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਆਪਣੀ ਅਗਲੀ ਜਿਹੜੀ ਉਹ ਵੀ ਕਰਾਂਗੇ ਤੇ ਇਹਦੀ ਜਿਓਮੈਟ੍ਰਿਕ ਇੰਟਰਪ੍ਰੀਟੇਸ਼ਨ ਵੀ ਕਰਾਂਗੇ। ਹਲੇ ਤਾਂ ਮੈਂ ਬਸ ਫਿਜ਼ੀਕਲ ਮੀਨਿੰਗ ਦੱਸਿਆ ਤੁਹਾਨੂੰ। ਆ ਰੋਟੇਸ਼ਨ ਦੇ ਲਈ ਹੁੰਦਾ ਆ, ਇਹ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚੀਜ਼ ਨੂੰ ਲਿਆ ਰਹੇ ਹੋ ਜਾਂ ਕਿਸੇ ਦੀ ਡਾਇਰੈਕਸ਼ਨ 'ਚ ਕਰ ਰਹੇ ਹੋ ਉਹਦੇ ਲਈ ਹੁੰਦਾ। ਜਿਓਮੈਟ੍ਰਿਕ ਇੰਟਰਪ੍ਰੀਟੇਸ਼ਨ ਵੀ ਕਰਾਂਗੇ ਇਹਦੀ, ਕੱਲ ਕਰਾਂਗੇ। ਸੋ ਥੈਂਕ ਯੂ ਸੋ ਮਚ। ਸਰ ਤੁਸੀਂ ਕਹਿੰਦੇ ਸੀ ਨੋਟਸ ਦੀ ਭੇਜਣੀ ਆ ਪਿਕਸ, ਉਹ ਕਦ ਆਉਣਗੀਆਂ? ਨੋਟ ਦੀ ਜਿਹੜੀ ਤੁਸੀਂ ਲਿਖ ਕੇ ਮਤਲਬ ਤੁਸੀਂ ਪਿਕਚਰ ਤੋਂ ਸਮਝਾਉਂਦੇ ਹੁੰਦੇ ਸੀ, ਉਹ ਵਾਲੀ ਗਰੁੱਪ 'ਚ ਸ਼ੇਅਰ ਕਰੋਗੇ ਪਿਕਸ ਵਾਲੀਆਂ? ਉਹ ਮੈਂ ਉਹ ਨਾ ਮੇਰੇ ਤੋਂ ਨਾ ਇਨਬਾਕਸ 'ਚ ਲੈ ਲਿਓ ਤੁਸੀਂ। ਮੈਨੂੰ ਇਨਬਾਕਸ ਕਰ ਦਿਓ, ਚਾਹੀਦੀ ਹੈ ਮੈਂ ਇਨਬਾਕਸ 'ਚ ਭੇਜ ਦੂੰਗਾ। ਸਰ ਪੀਡੀਐਫ ਵੀ ਸੈਂਡ ਕਰ ਦਿਓ। ਹਾਂ ਉਹੀ ਪੀਡੀਐਫ ਹੀ ਕਹਿ ਰਿਹਾ, ਮੈਨੂੰ ਇਨਬਾਕਸ 'ਚ ਲੈ ਲਿਓ ਮੇਰੇ ਤੋਂ। ਤੇ ਆ ਜਿਹੜਾ ਵੀਡੀਓ ਹੈਗੀ ਆ ਇਹ ਵਾਲੀ ਵੀਡੀਓ, ਤੇ ਇੱਕ ਜਿਹੜੀ ਮੈਂ ਵੀਡੀਓ ਤੁਹਾਨੂੰ ਕਿਹਾ ਜ਼ਰੂਰ ਦੇਖਣੀ ਆ ਡਾਇਰੈਕਸ਼ਨ ਆਫ ਰੋਟੇਸ਼ਨ ਵਾਲੀ, ਉਹ ਜ਼ਰੂਰ ਤੁਸੀਂ ਮਤਲਬ ਕਰ ਲਿਓ। ਉਹਦੀ ਮੈਂ ਭਾਵੇਂ ਇੱਕ ਦੀ ਵੀਡੀਓ ਐਕਸਟਰਾ ਬਣਾ ਵੀ ਦੂੰਗਾ ਇੱਕ ਹੋਰ, ਕਿਉਂਕਿ ਸਾਹਮਣੇ ਖੜ ਕੇ ਸਮਝਾਉਂਗਾ, ਉਦੋਂ ਦੀ ਗੱਲ ਜ਼ਿਆਦਾ ਸਮਝ ਆਉਂਦੀ ਹੈ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਸਰ।